ਫਤਿਹ। तो आओ ਅਸੀਂ ਅੱਜ ਦੀ G65 ਨੂੰ ਸ਼ੁਰੂ ਕਰਦੇ ਹਾਂ ਤੇ ਅੱਜ ਦਾ ਪਹਿਲਾ ਸੈਸ਼ਨ ਜੋ ਹੈ ਉਹ ਮੈਜਿਕ ਸੈਸ਼ਨ ਹੋਏਗਾ ਹਰ ਵਾਰ ਦੀ ਤਰ੍ਹਾਂ ਤੇ ਅੱਜ ਮੈਜਿਕ ਸੈਸ਼ਨ ਸਾਨੂੰ ਕਰਵਾਉਣਗੇ ਹਰਗੁਨੀਤ ਕੌਰ ਜੀ। ਉਹ ਸਾਡੇ ਨਾਲ ਜੁੜ ਚੁੱਕੇ ਨੇ ਜੀ। मेरे स्क्रीन शेयर ऑप्शन अलाउ हो सकती है जी? जी हुन ट्राई करो जी। हाँ जी वीरे, एक सेकंड। वीरे स्क्रीन विजिबल है जी? हाँ जी हाँ जी हाँ जी विजिबल है जी। ठीक है वीरे। वाहेगुरु जी का खालसा वाहेगुरु जी की फतेह जी। सो आज का जो मेरा सेशन है वो है टॉड मैजिक। टॉड मतलब थॉट ऑफ द डे, मैजिक का मतलब है M फॉर मीनिंग, A फॉर एनेक्डोट, G फॉर गुरबानी फरमान, I फॉर इम्प्रूवमेंट, C फॉर क्रिएटिविटी। सो आज का जो मेरा थॉट है जी वो है एवरी अ न्यू होप। संगत जी जदों इसके मीनिंग बारे सोच रही सी, नीत नवा सदा सदा दातार, हर रोज एक नवा जीवन, एक नवा दिन, नवी सवेर। मैनू एक एहसास ए होया कोई भी कोट, कोई भी लैंग्वेज, साडे फ्रेंड, साडे मेंटर, साडे गाइड धन गुरु ग्रंथ साहिब जी विच पहला तो ही है। वाहिगुरु जी is forever new and always give new blessing। ਉਹ हर रोज एक जीवन ते फिर सानू की हक है हार के थकन दा, टुटन दा। If we fail, we do not just have one opportunity to achieve our goal. We can start again every day. Ever if we fail in our first, second, and third attempt, every day, every moment is suitable for making a new beginning. संगत जी जे कोई ਇਹਦੇ ਵਿੱਚ ਕੁਝ ਆਪਣਾ ਪੁਆਇੰਟ ਐਡ ਕਰਨਾ ਚਾਹੁੰਦਾ ਹੈ ਤਾਂ ਪਲੀਜ਼ ਕਰ ਸਕਦੇ ਹੋ ਜੀ। ਤੁਸੀਂ ਜਾਂ ਤਾਂ ਚੈਟ ਵਿੱਚ ਲਿਖ ਸਕਦੇ ਹੋ ਜਾਂ ਹੈਂਡ ਰੇਜ਼ ਕਰ ਸਕਦੇ ਹੋ ਜੀ। ਹੁਣ ਅਸੀਂ ਨੈਕਸਟ ਰਾਉਂਡ ਵੱਲ ਚੱਲਦੇ ਹਾਂ ਜੋ ਹੈ ਐਨੈਕਡੋਟ ਰਾਉਂਡ। ਮੈਨੂੰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੌਸਲੇ ਤੇ ਚੜ੍ਹਦੀ ਕਲਾ ਦਾ ਸਿਖਰ, ਦੁਨੀਆ ਦੀ ਸਭ ਤੋਂ ਵੱਡੀ ਮਿਸਾਲ, ਨਾ ਥੱਕਣ ਦੀ ਤੇ ਨਾ ਟੁੱਟਣ ਦੀ। ਪਰਿਵਾਰ ਸ਼ਹੀਦ ਹੋ ਗਿਆ ਕਿ ਵੀ ਨਹੀਂ ਨਾ ਟੁੱਟੇ। ਹੁਣ ਅਗਰ ਅਸੀਂ ਕੁਦਰਤ ਦੀ ਗੱਲ ਕਰੀਏ ਤਾਂ ਇੱਕ ਛੋਟੀ ਜਿਹੀ ਪੰਛੀ ਕਿੰਨੀ ਮਿਹਨਤ ਨਾਲ ਤੀਲਾ ਜੋੜ ਕੇ ਘੌਂਸਲਾ ਬਣਾਉਂਦੀ ਹੈ। ਇੱਕ ਹਵਾ ਦਾ ਬੁੱਲਾ ਤੀਲਾ ਫਿਰ ਬਿਖੇਰ ਦਿੰਦਾ ਹੈ ਤੇ ਪੰਛੀ ਫਿਰ ਨਵੇਂ ਸਿਰੇ ਤੋਂ ਬਣਾਉਂਦਾ ਹੈ।
थक हार के बैठ नहीं जाता, नवी शुरुआत करता है। कोई भी साइंटिफिक डिस्कवरी, कोई भी ਮਨੋਰੰਜਨ ਦੀ ਕਾਰ ਦੀ ਗੱਲ ਹੈ, ਮਹਾਨ ਐਥਲੀਟ ਬਣਨ ਦੀ ਗੱਲ। Thomas Edison's teachers told him he was too stupid to learn 2 jobs for not being suitably productive. But he again started with new thought and ਜੋ ਸੀ ਉਹਦੀ ਲਾਈਫ ਵਿੱਚ ਕਾਫੀ ਸਟਰਗਲ ਹੋਈ, ਉਹਨੂੰ ਹਰ ਕਿਸੇ ਨੇ ਡੀਮੋਟੀਵੇਟ ਕੀਤਾ ਕਿ ਤੂੰ ਨਹੀਂ ਕਰ ਸਕਦਾ, ਕਿ ਤੂੰ ਆਪਣੀ ਲਾਈਫ ਵਿੱਚ ਕਦੀ ਸਕਸੀਡ ਨਹੀਂ ਹੋ ਸਕਦਾ। ਥਾਮਸ ਐਡੀਸਨ ਨੇ ਹਾਰ ਨਹੀਂ ਮੰਨੀ, ਉਹਨੇ ਕੋਸ਼ਿਸ਼ ਕੀਤੀ, ਉਹਨੇ ਇਹ ਪ੍ਰੂਫ ਕਰ ਦਿੱਤਾ ਕਿ ਅਗਰ ਕੋਈ ਹੋਰ ਕੁਝ ਕਹਿ ਦਿੰਦਾ ਹੈ ਤਾਂ ਜ਼ਰੂਰੀ ਨਹੀਂ ਹੈ ਉਹੀ ਹੋਏ। ਸਾਨੂੰ ਆਪਣੇ ਆਪ ਨੂੰ ਇੰਨਾ ਪੋਜ਼ਿਟਿਵ ਰੱਖਣਾ ਹੈ, ਅਸੀਂ ਖੁਦ ਤੇ ਵਿਸ਼ਵਾਸ ਰੱਖੀਏ। ਅਸੀਂ ਅਗਰ ਕੋਈ ਚੀਜ਼ ਨਵੀਂ ਸਿੱਖ ਰਹੇ ਹਾਂ ਤਾਂ ਉਹੀ ਸਾਡੀ ਨਿਊ ਬਿਗਨਿੰਗ ਹੈ। ਜਿਵੇਂ ਅਗਰ ਥਾਮਸ ਐਡੀਸਨ ਹੈ ਤਾਂ ਉਹ ਵੀ ਆਪਣੀ ਲਾਈਫ ਵਿੱਚ ਸਕਸੀਡ ਹੋਇਆ ਸੀ, ਔਰ ਉਹਨੇ ਵਰਲਡ ਦੀ, ਜੇ ਕੋਈ ਸੰਗਤ ਵਿੱਚੋਂ ਇਹਦੇ ਵਿੱਚੋਂ ਕੋਈ ਐਗਜ਼ਾਮਪਲ, ਇਹਦੇ ਵਿੱਚ ਕੋਈ ਐਗਜ਼ਾਮਪਲ ਕੋਟ ਕਰਨਾ ਚਾਹੁੰਦਾ ਹੈ ਤਾਂ ਪਲੀਜ਼ ਜਾਂ ਤਾਂ ਚੈਟ ਦੇ ਥਰੂ ਕਰ ਸਕਦੇ ਹੋ ਜਾਂ ਹੈਂਡ ਰੇਜ਼ ਕਰ ਸਕਦੇ ਹੋ ਜੀ। ਹੁਣ ਅਸੀਂ ਨੈਕਸਟ ਰਾਊਂਡ ਵੱਲ ਚੱਲਦੇ ਹਾਂ, ਜੋ ਹੈ ਗੁਰਬਾਣੀ ਫਰਮਾਨ ਤੇ ਇੰਪਰੂਵਮੈਂਟ ਰਾਊਂਡ। ਜਦੋਂ ਗੁਰਬਾਣੀ ਫਰਮਾਨ ਬਾਰੇ ਸੋਚਣ ਲੱਗੀ ਤੇ ਮਨ ਵਿੱਚ ਆਪਾਂ ਗੁਰਬਾਣੀ ਦੇ ਕੰਟੈਕਸਟ ਵਿੱਚ ਗੱਲ ਕਰੀਏ, ਸਿੱਖੀ ਦੇ ਕੰਟੈਕਸਟ ਵਿੱਚ ਗੱਲ ਕਰੀਏ। ਆਪਾਂ ਬੜੀ ਵਾਰ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ, ਪਾਠ ਕੀਤਾ ਹੀ ਨਹੀਂ ਜਾਂਦਾ, ਸਿਮਰਨ ਕੀਤਾ ਹੀ ਨਹੀਂ ਜਾਂਦਾ, ਤੇ ਫਿਰ ਇਹ ਸੋਚ ਲੈਂਦੇ ਹਾਂ ਜੇ ਕੱਲ ਨਹੀਂ ਕੀਤਾ, ਪਰਸੋਂ ਨਹੀਂ ਨਾਮ ਛੱਡ ਦਿੰਦੇ ਆ। ਨਹੀਂ ਸੰਗਤ ਜੀ, ਪਾਤਸ਼ਾਹ ਫਰਮਾਉਂਦੇ ਹਨ, ਨੰਨਾ ਨਿਗਰੇ ਸਨੇਹ ਕਰ, ਨਿਰਵਾਰੋ ਸੰਦੇਹ, ਨਾਹੀ ਦੇਖ ਨਾ ਭਾਜੀਏ, ਪਰਮ ਸਿਆਣਪ ਇਹ। ਸੰਗਤ ਜੀ ਨਾਲ ਫਰਮਾਨ ਪੜੋ ਜੀ। ਨੰਨਾ ਨਿਗਰੇ ਸਨੇਹ ਕਰ, ਨਿਰਵਾਰ ਪਰਮ ਸਿਆਣਪ ਇਹ। ਇਸ ਖਿਆਲ ਨਾਲ ਕਿ ਇਹ ਕੰਮ ਨਹੀਂ ਹੋ ਸਕਦਾ, ਛੱਡ ਨਾ ਦਈਏ, ਲੱਗੇ ਰਹੋ, ਲੱਗੇ ਰਹੋ, ਡਟ ਜਾਓ, ਸੱਜ ਜਾਓ। ਅਸੀਂ ਕੋਸ਼ਿਸ਼ ਕਰਦੇ ਰਹੀਏ, ਅਸੀਂ ਐ ਨਾ ਸੋਚੀਏ ਕਿ ਇਹ ਕੰਮ ਹੋ ਹੀ ਨਹੀਂ ਸਕਦਾ। ਅਸੀਂ ਪੋਸੀਬਲ ਹੈ, ਉਹਦੇ ਵਿੱਚ ਵੀ ਆਉਂਦਾ ਆਈ ਐਮ ਪੋਸੀਬਲ। ਜਿਹੜਾ ਵਰਡ ਹੈ ਉਹ ਖੁਦ ਹੀ ਦੱਸਦਾ ਹੈ ਕਿ ਹਾਂ ਆਈ ਐਮ ਪੋਸੀਬਲ, ਤੇ ਇਸ ਲਈ ਅਸੀਂ ਕੋਸ਼ਿਸ਼ ਜ਼ਰੂਰ ਕਰੀਏ। ਸੰਗਤ ਜੀ ਅਗਰ ਕੋਈ ਆਪਣਾ ਵਿਊ ਪੁਆਇੰਟ ਜਾਂ ਕੋਈ ਵੀ ਐਡੀਸ਼ਨ ਕਰਨਾ ਚਾਹੁੰਦਾ ਹੈ ਤਾਂ ਪਲੀਜ਼ ਕਰ ਲਓ, ਕਰ ਸਕਦੇ ਹੋ। ਹੁਣ ਅਸੀਂ ਨੈਕਸਟ ਰਾਊਂਡ ਵੱਲ ਚੱਲਦੇ ਹਾਂ, ਜੋ ਹੈ ਕ੍ਰੀਏਟ। ਜਿਵੇਂ ਸੱਜਰੀ ਸਵੇਰ ਹੋਣ ਤੇ ਸੂਰਜ ਦੀ ਸਿਰਫ ਇੱਕ ਕਿਰਨ ਹੀ ਹਨੇਰੇ ਨੂੰ ਖਤਮ ਕਰਨ ਦੀ ਤਾਕਤ, ਵਿਸ਼ਵਾਸ ਦੀ ਪਹਿਲੀ ਕਿਰਨ ਇਹਨਾਂ ਫੇਲਿਅਰਸ ਦੇ ਹਨੇਰੇ ਨੂੰ ਦੂਰ ਕਰਨ ਦੀ ਤਾਕਤ ਰੱਖਦੀ ਹੈ। ਅਸੀਂ ਇਹ ਨੈਗੇਟਿਵ ਨਾ ਸੋਚੇ ਕਿ ਨਹੀਂ ਯਾਰ ਇਹ ਕੰਮ ਨਹੀਂ ਹੋ ਸਕਦਾ, ਇਹ ਮੇਰੇ ਤੋਂ ਨਹੀਂ ਹੋਣਾ, ਮੇਰੀ ਇੰਨੀ ਕੈਪੇਬਿਲਿਟੀ ਨਹੀਂ। ਸਾਨੂੰ खुद पे विश्वास रखना पड़ेगा। उठो के आसमान की बुलड़ियां बुला रही, कदम कदम ये मंजिलें भी दास्तां सुना रही, बड़ों के जिंदगी का ख्वाब है तुम्हारे हाथ में,
रोशनी का इनकलाब है तुम्हारी ਇਹਦੇ ਵਿੱਚ ਆਪਣਾ व्यू पॉइंट शेयर करना चाहता है तो प्लीज कर सकते हो जी। उर्विंदर अंकल ਨੂੰ अनम्यूट कर दो जी। वाह जी, बहुत प्यारी विचार। हरगुनीत जी, मजा आ गया। मैंने ना एक भाई वीर सिंह होना दा बड़ी वधिया लाइन उन्होंने किसी कविता च लिखी हुई है। वो कहते ने पिछे जे इन्होंने मनजोत सिंह इटली वाला ने उन्होंने कोट किया सी, बड़ा प्यारी लाइन है। कहते जी, लगा रहो तो लगा रहो, लगा रहो तो लाख का, लगा रहो नहीं तक पूरा फरमान नहीं मैंने याद की कहते ने भी लग्या रहेगा तो तू लख दा हो जाएगा। हाँ, लगा रहो तो लगा रहो, हरदम कदे ना डोल, लगा रहो तो लाख का नहीं तो कौडी मोल। जे लग्या रहेगा तो तेरा एक दिन लाख रुपए मुल पै जाएगा, जे हट जाएगा तो तेरा मुल कौडी भी नहीं पाएगा। बहुत धन्यवाद, थैंक यू जी। जी थैंक यू अंकल, ਤੁਸੀਂ ਸਾਡੇ ਨਾਲ ਇੰਨੇ ਅੱਛੇ ਆਪਣੇ ਵਿਊ ਸ਼ੇਅਰ ਕੀਤੇ ਜੀ। ਜੈਸਿਕਾ ਕੌਰ ਜੀ ਨੂੰ ਅਨਮਿਊਟ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਸਾਨੂੰ ਹਮੇਸ਼ਾ ਨੇਚਰ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ। ਜਿਵੇਂ ਕੋਈ ਵੀ ਦਿਨ ਹੋਵੇ, ਕੋਈ ਡਿਜ਼ਾਸਟਰ ਹੋਇਆ ਹੋਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਨੈਕਸਟ ਡੇ ਉਨੀ ਹੀ ਪੰਚੁਅਲਿਟੀ ਤੇ ਉਸੇ ਹੀ ਉਮੰਗ ਨਾਲ ਹਮੇਸ਼ਾ ਰਾਈਜ਼ ਕਰਦੀ ਹੈ। ਸੂਰਜ ਆਪਣੇ ਟਾਈਮ ਤੇ ਨਿਕਲਦਾ ਹੈ, ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਸਾਨੂੰ ਵੀ ਇਸੇ ਤਰ੍ਹਾਂ ਆਪਣੇ ਲਾਈਫ ਦੇ ਸਰਕਮਸਟੈਂਸਿਸ ਦੀ ਪਰਵਾਹ ਕੀਤੇ ਬਿਨਾਂ ਹਮੇਸ਼ਾ ਕੰਸਿਸਟੈਂਟ ਰਹਿਣਾ ਚਾਹੀਦਾ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੈਸਿਕਾ ਜੀ, ਤੁਸੀਂ ਆਪਣੇ ਇੰਨੇ ਅੱਛੇ ਵਿਊ ਸਾਡੇ ਨਾਲ ਸਾਂਝੇ ਕੀਤੇ ਤੇ ਸਾਨੂੰ ਇੰਨੀ ਅੱਛੀ ਗੱਲ ਦੱਸੀ। ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਸੈਸ਼ਨ ਲਿਆ ਹਰਗੁਨੀਤ ਕੌਰ ਜੀ ਨੇ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਨਿਊ ਬਿਗਨਿੰਗ ਤਾਂ ਕਦੀ ਵੀ ਕੀਤੀ ਜਾ ਸਕਦੀ ਹੈ। ਸੂਰਜ ਦੀ ਹਰ ਰੋਜ਼ ਨਿਊ ਬਿਗਨਿੰਗ ਹੁੰਦੀ ਹੈ, ਹੈਨਾ। ਤੇ ਚੰਦਰਮਾ ਦਾ ਆਪਣਾ ਸਾਈਕਲ ਹੈ, ਹਰੇਕ ਚੀਜ਼ ਦਾ ਆਪਣਾ ਇੱਕ ਸਾਈਕਲ ਨੇਚਰ ਨੇ ਬਣਾਇਆ ਹੋਇਆ ਹੈ। ਤੇ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਅਖਬਾਰ ਦੇਖ ਰਿਹਾ ਸੀਗਾ ਤੇ ਕਈ ਵਾਰੀ ਖਬਰਾਂ ਨਹੀਂ ਆਈਆਂ ਹੁੰਦੀਆਂ ਕਿ ਅੱਜ ਬਲੂ ਮੂਨ ਹੈ, ਅੱਜ ਬਲੱਡ ਮੂਨ ਹੈ, ਅੱਜ ਇਹ ਵਾਲੇ ਰੰਗ ਦਾ ਮੂਨ ਹੈ। ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਮੂਨ ਵੀ ਰੋਜ਼ ਹੀ ਨਵਾਂ ਨਵਾਂ ਹੁੰਦਾ ਰਹਿੰਦਾ ਹੈ, ਹੈਨਾ। ਤੇ ਉਦੋਂ ਮੈਂ ਲਿਖਿਆ ਸੀਗਾ 2 ਲਾਈਨਾਂ ਕਿ ਇਹ ਚੰਨ ਵੀ ਬੜਾ ਅਨੋਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ, ਰੰਗਾਂ ਤੋਂ ਪਾਉਂਦਾ ਧੋਖਾ ਹੈ, ਕਦੇ ਨੀਲਾ ਹੋ ਜਾਏ ਲਾਲ, ਕਦੇ ਇਹ ਰੰਗ ਬਦਲਦਾ ਰਹਿੰਦਾ ਹੈ। ਤੇ ਲਾਸਟ ਵਿੱਚ ਮੈਂ ਲਿਖਿਆ ਸੀਗਾ ਨਿਤ ਨਵੇਂ ਚੜਨ ਦਾ ਸ਼ੌਂਕ ਵੀ ਹੈ, ਇਹ ਸਾਹਿਬ ਮੇਰੇ ਨੀਤ ਨਵੇਂ ਦੇ ਵੰਗ ਬਦਲਦਾ ਰਹਿੰਦਾ ਹੈ, ਇਹ ਚੰਨ ਵੀ ਬੜਾ ਅਨੋਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ। ਸੋ ਨਿਊ ਬਿਗਨਿੰਗ ਤੇ ਕਦੇ ਵੀ ਕੀਤੀ ਜਾ ਸਕਦੀ ਹੈ ਜੇ ਅਸੀਂ ਨੇਚਰ ਤੋਂ ਇਨਸਪੀਰੇਸ਼ਨ ਲਈਏ ਤੇ ਹਰ ਪਲ ਨੂੰ, ਹਰ ਮਿੰਟ ਨੂੰ ਅਸੀਂ ਆਪਣੇ ਲਈ ਨਿਊ ਬਿਗਨਿੰਗ ਬਣਾ ਸਕਦੇ ਹਾਂ। ਸੋ ਨੈਕਸਟ ਸੈਸ਼ਨ ਵੱਲ ਆਓ ਅਸੀਂ ਚੱਲਦੇ ਹਾਂ ਜੀ। ਨੈਕਸਟ ਸਾਡੇ ਕੋਲ ਜੈਸਿਕਾ ਕੌਰ ਜੀ ਸੈਸ਼ਨ ਲੈਣਗੇ ਤੇ ਉਹਨਾਂ ਦਾ ਸੈਸ਼ਨ ਹੈ ਹਾਊ ਟੂ ਅਸੈਸ ਯੋਰਸੈਲਫ ਓਵਰ ਅ ਲੌਂਗ ਪੀਰੀਅਡ। ਥੋੜੀ ਜਿਹੀ ਮੈਂ ਇੰਟਰੋਡਕਸ਼ਨ ਦੇਣੀ ਹੋਵੇ ਤੇ ਮੈਂ ਸਿੱਧਾ ਕਹਾਂ ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ 2021 ਨੂੰ ਰਿਵਿਊ ਕਰੀਏ ਤੇ 2022 ਲਈ ਅਸੀਂ ਟਾਰਗੇਟ ਸੈੱਟ ਕਰੀਏ, ਵਿਜ਼ਨ ਸੈੱਟ ਕਰੀਏ। ਉਹਦੇ ਉੱਤੇ ਅਸੀਂ ਨੈਕਸਟ ਸੈਸ਼ਨ ਰੱਖਾਂਗੇ ਵਿਜ਼ਨਸ ਐਂਡ ਗੋਲਸ ਦਾ। ਪਰ ਇਸ ਸੈਸ਼ਨ ਦੇ ਵਿੱਚ ਅਸੀਂ ਕੁਝ ਟ੍ਰਿਕਸ, ਕੁਝ ਵੇਜ਼, ਕੁਝ ਟਿਪਸ ਸਿੱਖਾਂਗੇ ਕਿ ਕਿਵੇਂ ਆਪਣੇ ਆਪ ਨੂੰ ਇੰਨੇ ਲੰਬੇ ਟਾਈਮ ਦੇ ਦੌਰਾਨ ਐਨਾਲਾਈਜ਼ ਕਰੀਏ। ਜੇ ਮੈਂ ਇੱਕ ਦਿਨ ਦਾ ਐਨਾਲਿਸਿਸ ਕਰਨਾ ਹੋਵੇ
ਤੇ ਬੜਾ ਸੁੱਖ ਹੈ ਵੀ ਮੈਂ ਸਵੇਰੇ ਇੰਨੇ ਵਜੇ ਕੀਤਾ, ਇੰਨੇ ਵਜੇ ਕੀਤਾ, ਇਹ ਕੀਤਾ ਜਾ ਸਕਦਾ ਸੀ ਤੇ ਇਹ ਰਹਿ ਗਿਆ, ਹੈ ਨਾ। ਹੁਣ ਜਦੋਂ ਮੈਂ 1 ਸਾਲ ਦਾ ਐਨਾਲਿਸਿਸ ਕਰਨਾ ਹੋਵੇ, ਇੱਕ ਸਾਲ ਦੀ ਅਸੈਸਮੈਂਟ ਕਰਨੀ ਹੋਵੇ, ਤੇ ਉਹ ਬੜਾ ਔਖਾ, ਬੜਾ ਹਰਕਿਊਲੀਅਨ ਟਾਸਕ ਹੈ। ਤੇ ਉਹ ਸਾਨੂੰ ਜੈਸਿਕਾ ਕੌਰ ਜੀ ਕੁਝ ਟਿਪਸ ਦੇਣਗੇ ਕਿ ਕਿਵੇਂ ਕਰ ਸਕਦੇ ਆ। ਓਵਰ ਟੂ ਜੈਸਿਕਾ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सबनो स्क्रीन दिख रही है जी? जी दिख रही है जी। साडा टॉपिक है हाउ टू असेस योरसेल्फ ओवर अ लॉन्ग पीरियड। ਅਸੀਂ ਕਿੱਦਾਂ ਆਪਣੇ ਆਪ ਨੂੰ ਪਹਿਲੇ ਤਾਂ ਟੌਪਿਕ ਬਾਰੇ ਜੇ ਗੱਲ ਕਰੀਏ ਤਾਂ ਕਿੱਦਾਂ ਆਪਣੇ ਆਪ ਨੂੰ ਅਸੀਂ ਇੰਟਰੋਸਪੈਕਟ ਕਰ ਸਕਦੇ ਹਾਂ, ਕਿੱਦਾਂ ਅਸੀਂ ਆਪਣੇ ਆਪ ਨੂੰ ਚੈੱਕ ਕਰ ਸਕਦੇ ਹਾਂ ਕਿ ਅਸੀਂ ਇੰਨੇ ਟਾਈਮ ਵਿੱਚ ਕੀ ਕੀਤਾ, ਕੀ ਸਾਡੀ ਪ੍ਰੋਗਰੈਸ ਸੀ, ਕੀ ਅਸੀਂ ਕਰਨਾ ਸੀ। ਅਸੀਂ ਆਪਣਾ ਗੋਲ ਡਿਸਾਈਡ ਕਰਨਾ ਹੈ ਸਭ ਤੋਂ ਪਹਿਲੇ ਉਹਦੇ ਵਿੱਚ, ਤੇ ਉਸ ਤੋਂ ਬਾਅਦ ਸਾਨੂੰ ਆਪਣੇ ਆਪ ਨੂੰ ਚੈੱਕ ਕਰਦੇ ਰਹਿਣਾ। ਸਭ ਤੋਂ ਪਹਿਲੇ ਕੋਈ ਵੀ ਅਸੀਂ ਜਦੋਂ ਕੰਮ ਸਟਾਰਟ ਕਰ ਰਹੇ ਹਾਂ, ਕਿਸੇ ਇੱਕ ਲਕਸ਼ ਦੀ ਪ੍ਰਾਪਤੀ ਵਾਸਤੇ ਕਰ ਰਹੇ ਹਾਂ, ਸਾਨੂੰ ਕੋਈ ਫॉर एग्जांपल ਕਿਸੇ ਨੇ IAS ਦਾ ਐਗਜ਼ਾਮ ਦੇਣਾ ਹੈ ਤੇ ਉਹਦਾ ਗੋਲ ਹੈ ਕਿ ਉਹਨੂੰ ਕਲੀਅਰ ਕਰਨਾ ਹੈ, ਤੇ ਕਲੀਅਰ ਕਰਨ ਲਈ ਉਹਨੂੰ ਜੋ ਐਫਰਟਸ ਕਰਨੀ ਪੈਣੀ ਹੈ ਉਹਦੇ ਵਿੱਚ ਉਹਨੂੰ ਕੰਸਿਸਟੈਂਟ ਰਹਿਣਾ ਚਾਹੀਦਾ, ਕਿ ਇਹ ਨਹੀਂ ਕਿ ਅੱਜ ਮੈਂ ਕਰ ਲਿਆ ਤੇ ਅੱਜ ਮੈਂ ਜ਼ਿਆਦਾ ਕੰਮ ਕਰ ਲਿਆ ਇਸ ਲਈ ਕੱਲ ਮੈਂ ਬ੍ਰੇਕ ਲੈ ਲੈਣਾ, ਫਿਰ ਮੈਂ ਨੈਕਸਟ ਡੇ ਸਟਾਰਟ ਕਰੂੰਗਾ। ਇਸ ਤਰ੍ਹਾਂ ਨਾਲ ਜੇ ਅਸੀਂ ਆਪਣੀ ਜੋ ਕੰਸਿਸਟੈਂਸੀ ਤੋੜਾਂਗੇ ਤੇ ਸਾਨੂੰ ਹਮੇਸ਼ਾ ਉਹੀ ਫੀਲ ਹੁੰਦਾ ਰਹੇਗਾ ਕਿ ਅੱਜ ਮੈਂ ਜ਼ਿਆਦਾ ਕਰ ਲਿਆ, ਤੇ ਮੈਂ ਹਮੇਸ਼ਾ ਬ੍ਰੇਕਸ ਲੈਣ ਬਾਰੇ ਸੋਚਦਾ ਰਵਾਂਗਾ, ਤੇ ਕਦੀ ਵੀ ਇਹ ਨਹੀਂ ਸੋਚਾਂ ਕਿ ਮੈਂ ਹਲੇ ਹੋਰ ਮਿਹਨਤ ਕਰ ਸਕਦਾ ਤੇ ਇਸ ਨਾਲ ਮੇਰਾ ਇੱਕ ਐਂਡ ਵਿੱਚ ਡਿਫਰੈਂਸ ਆਏਗਾ। ਇਸ ਲਈ ਕੋਈ ਵੀ ਜੇ ਅਸੀਂ ਜਦੋਂ ਵੀ ਆਪਣੇ ਆਪ ਨੂੰ ਅਸੈਸ ਵੀ ਕਰਨਾ ਹੈ, ਪਹਿਲੇ ਐਫਰਟਸ ਵਿੱਚ ਕੰਸਿਸਟੈਂਟ ਰਹਿਣਾ ਹੈ, ਤੇ ਜਦੋਂ ਅਸੈਸ ਕਰਨਾ ਹੈ ਉਦੋਂ ਵੀ ਰੈਗੂਲਰਲੀ ਕੰਸਿਸਟੈਂਟ ਰਹਿ ਕੇ ਕਰਨਾ ਹੈ। ਸਭ ਤੋਂ ਪਹਿਲਾ ਮੈਥਡ ਹੈ ਆਪਣੇ ਆਪ ਨੂੰ ਅਸੈਸ ਕਰਨ ਦਾ ਜਰਨਲਿੰਗ। ਜਿੰਨੇ ਵੀ ਵੱਡੇ ਸਾਡੇ ਕੋਲ ਲੈਜੈਂਡਸ ਹੈ, ਸਾਡੇ ਆਈਡੀਅਲਸ ਹੈ, ਫॉर एग्जांपल ਓਪਰਾ, ਵਾਰਨ ਬਫੇਟ, ਆਇਨਸਟਾਈਨ ਤੇ ਹੋਰ ਵੀ ਬਹੁਤ ਸਾਰੇ, ਉਹਨਾਂ ਨੇ ਹਮੇਸ਼ਾ ਇਹ ਕੰਮ ਕੀਤਾ ਕਿ ਉਹ ਆਪਣਾ ਜੋ ਵੀ ਦਿਨ ਵਿੱਚ ਕਰਨਾ ਚਾਹੁੰਦੇ ਸੀ ਤੇ ਜੋ ਕਰ ਲੈਂਦੇ ਸੀ ਉਹਨੂੰ ਇੱਕ ਡਾਇਰੀ ਜਾਂ ਜੋ ਵੀ ਉਹਨਾਂ ਨੇ ਬਣਾਇਆ ਹੋਇਆ ਸੀ ਆਪਣਾ ਕਲੈਕਸ਼ਨ, ਉਹਦੇ ਵਿੱਚ ਲਿਖਦੇ ਸੀ। ਇਹ ਜਰਨਲਿੰਗ ਅੱਜ ਕੱਲ ਬਹੁਤ ਅੰਡਰਰੇਟਡ ਹੋ ਗਈ ਹੈ, ਇਹਨੂੰ ਜ਼ਿਆਦਾ ਵੈਲਿਊ ਨਹੀਂ ਕਰਦੇ ਲੋਕ, ਬਿਕਾਜ਼ ਹੁਣ ਬਹੁਤ ਸਾਰਾ ਟੈਕਨੋਲੋਜੀ ਐਂਡ ਸੋਸ਼ਲ ਮੀਡੀਆ ਆਨ ਕਰਕੇ ਅਸੀਂ ਸਿਰਫ ਆਪਣੇ ਫੋਨਸ ਦੇ ਵਿੱਚ ਹੀ ਸੀਮਿਤ ਰਹਿ ਗਏ ਹਾਂ, ਤੇ ਬੁੱਕਸ ਵਗੈਰਾ ਕੁਝ ਲੋਕ ਏਦਾਂ ਦੇ ਹੈ ਜੋ ਬੁੱਕਸ ਬਿਲਕੁਲ ਦੇਖਦੇ ਵੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਸਾਰਾ ਮਟੀਰੀਅਲ ਜੋ ਸਕੂਲ ਦਾ, ਕਾਲਜ ਦਾ ਉਹ ਵੀ ਸਭ ਫੋਨ ਤੇ ਮਿਲ ਜਾਂਦਾ ਹੈ, ਇਸ ਲਈ ਉਹ ਬਿਲਕੁਲ ਚੈੱਕ ਹੀ ਨਹੀਂ ਕਰਦੇ ਕਿ ਉਹਨਾਂ ਨੂੰ ਕੋਈ ਬੁੱਕਸ ਦੀ ਜ਼ਰੂਰਤ ਹੈ ਜਾਂ ਕੁਝ ਰਿਟਨ ਵਰਕਸ ਦਾ ਬਹੁਤ ਜ਼ਿਆਦਾ ਘਾਟ ਹੋ ਗਈ ਹੈ। ਇਸ ਲਈ ਸਾਨੂੰ ਜਦੋਂ ਵੀ ਅਸੀਂ ਕੋਈ ਟਾਰਗੇਟ ਲਿਆ, ਸਾਨੂੰ ਹਮੇਸ਼ਾ ਲਿਖ ਕੇ ਉਹਦਾ ਅਸੈਸ ਕਰਨਾ ਚਾਹੀਦਾ, ਉਹਨੂੰ ਇੰਟਰੋਸਪੈਕਟ ਕਰਨਾ ਚਾਹੀਦਾ ਕਿ ਅਸੀਂ ਕੀ ਕਰਨਾ ਹੈ ਤੇ ਉਹਦੇ ਲਈ ਕੀ ਸਾਡੇ ਸਟੈਪਸ ਹੈ। ਜੋ ਟਿਪਸ ਆਈ ਹੈ ਕਿ ਸਾਨੂੰ ਸਭ ਤੋਂ ਪਹਿਲੇ ਆਪਣਾ ਗੋਲ ਲਿਖਣਾ ਹੈ, ਉਸ ਤੋਂ ਬਾਅਦ ਜੋ ਵੀ ਉਹਦੇ ਵਿੱਚ ਸਟੈਪਸ ਹੈ ਆ ਰਹੇ ਹੈ ਕਿ ਸਾਨੂੰ ਇਹ ਚੀਜ਼ਾਂ ਕਰਕੇ ਉਹ ਗੋਲ ਦੀ ਅਚੀਵਮੈਂਟ ਹੋਏਗੀ, ਤੇ ਉਸ ਤੋਂ ਬਾਅਦ ਉਹਨੂੰ ਰੈਗੂਲਰਲੀ ਚੈੱਕ ਵੀ ਕਰਨਾ ਹੈ ਤੇ ਟਿਕ ਮਾਰਕਸ ਕਰਨੇ ਹੈ ਜੋ ਕਿ ਅਸੀਂ ਕਰ ਰਹੇ ਹਾਂ ਜਾਂ ਕਰ ਚੁੱਕੇ ਹਾਂ। ਰੈਗੂਲਰ ਜਰਨਲਿੰਗ ਨਾਲ ਅਸੀਂ ਕੀ ਕਰਦੇ ਹਾਂ, ਇੱਕ ਤਾਂ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਸਿੱਖਦੇ ਹਾਂ। ਜੇ ਅਸੀਂ ਰੈਗੂਲਰ ਲਿਖ ਰਹੇ ਹਾਂ ਕਿ ਮੈਂ ਇਹ ਕਰਨਾ ਸੀ ਅੱਜ ਤੇ ਮੈਂ ਇਹ ਕਰ ਲਿਆ, ਤੇ ਕਿਉਂ ਕਰ ਸਕਿਆ ਤੇ ਕਿਉਂ ਨਹੀਂ ਕਰ ਸਕਿਆ
ਉਹ ਰੀਜ਼ਨ ਲਿਖਦੇ ਹੋਏ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਸਿੱਖਦੇ ਹਾਂ, ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਤੇ ਆਪਣੇ ਆਪ ਨੂੰ ਕਿਸ ਚੀਜ਼ ਵਿੱਚ ਇੰਪਰੂਵ ਕਰਨਾ ਚਾਹੀਦਾ ਹੈ। ਮੈਂ ਕੋਈ ਟਾਰਗੇਟ ਕਿਉਂ ਪੂਰਾ ਨਹੀਂ ਕਰ ਪਾ ਰਿਹਾ ਜਾਂ ਕੋਈ ਟਾਰਗੇਟ ਕਿੱਦਾਂ ਪੂਰਾ ਕਰ ਪਾ ਰਿਹਾ, ਉਹਦੇ ਵਿੱਚ ਥੋੜੀ ਸਕਿੱਲਸ ਆ ਜਾਂਦੀਆਂ ਕਿ ਮੈਂ ਆਪਣਾ ਇਹ ਟਾਈਮ ਮੈਨੇਜ ਕਰਕੇ ਇਸ ਟਾਈਮ ਵਿੱਚ ਲਗਾਇਆ ਤਾਂ ਮੇਰੇ ਕੋਲੋਂ ਇਹ ਗੋਲ ਅਚੀਵ ਹੋ ਸਕਿਆ। ਡੇਲੀ ਦੇ ਆਪਣੇ ਛੋਟੇ ਛੋਟੇ ਗੋਲਸ ਬਣਾਓ ਕਿ ਇਹ ਨਹੀਂ ਕਿ ਸਿੱਧਾ ਜਿਵੇਂ IAS ਦੀ ਐਗਜ਼ਾਮਪਲ ਹੀ ਲਈਏ ਤਾਂ ਸਿੱਧਾ ਉਹਨੂੰ ਹੀ ਕ੍ਰੈਕ ਕਰਨਾ। ਸਭ ਤੋਂ ਪਹਿਲਾਂ ਸਾਡਾ ਗੋਲ ਇਹ ਹੋਣਾ ਚਾਹੀਦਾ ਕਿ ਮੈਂ ਇੰਨਾ ਟੌਪਿਕ ਕਵਰ ਕਰਨਾ, ਉਸ ਤੋਂ ਬਾਅਦ ਮੈਂ ਇਸ ਦਾ ਮੌਕ ਟੈਸਟ 1 ਘੰਟੇ ਵਿੱਚ ਦੇਣਾ ਹੈ ਜਾਂ ਜੋ ਵੀ ਟਾਈਮ ਜੋ ਆਪਣਾ ਟੈਸਟ ਦੇ ਅਕੋਰਡਿੰਗ ਹੈ। ਇਹ ਛੋਟੇ ਛੋਟੇ ਗੋਲਸ ਨਾਲ ਅਸੀਂ ਆਪਣੀ ਸੈਲਫ ਇੰਪਰੂਵਮੈਂਟ ਕਰਾਂਗੇ, ਆਪਣੀ ਮੈਮਰੀ ਨੂੰ ਜੱਜ ਕਰ ਸਕਦੇ ਹਾਂ, ਸਾਡਾ ਸੈਲਫ ਕੌਨਫੀਡੈਂਸ ਬਿਲਡ ਹੋਏਗਾ। ਹੁਣ ਜੇ ਮੈਂ 1 ਦਿਨ ਵਿੱਚ 1 ਟੈਸਟ ਕਰ ਲਿਆ ਤਾਂ ਮੈਨੂੰ ਲੱਗੇਗਾ ਕਿ ਹਾਂ ਮੈਂ ਕਰ ਸਕਦੀ ਹਾਂ, ਮੈਂ ਜੇ ਇਦਾਂ ਹੀ ਕੰਸਿਸਟੈਂਟ ਰਹੀ ਤਾਂ ਮੈਂ ਕਲੀਅਰ ਵੀ ਕਰ ਸਕਦੀ ਹਾਂ। ਸੈਲਫ ਕੌਨਫੀਡੈਂਸ ਬਿਲਡ ਹੋਏਗਾ, ਕਮਿਊਨੀਕੇਸ਼ਨ ਸਕਿੱਲਸ ਵੀ ਇੰਪਰੂਵ ਹੋਣਗੀਆਂ ਜਦੋਂ ਅਸੀਂ ਐਕਸਪ੍ਰੈਸ਼ਨ ਸਿੱਖ ਜਾਵਾਂਗੇ, ਜਦੋਂ ਅਸੀਂ ਆਪਣੇ ਆਪ ਨਾਲ ਗੱਲ ਕਰ ਸਕਦੇ ਹਾਂ, ਜਦੋਂ ਆਪਣੇ ਆਪ ਦੀ ਗੱਲ ਸਮਝ ਸਕਦੇ ਹਾਂ, ਸੈਲਫ ਐਕਸਪ੍ਰੈਸ਼ਨ ਇੰਪਰੂਵ ਕਰ ਸਕਦੇ ਹਾਂ, ਫਿਰ ਅਸੀਂ ਆਪਣੀ ਬਾਕੀ ਕਮਿਊਨੀਕੇਸ਼ਨ ਸਕਿੱਲਸ ਵੀ ਇੰਪਰੂਵ ਕਰ ਸਕਦੇ ਹਾਂ। ਜਦੋਂ ਸਾਨੂੰ ਕਿਸੇ ਹੋਰ ਨਾਲ ਗੱਲ ਕਰਨੀ ਪਏ ਤੇ ਸਾਨੂੰ ਇੱਕ ਆਈਡੀਆ ਹੋਏਗਾ ਕਿ ਅਸੀਂ ਕਿੱਦਾਂ ਉਹ ਕਰ ਸਕਦੇ ਹਾਂ। It also helps us keep organized, on track and motivated. ਹੁਣ ਅਸੀਂ ਰੋਜ਼ ਜਦੋਂ ਜਰਨਲ ਕਰ ਰਹੇ ਹਾਂ ਤਾਂ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਰਹੇਗੀ ਕਿ ਹਾਂ ਇੰਨਾ ਹੋ ਗਿਆ, ਇੰਨਾ ਰਹਿ ਗਿਆ, ਮੈਂ ਕਿਸ ਹਿਸਾਬ ਨਾਲ ਅੱਗੇ ਚੱਲਣਾ ਹੈ। ਆਰਗੇਨਾਈਜ਼ਡ ਰਵਾਂਗੇ ਮਤਲਬ ਸਾਨੂੰ ਪਤਾ ਹੋਏਗਾ ਕਿ ਇੰਨਾ ਕਰਨਾ ਸੀ ਤੇ ਇੱਥੇ ਪਹੁੰਚ ਗਏ ਆ ਤੇ ਹੁਣ ਇੰਨਾ ਹੋਰ ਕਰਨਾ ਹੈ। ਔਨ ਟਰੈਕ ਰਵਾਂਗੇ, ਸਾਨੂੰ ਆਪਣਾ ਟਾਰਗੇਟ ਜਦੋਂ ਪਤਾ ਹੈ ਕੀ ਗੋਲਸ ਹੈ, ਅਸੀਂ ਸਭ ਕੁਝ ਲਿਖ ਲਿਆ ਸਟੈਪਸ ਕਿ ਮੈਂ ਕੀ ਕਰਨਾ ਹੈ, ਤੇ ਉਹ ਇੱਕ ਰਿਟਨ ਜੋ ਡਾਕੂਮੈਂਟ ਸਾਡਾ ਇੱਕ ਜਿਵੇਂ ਐਫੀਡੇਵਿਟ ਬਣ ਜਾਂਦਾ ਹੈ, ਇੱਕ ਉਹਦੇ ਅਰਾਊਂਡ ਹੀ ਅਸੀਂ ਆਪਣਾ ਸਾਰਾ ਕੰਮ ਕਰਨਾ ਹੈ। ਸਾਨੂੰ ਇਹ ਨਹੀਂ ਲੱਗੇਗਾ ਕਿ ਇਹ ਕਰਨਾ ਸੀ, ਇਹ ਰਹਿ ਗਿਆ, ਜੋ ਵੀ ਸਾਨੂੰ ਯਾਦ ਆਇਆ ਅਸੀਂ ਹਮੇਸ਼ਾ ਲਿਖ ਲਈਏ ਤਾਂ ਕਿ ਉਹਦੇ ਤੇ ਸਟਿਕਡ ਰਹੀਏ, ਅਸੀਂ ਡਿਸਟਰੈਕਟ ਨਹੀਂ ਹੋਵਾਂਗੇ ਆਪਣੇ ਗੋਲ ਤੋਂ। It makes you answerable to yourself. This is very important ਕਿਉਂਕਿ ਹਮੇਸ਼ਾ ਸਾਨੂੰ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਸਕੂਲ ਵਿੱਚ ਅਸਾਈਨਮੈਂਟ ਮਿਲਦੀ ਸੀ ਅਸੀਂ ਉਹਨੂੰ ਕੰਪਲੀਟ ਕਰਦੇ ਸੀ ਕਿਉਂਕਿ ਸਾਡੇ ਟੀਚਰ ਨੇ ਚੈੱਕ ਕਰਨੀ ਹੁੰਦੀ ਸੀ। ਸਾਨੂੰ ਆਪਣੀ ਇੰਪਰੂਵਮੈਂਟ ਦਾ ਉਦੋਂ ਨਹੀਂ ਪਤਾ ਸੀ, ਪਰ ਹੁਣ ਸਾਡੀ ਸਟੇਜ ਵੱਧ ਰਹੀ ਹੈ, ਅਸੀਂ ਵੱਡੇ ਹੋ ਰਹੇ ਹਾਂ, ਸਾਨੂੰ ਆਪਣੇ ਗੋਲਸ ਆਪਣੇ ਲਈ ਕੰਪਲੀਟ ਕਰਨੇ। ਹੁਣ ਜੇ ਮੈਂ 1 ਦਿਨ ਵਿੱਚ 1 ਟੈਸਟ ਕੰਪਲੀਟ ਕਰਨ ਦਾ ਟਾਰਗੇਟ ਲਿਆ ਤੇ ਉਹ ਮੈਂ ਆਪ ਕਰਨਾ ਹੈ, ਤੇ ਜਦੋਂ ਮੈਂ ਉਹਨੂੰ ਲਿਖੂੰਗੀ ਕਿ ਮੈਂ ਅੱਜ ਕੀਤਾ ਟੈਸਟ ਜਾਂ ਨਹੀਂ ਕੀਤਾ ਤੇ ਮੈਂ ਆਪਣੇ ਆਪ ਨੂੰ ਆਨਸਰੇਬਲ ਰਹੂੰਗੀ। ਮਤਲਬ ਏਦਾਂ ਹੋ ਜਾਏਗਾ ਕਿ ਮੈਂ ਆਪਣੇ ਆਪ ਨੂੰ ਚੈੱਕ ਕਰ ਰਹੀ ਹਾਂ ਤੇ ਮੇਰੇ ਸਿਰ ਤੇ ਇੱਕ ਡੰਡਾ ਹੈ ਜੋ ਕਿ ਮੇਰਾ ਆਪਣਾ ਹੀ ਹੈ, ਮੈਨੂੰ ਪਤਾ ਹੋਵੇ ਕਿ ਮੈਂ ਇਹ ਕੀਤਾ ਹੈ ਜਾਂ ਨਹੀਂ ਕੀਤਾ ਹੈ। It helps you to aim at a particular target, then gradually count your steps towards achieving it. ਜਿਵੇਂ ਮੈਂ ਪਹਿਲੇ ਵੀ ਦੱਸਿਆ ਕਿ ਅਸੀਂ ਇੱਕ ਟਾਰਗੇਟ ਲਿਖ ਲਿਆ ਤੇ ਜੋ ਆਪਣੇ ਸਟੈਪਸ ਲਿਖੇ ਸੀ ਉਹਨਾਂ ਨੂੰ ਕਿੰਨੇ ਕੰਪਲੀਟ ਹੋ ਗਏ ਆ ਉਹ ਕਾਊਂਟ ਕਰਨਾ ਹੈ ਕਿ ਅਸੀਂ ਕਿੰਨੇ ਅਚੀਵ ਕਰ ਲਏ ਆ ਤੇ ਕਿੰਨੇ ਹਲੇ ਹੋਰ ਬਾਕੀ ਹੈ। You can assess your progress and weaknesses at any time whenever you need to check it. ਹੁਣ ਜਦੋਂ ਮੇਰੇ ਕੋਲ ਡੇਲੀ ਦੀ ਡਾਇਰੀ ਬਣੀ ਹੋਏਗੀ ਤੇ ਫਿਰ ਮੈਨੂੰ ਇਹ ਪਤਾ ਹੋਏਗਾ ਕਿ ਮੈਂ ਉਸ ਦਿਨ ਕੀ ਕੀਤਾ ਸੀ ਤੇ ਉਸ ਦਿਨ ਕੀ ਮੇਰਾ ਰਹਿ ਗਿਆ ਤੇ ਮੇਰੇ ਕਿਸ ਰੀਜ਼ਨ ਕਰਕੇ ਉਹ ਰਹਿ ਗਿਆ, ਤੇ ਇਸ ਕਰਕੇ ਮੈਂ ਆਪਣੀ ਪ੍ਰੋਗਰੈਸ ਦਾ ਅਸੈਸ ਕਰ ਹੀ ਸਕਦੀ ਹਾਂ ਤੇ ਨਾਲ ਹੀ ਨਾਲ ਆਪਣੀ ਵੀਕਨੈਸ ਦਾ ਵੀ ਚੈੱਕ ਕਰ ਸਕਦੀ ਹਾਂ। ਅਸੀਂ ਅੱਗੇ ਵੀ ਗੱਲ ਕਰਾਂਗੇ ਇਸ ਬਾਰੇ ਕਿ ਵੀਕਨੈਸ ਨੂੰ ਚੈੱਕ ਕਰਕੇ ਫਿਰ ਉਹਨੂੰ ਹਮੇਸ਼ਾ ਓਵਰਕਮ ਕਰਨ ਦੇ ਤਰੀਕੇ ਵੀ ਲੱਭ ਸਕਣਗੇ। Just keep it organized and maintained at one place. ਜਿਵੇਂ ਕਿ ਇੱਕ ਡਾਇਰੀ ਵਿੱਚ ਲਿਖਣਾ ਸਭ ਤੋਂ ਬੈਸਟ ਹੁੰਦਾ ਹੈ, ਡੇਟ ਪਾ ਕੇ ਕਿ ਅਸੀਂ ਇਸ ਦਿਨ ਇਹ ਕੀਤਾ ਤੇ ਹੁਣ ਸਾਡਾ ਕੀ ਟੌਪਿਕ ਸੀ ਜੋ ਕਿ ਰਹਿ ਗਿਆ ਹੈ, ਕੀ ਅੱਜ ਕਰਨਾ ਹੈ। ਤੇ ਮਤਲਬ ਜਦੋਂ ਅਸੀਂ ਡੇਟ ਪਾ ਕੇ ਇੱਕ ਡਾਇਰੀ ਵਿੱਚ ਇੱਕੋ ਪਲੇਸ ਤੇ ਰੋਜ਼ ਦਾ ਲਿਖਾਂਗੇ ਤਾਂ ਉਹ ਇੱਕ ਆਰਗੇਨਾਈਜ਼ਡ ਵੇ ਨਾਲ ਸਾਡਾ ਮੈਨੇਜ ਹੋ ਪਾਏਗਾ। Ask yourself empowering questions.
ਜਦੋਂ ਅਸੀਂ ਆਪਣੇ ਆਪ ਨੂੰ ਅਸੈਸ ਕਰਨਾ ਹੈ ਜਾਂ ਇੰਟਰੋਸਪੈਕਟ ਕਰਨਾ ਹੈ, ਚੈੱਕ ਕਰਨਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਤੇ ਕਿੱਥੇ ਪਹੁੰਚੇ ਹਾਂ, ਤੇ ਕਦੇ ਵੀ ਸਾਨੂੰ ਆਪਣੇ ਆਪ ਨੂੰ ਡੀਮੋਟੀਵੇਟ ਕਰਨ ਵਾਲੇ ਕੁਐਸਚਨਸ ਨਹੀਂ ਪੁੱਛਣੇ। ਹਮੇਸ਼ਾ ਮਤਲਬ ਵਾਈ ਕੁਐਸਚਨਸ ਪੁੱਛਣ ਦੀ ਜਗ੍ਹਾ ਅਸੀਂ ਆਪਣੇ ਆਪ ਨੂੰ what ਕੁਐਸਚਨਸ ਪੁੱਛ ਸਕਦੇ ਹਾਂ। ਜਿਵੇਂ ਆਪਾਂ ਏਦਾਂ ਕਹੀਏ ਵਾਈ ਆਈ couldn't do it, ਇਹਦੇ ਬਜਾਏ ਸਾਨੂੰ ਇਹ ਸੋਚਣਾ ਚਾਹੀਦਾ ਹੈ what could I have done, why I couldn't do it ਨਹੀਂ, what could I have done if I would have done this। ਇਹਦੇ ਨਾਲ ਸਾਨੂੰ ਆਨਸਰ ਮਿਲੇਗਾ ਕਿ ਅਸੀਂ ਕਿੱਦਾਂ ਕਰ ਸਕਦੇ ਹਾਂ। ਸਾਨੂੰ ਆਪਣੇ ਆਪ ਨੂੰ ਸੋਚਣ ਤੇ ਮਜਬੂਰ ਹੋ ਜਾਵਾਂਗੇ, ਜਦਕਿ ਜੇ ਅਸੀਂ ਵਾਈ ਕੁਐਸਚਨ ਪੁੱਛਾਂਗੇ ਤਾਂ ਅਸੀਂ ਡੀਮੋਟੀਵੇਟ ਹੋ ਜਾਵਾਂਗੇ, ਤਾਂ ਸੌਰੀ ਫੀਲ ਕਰਾਂਗੇ ਤੇ ਸੋਚਾਂਗੇ ਕਿ ਅਸੀਂ ਤਾਂ ਕਰ ਹੀ ਨਹੀਂ ਪਾਏ। ਜੇ ਅਸੀਂ ਪ੍ਰੋਬਲਮ ਜਾਣ ਗਏ ਆ ਤੇ ਉਹਦਾ ਸੋਲੂਸ਼ਨ ਦਾ ਪਾਰਟ ਕਰੀਏ ਤੇ ਉਹ ਵਾਟ ਕੁਐਸਚਨਸ ਨਾਲ ਬਣ ਸਕਦੇ ਆ। ਜਿਵੇਂ ਕਿ ਇੱਥੇ ਇੱਕ ਐਗਜ਼ਾਮਪਲ ਦਿੱਤੀ ਹੈ, ਜੇ ਕਿਸੇ ਬੱਚੇ ਨੇ ਗਲਾਸ ਦਾ ਵਾਸ ਤੋੜ ਦਿੱਤਾ ਤਾਂ ਉਹਦੇ ਮਦਰ ਨੂੰ ਉਹਨੂੰ ਪੁੱਛ ਰਹੀ ਹੈ ਵਾਈ ਡਿਡ ਯੂ ਡੂ ਦੈਟ, ਇਹਦੀ ਬਜਾਏ ਉਹ ਇਹ ਵੀ ਪੁੱਛ ਸਕਦੀ ਹੈ what happened here, replacing the why question with what question। ਜੇ why question ਉਹਨਾਂ ਨੇ ਪੁੱਛਿਆ what did you do, why did you do that, why question, ਤਾਂ ਉਹ ਬੱਚਾ ਸੋਚੇਗਾ ਕਿ ਉਹਦੀ ਮਦਰ ਉਹਦੇ ਤੋਂ ਗੁੱਸਾ ਹੋ ਗਈ ਹੈ ਤੇ ਉਹ ਆਪ ਹੀ ਰੋਣ ਲੱਗ ਜਾਏਗਾ। ਇਨਸਟੈਡ ਜੇ ਉਹਨੇ ਪੁੱਛਿਆ ਹੁੰਦਾ ਕਿ what happened here, ਤਾਂ ਉਹਨੂੰ ਇੱਕ ਆਨਸਰ ਦੇਣ ਦਾ ਇੱਕ ਮੌਕਾ ਮਿਲਦਾ ਕਿ ਇੱਥੇ ਏਦਾਂ ਹੋਇਆ, ਬਾਲ ਲੱਗ ਗਈ ਤੇ ਫਿਰ ਉਹ ਗਿਰ ਗਿਆ। ਮਤਲਬ ਜੋ what questions ਹੈ ਉਹ ਸਾਡੇ ਵਿੱਚ ਇੱਕ ਮੋਟੀਵੇਸ਼ਨ ਜਗਾਉਂਦਾ ਹੈ ਤੇ ਐਮਪੈਥੀ ਐਂਡ ਕੰਪੈਸ਼ਨ ਦਾ ਵੀ ਡੀਪਰ ਲੈਵਲ ਜਨਰੇਟ ਕਰਦਾ। ਮਤਲਬ ਸਾਨੂੰ ਜਦੋਂ ਅਸੀਂ ਆਪਣੇ ਆਪ ਨੂੰ ਵੀ ਕੁਐਸਚਨ ਪੁੱਛੀਏ what question, ਤਾਂ ਆਪਣੇ ਆਪ ਨਾਲ ਹਮਦਰਦੀ ਹੁੰਦੀ ਹੈ ਕਿ ਅਸੀਂ ਕਰ ਸਕਦੇ ਹਾਂ ਤੇ ਉਹਦੇ ਲਈ ਅਸੀਂ ਵੇ ਲੱਭਦੇ ਹਾਂ। ਫੋਕਸ ਔਨ ਵੀਕ ਏਰੀਆਜ਼। ਹੁਣ ਜਦੋਂ ਅਸੀਂ ਆਪਣੇ ਆਪ ਨੂੰ ਅਸੈਸ ਕਰ ਰਹੇ ਹਾਂ, ਅਸੀਂ ਰੋਜ਼ ਲਿਖ ਰਹੇ ਹਾਂ ਕਿ ਅਸੀਂ ਕੀ ਕੀਤਾ। ਜਰਨਲਿੰਗ ਬਹੁਤ ਇੰਪੋਰਟੈਂਟ ਹੈ ਤੇ ਸਾਰੇ ਪੁਆਇੰਟਸ ਉਹਦੇ ਹੀ ਅਰਾਊਂਡ ਘੁੰਮਦੇ ਹਨ। ਜਦੋਂ ਤੱਕ ਸਾਨੂੰ ਇੱਕ ਰਿਟਨ ਵਿੱਚ ਪਤਾ ਨਹੀਂ ਹੈ ਕਿ ਅਸੀਂ ਕੀ ਕੀਤਾ ਹੈ ਤੇ ਕੀ ਸਾਨੂੰ ਕਰਨਾ ਚਾਹੀਦਾ, ਉਦੋਂ ਤੱਕ ਅਸੀਂ ਸਿਰਫ ਹਵਾ ਵਿੱਚ ਹੀ ਗੱਲ ਕਰ ਸਕਦੇ ਹਾਂ। ਤੇ ਜਦੋਂ ਸਾਨੂੰ ਆਪਾਂ ਸਭ ਕੁਝ ਲਿਖਿਆ ਹੋਇਆ ਹੈ ਕਿ ਸਾਡੇ ਕੀ ਗੋਲਸ ਹੈ, ਕੀ ਵੀਕਲੀ ਗੋਲ ਹੈ, ਕੀ ਮੰਥਲੀ ਗੋਲ ਹੈ, ਤੇ ਅਸੀਂ ਉਹਨੂੰ ਪੂਰਾ ਕੀਤਾ ਜਾਂ ਨਹੀਂ, ਉਹਦੇ ਨਾਲ ਅਸੀਂ ਇਹ ਚੈੱਕ ਕਰ ਸਕਦੇ ਹਾਂ ਕਿ ਸਾਡਾ ਵੀਕ ਏਰੀਆ ਕੀ ਰਹਿ ਗਿਆ। ਹੁਣ ਮੈਂ ਇੱਕ ਟੈਸਟ ਨਹੀਂ ਦੇ ਪਾਈ ਕਿਉਂਕਿ ਮੈਨੂੰ ਕਿਤੇ ਹੋਰ ਜਾਣਾ ਪੈ ਗਿਆ, ਫਿਰ ਉਹ ਸਾਡਾ ਵੀਕ ਏਰੀਆ ਆ ਜਾਏਗਾ ਕਿ ਮੈਂ ਬਾਕੀ ਡਿਸਟਰੈਕਸ਼ਨਸ ਨੂੰ ਬਾਕੀ ਡਿਸਟਰੈਕਸ਼ਨ ਨੂੰ ਛੱਡ ਕੇ ਆਪਣੇ ਗੋਲ ਤੇ ਹੀ ਧਿਆਨ ਦੇਵਾਂ। ਜੇ ਮੈਂ ਅਵੋਇਡ ਕਰ ਸਕਦੀ ਹਾਂ ਕਿਤੇ ਜਾਣਾ ਤੇ ਮੈਂ ਅਵੋਇਡ ਕਰਾਂ। ਚੈੱਕ ਵੇਅਰ ਯੂ ਆਰ ਲੈਕਿੰਗ, ਇਹ ਸਾਨੂੰ ਹੈਲਪ ਕਰਦਾ ਹੈ ਕਿ ਮੈਂ ਕਿੱਥੇ ਪਿੱਛੇ ਰਹਿ ਗਿਆ। ਹੁਣ ਜੇ ਮੈਂ ਟੈਸਟ ਵੀ ਅਟੈਂਪਟ ਕੀਤਾ, ਉਸ ਤੋਂ ਬਾਅਦ ਮੈਂ ਉਹਦਾ ਰਿਪੋਰਟ ਲਿਖਿਆ ਕਿ ਮੇਰਾ ਟੈਸਟ ਅੱਜ ਏਦਾਂ ਹੋਇਆ, ਤੇ ਜੇ ਟੈਸਟ ਅੱਛਾ ਨਹੀਂ ਹੋਇਆ ਤੇ ਮੈਂ ਆਪਣਾ ਰੀਜ਼ਨ what could I have done to improve it, ਇਹ ਰੀਜ਼ਨ ਲੱਭ ਸਕਦੀ ਹਾਂ ਕਿ ਮੈਂ ਕਿੱਥੇ ਪਿੱਛੇ ਰਹਿ ਗਈ। Make notes and finding techniques to overcome the weaknesses, ਏਦਾਂ ਹੀ ਨੋਟਸ ਮੇਨਟੇਨ ਕਰਨੇ ਹੈ ਐਂਡ ਵੀਕਨੈਸ ਕਿੱਥੇ ਰਹਿ ਗਈ ਉਹਨੂੰ ਓਵਰਕਮ ਕਰਨ ਦਾ ਸੋਲੂਸ਼ਨ ਵੀ ਨਾਲ ਅਸੀਂ ਲਿਖ ਸਕਦੇ ਹਾਂ, ਤਾਂ ਕਿ ਨੈਕਸਟ ਟਾਈਮ ਅਸੀਂ ਧਿਆਨ ਰੱਖੀਏ ਕਿ ਇਸ ਰੀਜ਼ਨ ਕਰਕੇ ਮੈਂ ਪਿੱਛੇ ਰਹਿ ਗਈ ਤੇ ਹੁਣ ਉਹਨੂੰ ਓਵਰਕਮ ਕਰਨ ਲਈ ਮੈਨੂੰ ਜੋ ਮਿਹਨਤ ਕਰਨੀ ਪੈਣੀ ਹੈ ਉਹਦੇ ਵਿੱਚ ਕੀ ਐਡ ਕਰਨਾ ਹੈ। ਚੈੱਕ ਯੂਰ ਪ੍ਰੋਗਰੈਸ ਫਰਮ ਟਾਈਮ ਟੂ ਟਾਈਮ। ਜਦੋਂ ਆਪਾਂ ਕੁਝ ਵੀ ਅਚੀਵ ਕਰ ਰਹੇ ਹਾਂ, ਜਿਵੇਂ ਹੁਣ ਅਸੀਂ ਇੱਕ ਮੰਥ ਬਾਅਦ ਆਪਣੀ ਮੰਥਲੀ ਪ੍ਰੋਗਰੈਸ ਚੈੱਕ ਕਰਨੀ ਹੋਵੇ, ਤਾਂ ਜੋ ਸਾਡਾ ਪਲਾਨ ਸੀ ਉਸ ਅਕੋਰਡਿੰਗ ਸਾਨੂੰ ਫੇਰ ਰਿਵਿਊ ਕਰਨਾ ਚਾਹੀਦਾ ਕਿ ਅਸੀਂ ਕੀ ਕੀਤਾ ਸੀ ਤੇ ਕੀ ਹੁਣ ਕਰਨਾ ਹੈ। ਤੇ ਜੋ ਰਹਿ ਗਿਆ ਵੀਕਨੈਸ, ਉਹ ਵੀ ਜਿਵੇਂ ਅਸੀਂ ਪਹਿਲੇ ਗੱਲ ਕੀਤੀ, check yourself so that you know where you want to go and where you actually are। ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਸੀਂ ਕਿੱਥੇ ਪਹੁੰਚ ਚੁੱਕੇ ਹੋ। ਜਿਵੇਂ ਅਸੀਂ ਇੱਕ ਸਫ਼ਰ ਤਿਆਰ ਕੀਤਾ ਹੋਇਆ ਹੈ, ਸਾਡੇ ਕੋਲ ਇੱਕ ਮੈਪ ਬਣਿਆ ਹੋਇਆ ਹੈ, ਐਸੇ ਸੇਮ ਉਸੇ ਤਰ੍ਹਾਂ ਜੋ ਮੈਪ ਬਣਿਆ, ਅਸੀਂ ਜੋ ਆਪਣਾ ਟਾਰਗੇਟ ਹੈ ਉਹਨੂੰ ਦੇਖ ਰਹੇ ਹਾਂ, ਫਿਰ ਅਸੀਂ ਚੈੱਕ ਕੀਤਾ ਕਿ ਅਸੀਂ ਕਿੱਥੇ ਤੱਕ ਪਹੁੰਚ ਗਏ ਹਾਂ। ਇਹ ਬਹੁਤ ਜ਼ਰੂਰੀ ਹੈ
ਤਾਂ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਕਿੱਥੇ ਜਾਣਾ ਹੈ। ਇੱਕ ਤਾਂ ਅਸੀਂ ਟਰੈਕ ਤੋਂ ਬਾਹਰ ਨਹੀਂ ਜਾਵਾਂਗੇ, ਦੂਜਾ ਸਾਨੂੰ ਆਪਣੇ ਐਫਰਟਸ ਨੂੰ ਸਿਸਟਮੈਟਾਈਜ਼ ਕਰਨ ਦਾ ਮੈਥਡ ਮਿਲ ਜਾਏਗਾ। Do efforts to make one step towards your goal। ਹੁਣ ਮੈਂ ਸੋਚ ਰਹੀ ਹਾਂ ਕਿ ਮੈਂ ਇਹ ਵਾਲਾ ਟੌਪਿਕ ਪੜ੍ਹਨਾ ਸਟਾਰਟ ਕਰੂੰਗੀ, ਲੇਕਿਨ ਮੈਂ ਕਰ ਨਹੀਂ ਰਹੀ, ਪ੍ਰੋਕ੍ਰਾਸਟੀਨੇਸ਼ਨ ਜਾਂ ਜੋ ਵੀ ਰੀਜ਼ਨ ਹੋਵੇ। ਇਸ ਲਈ do something for 2 minutes instead of thinking it for 2 hours। ਮੈਂ 2 ਘੰਟੇ ਤੋਂ ਸੋਚ ਰਹੀ ਹਾਂ ਕਿ ਮੈਂ ਇਹ ਟੌਪਿਕ ਕਰਨਾ ਹੈ, ਪਰ ਮੈਂ ਉਸ 2 ਘੰਟੇ ਸੋਚਣ ਵਿੱਚ ਹੀ ਵੇਸਟ ਕਰ ਰਹੀ। ਇਨਸਟੈਡ ਜੇ ਮੈਂ 2 ਮਿੰਟ ਦਾ ਐਫਰਟ ਕਰਕੇ ਉਹਨੂੰ ਸਟਾਰਟ ਕਰੂੰਗੀ ਤਾਂ ਸ਼ਾਇਦ ਮੈਂ ਉਹਨੂੰ ਅੱਛੀ ਤਰ੍ਹਾਂ ਖਤਮ ਕਰ ਸਕਾਂ। ਇਹਦੇ ਨਾਲ ਅਸੀਂ ਇੱਕ ਥੋੜਾ ਜਿਹੀ ਮਿਲਦੀ ਗੁਰਬਾਣੀ ਦੀ ਲਾਈਨ ਵੀ ਜੋੜ ਸਕਦੇ ਹਾਂ। ਚਰਨ ਸਰਨ ਗੁਰ ਏਕ ਪੈਂਡਾ ਚਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਸੀਂ ਜੇ ਇੱਕ ਸਟੈਪ ਗੁਰੂ ਵੱਲ ਵਧਾਵਾਂਗੇ ਤਾਂ ਉਹ ਆਪੇ ਸਾਨੂੰ ਕਰੋੜ ਸਟੈਪ ਆ ਕੇ ਵੀ ਲੈ ਜਾਏਗਾ। ਇਸੇ ਤਰ੍ਹਾਂ ਅਸੀਂ ਵੀ ਸਾਨੂੰ ਆਪਣੇ ਗੋਲ ਦੀ ਤਰਫ ਜੇ ਇੱਕ ਸਟੈਪ ਵੀ ਵਧਾਵਾਂਗੇ, ਐਫਰਟ ਇੰਨੀ ਜੀ ਵੀ ਕਰਾਂਗੇ ਤਾਂ ਵਾਹਿਗੁਰੂ ਆਪੇ ਸਾਡੀ ਹੈਲਪ ਕਰਕੇ ਸਾਨੂੰ ਉਹਨੂੰ ਕੰਪਲੀਟ ਕਰਨ ਦੀ ਤਾਕਤ ਦੇਗਾ। ਇੱਕ ਕੋਟੇਸ਼ਨ ਹੈ, ਮੈਂ ਇੰਕਲੂਡ ਨਹੀਂ ਕਰ ਪਾਈ। When you live today, being accountable for yesterday, today will be better because you would have taken the chance to know the activities and people who unmade and made your day and edit today's plans for the better। I repeat, when you live today, being accountable for yesterday, ਜਦੋਂ ਤੁਸੀਂ ਜੀ ਰਹੇ ਹੋ ਕੱਲ ਦੇ ਲਈ answerable ਹੋ ਆਪਣੇ ਆਪ ਨੂੰ, today will be better because you would have taken the chance to know your activities and people who made and unmade your day। ਜਦੋਂ ਤੁਸੀਂ ਆਪਣਾ ਪੁਰਾਣਾ ਕੱਲ ਦਾ ਆਪਣੀ ਨੌਲੇਜ ਨੂੰ, ਕੱਲ ਦੇ ਆਪਣੇ ਡੇ ਨੂੰ ਅਸੈਸ ਕਰਦੇ ਹੋ ਤਾਂ ਤੁਸੀਂ ਇੱਕ ਚਾਂਸ ਲੈ ਰਹੇ ਹੋ ਆਪਣੀ ਐਕਟੀਵਿਟੀਜ਼ ਤੇ ਉਹ ਜਾਣਿਆਂ ਨੂੰ ਸੋਚਣ ਬਾਰੇ ਜਿਨ੍ਹਾਂ ਨੇ ਤੁਹਾਨੂੰ ਅੱਗੇ ਲਿਜਾਂਦਾ ਜਾਂ ਜਿਨ੍ਹਾਂ ਨੇ ਤੁਹਾਨੂੰ ਪਿੱਛੇ ਲਿਜਾਂਦਾ, ਜੋ ਕੀ ਐਕਟੀਵਿਟੀਜ਼ ਤੁਹਾਨੂੰ ਪ੍ਰਮੋਟ ਕਰ ਰਹੀ ਸੀ ਤੇ ਕੀ ਐਕਟੀਵਿਟੀਜ਼ ਤੁਹਾਨੂੰ ਪਿੱਛੇ ਖਿੱਚ ਰਹੀ ਸੀ। ਐਂਡ ਐਡਿਟ ਟੂਡੇਜ਼ ਪਲਾਨਸ ਫॉर द ਬੈਟਰ। ਇਹ ਤੁਹਾਨੂੰ ਕੀ ਹੈਲਪ ਕਰੇਗਾ ਐਡਿਟ ਕਰਨ ਲਈ, ਜੋ ਕੱਲ ਦਾ ਪਲਾਨ, ਜੋ ਅੱਜ ਲਈ ਜੋ ਤੁਸੀਂ ਪਲਾਨ ਕਰ ਰਹੇ ਹੋ ਉਹ ਤੁਸੀਂ ਚੇਂਜ ਕਰ ਸਕਦੇ ਹੋ according to what you have learned from yesterday। ਇੱਕ ਹੋਰ ਹੈ ਜੀ, if you just think about yourself, you can assess one track, but if you think about others, you can assess many tracks। ਜਦੋਂ ਅਸੀਂ ਸਿਰਫ ਆਪਣੇ ਲਈ ਇੱਕ ਗੋਲ ਸੈੱਟ ਕਰਦੇ ਹਾਂ ਤਾਂ ਅਸੀਂ ਇੱਕ ਚੀਜ਼ ਹੀ ਅਚੀਵ ਕਰ ਸਕਦੇ ਹਾਂ, ਬਟ ਜਦੋਂ ਅਸੀਂ ਇਹ ਸੋਚ ਕੇ ਚੱਲੀਏ ਕਿ ਅਸੀਂ ਇਹ ਗੋਲ ਅਚੀਵ ਕਰਕੇ ਕਿਸੇ ਦਾ ਕਿੱਦਾਂ ਫਾਇਦਾ ਕਰ ਸਕਦੇ ਹਾਂ ਤਾਂ ਸ਼ਾਇਦ ਸਾਨੂੰ ਹੋਰ ਵੀ ਬਹੁਤ ਸਾਰੇ ਬੈਨੀਫਿਟਸ ਮਿਲ ਜਾਣ। ਜੇ ਅਸੀਂ ਇਹ ਸੋਚੀਏ ਕਿ ਕਿਸ ਤਰ੍ਹਾਂ ਸਾਰਿਆਂ ਦਾ ਬੈਨੀਫਿਟ ਹੋ ਜਾਏ ਤਾਂ ਉਹ ਸਾਰਿਆਂ ਵਾਸਤੇ ਇੱਕ ਬੈਨੀਫੀਸ਼ੀਅਲ ਪਲਾਨ ਬਣ ਜਾਂਦਾ ਤੇ ਸਾਨੂੰ ਸਿਰਫ ਇੱਕ ਗੋਲ ਨਹੀਂ, ਇੱਕ ਗੋਲ ਦੇ ਨਾਲ ਨਾਲ ਕਿੰਨੇ ਸਾਰੇ ਗੋਲਸ ਅਚੀਵ ਕਰਨ ਵਿੱਚ ਹੈਲਪ ਕਰਦਾ ਹੈ। ਕਿਸੇ ਦੇ ਕੋਈ ਵਿਚਾਰ ਹੋਣ ਇਸ ਟੌਪਿਕ ਤੇ? ਮੈਨੂੰ ਤੁਹਾਡਾ ਉਹ ਪੁਆਇੰਟ ਬੜਾ ਵਧੀਆ ਲੱਗਿਆ ਕਿ ਵਾਈ ਕੁਐਸਚਨਸ ਦੀ ਜਗ੍ਹਾ ਵਾਟ ਕੁਐਸਚਨਸ ਪੁੱਛੀਏ। ਜਿਵੇਂ ਨਾ ਇੱਕ ਮੈਂ ਐਗਜ਼ਾਮਪਲ ਦੇਖੀ ਸੀਗੀ ਕਿ ਇਸ ਤਰ੍ਹਾਂ ਆਪਣੇ ਆਪ ਨੂੰ ਪੁੱਛਣ ਦੀ ਬਜਾਏ ਵੀ ਇਸ ਸਾਲ ਤੂੰ ਕਿਉਂ ਨਹੀਂ ਕੁਝ ਜ਼ਿਆਦਾ ਕਰ ਪਾਇਆ, ਇਸ ਤਰ੍ਹਾਂ ਦਾ ਕੁਐਸਚਨ ਪੁੱਛੀਏ ਕਿ ਇਸ ਸਾਲ ਤੁਸੀਂ ਕੀ ਕੀਤਾ। ਹੁਣ ਉਹ ਲਿਸਟ ਵਿੱਚ ਜੇ ਥੋੜੀਆਂ ਚੀਜ਼ਾਂ ਆਈਆਂ ਨੇ ਤੇ ਆਪਣੇ ਆਪ ਹੀ ਤੋਂ ਆ ਜਾਏਗਾ ਕਿ ਮੈਂ ਜ਼ਿਆਦਾ ਨਹੀਂ ਕੀਤਾ, ਪਰ ਉਹਦੇ ਨਾਲ ਇੱਕ ਮੇਰੇ ਕੋਲ ਲਿਸਟ ਤੇ ਆ ਜਾਏਗੀ ਵੀ ਇਹ ਕੰਮ ਕੀਤੇ ਨੇ। ਇਹ ਬੜਾ ਵਧੀਆ ਮੈਨੂੰ ਪੁਆਇੰਟ ਲੱਗਿਆ। हाँ जैसिका, बहुत प्यारा बेटा, your session is really very 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 marvelous।
Thank you so ਤੁਸੀਂ much. 4 points ਦੱਸਿਆ ਨਾ, journaling, ask yourself, focus and check your progress. I think these 4 points are the most important points for a success of anybody. ਜਿਹੜੀ ਇੰਦਰਪਾਲ ਜੀ ਨੇ ਗੱਲ ਕਹੀ ਕਿ why is demotivating and what is Motivate. a great path is very really great path for success. But still ਜਿਹੜੀ ਤੁਸੀਂ ਇੱਕ ਗੱਲ ਕਹੀ ਲਾਸਟ ਕਿ do something for 2 minutes instead of thinking for 2 hours. Yes. ਬਹੁਤ ਵਧੀਆ, ਸ਼ਾਬਾਸ਼ ਬੇਟਾ। ਕਈ ਵਾਰੀ ਨਾ ਅਸੀਂ ਬਹੁਤ ਦੇਰ ਸੋਚਦੇ ਰਹਿੰਦੇ, ਮੈਂ ਕੁਛ ਲਿਖਾਂ। ਅਗਰ ਤੁਸੀਂ ਪੈਨ 'ਚ ਇੱਕ ਲਾਈਨ ਲਿਖ ਲੈਣਾ ਨਾ, ਫਿਰ ਬਾਕੀ ਸਾਰੀਆਂ ਲਾਈਨਾਂ ਆਪਣੇ ਆਪ ਪਿੱਛੇ ਆ ਜਾਂਦੀਆਂ। ਵੈਰੀ ਗੁੱਡ। ਇਹ ਸਾਰੇ ਕੰਮ ਵਿੱਚ ਨਾ ਇਹ ਚੀਜ਼ ਸਾਡੇ ਨਾਲ ਘਟਦੀ ਹੈ ਕਿ ਅਸੀਂ ਬਹੁਤ ਦੇਰ ਸੋਚਦੇ ਰਹਿੰਦੇ ਹਾਂ। ਅਗਰ ਅਸੀਂ ਆਪਣਾ ਔਜ਼ਾਰ ਤਿੱਖਾ ਕਰ ਰਹੇ ਹਾਂ ਕਿਸੇ ਚੀਜ਼ ਨੂੰ ਕੱਟਣ ਵਾਸਤੇ, ਤਾਂ ਅਸੀਂ ਉਹਨੂੰ ਹੀ ਕੰਮ ਕਹਿੰਦੇ ਹਾਂ। ਦੈਟ ਇਜ਼ ਨਾਟ ਪ੍ਰੋਕਾਸਟੀਨੇਸ਼ਨ, ਬਟ ਸਿਰਫ ਥਿੰਕ ਕਰਨਾ ਕਿ ਮੈਂ ਕਰਨਾ, ਉਹ ਪਾਤਸ਼ਾਹ ਵੀ ਸਾਨੂੰ ਉਹਦੇ ਲਈ ਕਹਿੰਦੇ ਨੇ ਕਿ ਉਦਮ ਕਰ, ਉਦਮ ਨੂੰ ਸੋਚਣਾ। ਵੈਰੀ ਗੁੱਡ ਬੇਟਾ, ਸ਼ਾਬਾਸ਼, ਬਹੁਤ ਵਧੀਆ ਜੀ। ਥੈਂਕਸ ਫॉर योर so marvelous session. Thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੀ ਬੜਾ ਕਮਾਲ ਦਾ ਸੈਸ਼ਨ ਤੇ ਬੜੀਆਂ ਜ਼ਰੂਰੀ ਗੱਲਾਂ, ਬੜੇ ਇੰਪੋਰਟੈਂਟ ਪੁਆਇੰਟਸ ਜੋ ਜੈਸਿਕਾ ਕੌਰ ਜੀ ਨੇ ਸ਼ੇਅਰ ਕੀਤੇ ਨੇ। ਮੈਨੂੰ ਯਾਦ ਹੈ ਜਦੋਂ ਮੇਰੀ +2 ਹੁੰਦੀ ਸੀ ਤੇ ਜਿਹੜਾ ਉਹਨਾਂ ਨੇ ਜਰਨਲਿੰਗ ਦਾ ਪੁਆਇੰਟ ਸ਼ੇਅਰ ਕੀਤਾ ਹੈ, ਜਦੋਂ ਮੇਰੀ +2 ਸੀ, ਮੈਂ ਰੋਜ਼ ਤਾਂ ਨਹੀਂ ਲਿਖਦਾ ਸੀਗਾ ਕੋਈ ਡਾਇਰੀ, ਪਰ ਮੈਂ ਇੱਕ ਵੀਕਲੀ ਰਿਪੋਰਟ ਲਿਖਦਾ ਹੁੰਦਾ ਸੀਗਾ। ਉਹਦੇ ਨਾਲ ਇੱਕ ਤੇ ਅੱਜ ਵੀ ਮੇਰੀਆਂ ਵੀਕਲੀ ਰਿਪੋਰਟ ਸਾਂਭੀਆਂ ਪਈਆਂ ਨੇ, ਉਹ ਇੱਕ ਰਿਕਾਰਡ ਬਣ ਜਾਂਦਾ ਹੈ, ਤੁਹਾਡੀ ਇੱਕ ਡਾਕੂਮੈਂਟੇਸ਼ਨ ਹੋ ਜਾਂਦੀ ਹੈ, ਤੁਸੀਂ ਕਦੋਂ ਕੀ ਕੀਤਾ। ਫਿਰ ਉਸੇ ਨਾਲ ਹੀ ਨਾਲ ਤੁਹਾਨੂੰ ਹਮੇਸ਼ਾ ਰਹਿੰਦਾ ਹੈ ਵੀ ਜੇ ਮੈਂ ਇਸ ਹਫ਼ਤੇ ਪੜ੍ਹਾਈ ਨਾ ਕੀਤੀ ਤੇ ਮੈਂ ਵੀਕਲੀ ਰਿਪੋਰਟ ਵਿੱਚ ਕੀ ਲਿਖਾਂਗਾ, ਨਾ ਜੇ ਮੈਂ ਅੱਜ ਕੁਝ ਚੰਗਾ ਨਾ ਕੀਤਾ ਤੇ ਅੱਜ ਦੀ ਡਾਇਰੀ 'ਚ ਕੀ ਲਿਖਾਂਗਾ। ਸੋ ਦੋਨੋਂ ਇਹਦੇ ਫਾਇਦੇ ਹੈਗੇ ਨੇ। ਸੋ ਸਾਨੂੰ ਜ਼ਰੂਰ ਇਹ ਚਾਰੋਂ ਗੱਲਾਂ ਫੋਲੋ ਕਰਨੀਆਂ ਚਾਹੀਦੀਆਂ ਨੇ। ਇੱਕ ਵਾਰ ਫਿਰ ਤੋਂ ਥੈਂਕ ਯੂ ਸੋ ਮਚ ਜੈਸਿਕਾ ਕੌਰ ਜੀ। ਨੈਕਸਟ ਸੈਸ਼ਨ ਵੱਲ ਅਸੀਂ ਚੱਲਦੇ ਹਾਂ, ਜੋ ਕਿ ਲੈਣਗੇ ਏਕਤਾ ਦੀਦੀ ਮੈਂਟਲ ਐਬਿਲਿਟੀ ਤੇ ਉਸ ਤੋਂ ਬਾਅਦ ਜਸਕੀਰਤ ਸਿੰਘ ਜੀ ਤਿਆਰ ਰਹਿਣ। ਉਹਨਾਂ ਦਾ ਸੈਸ਼ਨ ਹੈ ਗੋਲਸ ਐਂਡ ਵਿਜ਼ਨ। ਏਕਤਾ ਦੀਦੀ ਹਾਂਜੀ ਪਲੀਜ਼ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅੱਜ ਆਪਣਾ ਮੈਂਟਲ ਐਬਿਲਿਟੀ ਸੈਸ਼ਨ ਕਰਾਂਗੇ ਜੀ। ਸੋ ਮੈਂ ਰਿਕੁਐਸਟ ਕਰਾਂਗੀ ਵੀਡੀਓ ਸ਼ੇਅਰ ਕਰ ਦਿਓ ਪੀਪੀਟੀ, ਔਰ ਸਭ ਨੂੰ ਰਿਕੁਐਸਟ ਹੈ ਕਿ ਆਪਣੇ ਨੋਟਬੁੱਕਸ और पेन्स रेडी रखना जी। ओके, सो साडा फर्स्ट क्वेश्चन इस वारी थोड़ा लेवल ठीक है, मीडियोकर है, पर थोड़ा मैथ्स है, तो तुसी ट्राई करना कि अगर उन्होंने इक्वेशन बना सको या फिर कोरिलेट कर सको कि कुछ एपी बन रही है। ठीक है, सो चलते हैं जी फर्स्ट क्वेश्चन वाल जी। सो क्वेश्चन 1 is 34 is related to 12 in the same way as 59 is related to what? 34 ਨੂੰ ਅਸੀਂ ਰਿਲੇਟ ਕਰ ਰਹੇ ਹਾਂ 12 ਨਾਲ, ਇਸੇ ਤਰ੍ਹਾਂ 59 ਕਿਸ ਤਰ੍ਹਾਂ ਰਿਲੇਟ ਹੋਏਗਾ ਜੀ? ਹਾਂਜੀ, ਆਪਸ਼ਨਸ ਤੁਹਾਡੇ ਕੋਲ ਹੈ ਜੀ 45, 38, 26 and 14। ਸੀ ਕਹਿ ਰਹੇ ਹੋ, ਠੀਕ ਹੈ ਜੀ। ਹੋਰ ए पार्ट, ਹਾਂਜੀ ਹੋਰ ਜੀ, ਹੋਰ ठीक है, ਹੋਰ जी अच्छा जी। सो जिन्हों का आंसर ए है वो सही है जी। जसविंदर कौर जी फर्स्ट सी जिन्होंने ऑप्शन ए सही किया। सो किस तरह है जी, जिवें असीं कह रहे हैं, पिछे कर दिओ एक मिनट, कि 3 4 जा 4 3 जा 12 लेंदे असीं, इसी तरह 9 5 जा 45। तो जेडे दो नंबर ने उन्हां दा जद मल्टीप्लाई करदे ते सानू सेम नंबर मिलदा है। जिवें 4 3 जा 12, इसी तरह 5 9 जा 45। ठीक है जी, सो ए ऑप्शन इज अ करेक्ट वन, 45। नेक्स्ट कर दियो सेकंड क्वेश्चन। हाँ जी, so what is the product of all the numbers in the dial pad of a phone?
ਜੋ ਅਸੀਂ ਫੋਨ ਵਿੱਚ ਡਾਇਲ ਪੈਡ ਯੂਜ਼ ਕਰਦੇ ਆ, ਅਗਰ ਅਸੀਂ ਉਹਨਾਂ ਸਾਰੇ ਨੰਬਰਸ ਦਾ ਇਨਟੂ ਕਰੀਏ, ਪ੍ਰੋਡਕਟ ਕਰੀਏ, ਤਾਂ ਕਿੰਨਾ ਆਨਸਰ ਆਣਾ ਚਾਹੀਦਾ ਜੀ? ਹਾਂਜੀ, ਕਿੰਨਾ ਆਨਸਰ ਆਣਾ ਚਾਹੀਦਾ ਜੀ? ਜੈਸਿਕਾ ਜੀ ਕਹਿ ਰਹੇ ਆ ਡੀ। ਓਕੇ, ਹੋਰ ਜੀ? ਬੀ ਪਾर्ट। नेक्स्ट जी डी। डी ठीक है जी। सो मोस्ट ऑफ द आंसर इज डी, दैट इज करेक्ट वन कि 0 होएगा, क्योंकि वन ऑफ द नंबर इन डायल पैड इज 0। तो 0 ਨਾਲ ਅਸੀਂ ਕੋਈ ਵੀ ਚੀਜ਼ ਮਲਟੀਪਲਾਈ ਕਰਾਂਗੇ, ਵੱਡੇ ਤੋਂ ਵੱਡਾ ਨੰਬਰ ਹੋਏ ਤਾਂ 0 ਹੀ ਹੋ ਜਾਂਦਾ ਹੈ। ਸੋ ਆਂਸਰ ਵਿਲ ਬੀ ਨਨ ਆਫ ਦ ਥੀਸ। ਠੀਕ ਹੈ ਜੀ, ਨੈਕਸਟ ਕਰ ਦਿਓ। ਓਕੇ, ਅਸੀਂ ਬਹੁਤ ਵਾਰੀ ਕੀਤਾ ਹੋਇਆ ਤੇ ਇਹਨੂੰ ਤੁਸੀਂ ਕਰ ਸਕਦੇ ਹੋ ਜੀ ਕਿ if military can be written as 1 2 3 2 4 5 6 7, then how can Timely be written in the same code? ਇਹ ਆਪਾਂ ਲਿਖਿਆ ਹੋਇਆ ਬਹੁਤ ਵਾਰੀ, ਤੁਸੀਂ ਕਰ ਸਕਦੇ ਹੋ। ਇੰਨਾ ਟਾਈਮ ਤਾਂ ਲੱਗਣਾ ਵੀ ਨਹੀਂ ਚਾਹੀਦਾ, ਆਪ ਜੀ ਸਭ ਨੇ ਕੀਤਾ ਹੋਇਆ ਹੈ। ਓਕੇ, ਹਿੰਟ ਫॉर ਦਿਸ ਕਿ ਜੋ ਮਿਲਟਰੀ ਵਿੱਚ ਜਿਹੜੇ ਨੰਬਰਸ ਨੇ ਤੁਸੀਂ ਉਹਨੂੰ ਟਿਮਲੀ ਵਿੱਚ ਰਿਪਲੇਸ ਕਰ ਦਿਓ। ਓਕੇ, ਜੈਸਿਕਾ ਨੇ ਲਿਖ ਦਿੱਤਾ, ਗੁੱਡ, ਬਹੁਤ ਅੱਛੀ ਸਪੀਡ ਹੈ। ठीक है जी। सो आंसर इज डी पार्ट 4 2 1 3 2। किस तरह आया जी? जिवें मिलिटरी दे नीचे ਅਸੀਂ ਉਹਦੇ ਸਾਰੇ ਨੰਬਰਸ ਲਿਖ ਦਿੱਤੇ, ਇਸ ਲਈ ਜਿਹੜਾ ਟੀ ਦੇ ਥੱਲੇ 4 ਆ ਗਿਆ, आई ਦੇ ਥੱਲੇ 2, एम ਦੇ ਥੱਲੇ 1, एल ਦੇ ਥੱਲੇ 3, आई ਦੇ ਥੱਲੇ 2। ठीक है जी, क्लियर है? ਕਿਤੇ ਡਾਊਟ ਹੋਏ ਤਾਂ ਆਪ ਜੀ ਪੁੱਛ ਸਕਦੇ ਹੋ ਜੀ। ਨੈਕਸਟ ਕਰ ਦਿਓ ਜੀ, ਥਰਡ ਕੁਐਸਚਨ ਤੇ ਚੱਲਦੇ ਆ। ਓਕੇ, ਚੂਜ਼ ਅ ਨੰਬਰ ਪੇਅਰ ਗਰੁੱਪ ਵਿਚ ਇਜ਼ ਡਿਫਰੈਂਟ ਫਰਮ ਅਦਰਸ। ਇਹਦੇ ਵਿੱਚੋਂ ਨੰਬਰ ਪੇਅਰ ਚੁਣੋ ਜਿਹੜਾ ਬਾਕੀਆਂ ਨਾਲੋਂ ਡਿਫਰੈਂਟ ਹੈ। ठीक है जी, होर ਇਹਦੇ ਵਿੱਚ ਛੋਟੀ ਜਿਹੀ ਟ੍ਰਿਕ ਹੈਗੀ ਹੈ। ਆਨਸਰ ਡੀ ਲਿਖ ਰਹੇ ਸਾਰੇ, ਬਟ ਇਟਸ ਰੋਂਗ। ਇਹਦੇ ਵਿੱਚ ਚਲੋ ਮੈਂ ਦੱਸ ਦਿੰਦੀ, ਕਿਉਂਕਿ ਅਸੀਂ ਪਹਿਲਾਂ ਕਦੇ ਨਹੀਂ ਕੀਤਾ। ਤਾਂ ਆਨਸਰ ਇਜ਼ ਸੀ। ਆਨਸਰ ਪਾਰਟ ਇਜ਼ ਸੀ 8 33। ਕਿਸ ਤਰ੍ਹਾਂ ਇਹ ਸੀਕੁਐਂਸ ਕਿੱਦਾਂ ਬਣਿਆ ਹੈ? ਜਿਵੇਂ ਇਨਟੂ 3 ਕਰਕੇ +1, ਜਿਵੇਂ 7 3s are 21 +1 22, 12 3s are 36 +1 37। इसी तरह 15 3s are 45 +1 46। तो 8 3s are ਇਹ ਗਲਤ ਹੋ ਰਿਹਾ ਇੱਥੇ, ਤਾਂ ਇਸ ਕਰਕੇ ਆਨਸਰ ਜੋ ਸੀ ਪਾਰਟ ਦਾ ਹੈ ਉਹ ਗਲਤ ਹੈ। ਆਪਸ਼ਨ ਸੀ ਇਜ਼ ਰੋਂਗ। ठीक है ना? तो एक किस तरह बना हुआ है? जो 7 3s are 21 +1 22। हाँ जी, दीक्षा आप जी दसना चाहते हो? ठीक है, आप जी ने अनम्यूट कर दो जी प्लीज। दीक्षा जी ने अनम्यूट कर दो, एक होर लॉजिक दसेंगे। मैडम स्क्रीन स्लाइड पीछे करोगे? स्लाइड पीछे कर दो जी। हाँ जी, हाँ जी, अगर आप लास्ट वाले तो डिफरेंस कर दिया, मतलब 22 चो 7 करांगे, 37 चो 12 करांगे, मतलब माइनस डिफरेंस 33 चो 8 करांगे, एवं मतलब लास्ट से सारे दा 5 5 आएगा। बट आप 46 चो 15 कर दिया तो लास्ट पे 1 आ रहा है, तो ये सी का नजर रीजन। हाँ, ਇਹ ਨਜ਼ਰ ਰੀਜ਼ਨ ਸੀ, ਪਰ ਇਹ ਇਹਦੇ ਵਿੱਚ ਨਹੀਂ ਬਣ ਰਿਹਾ, ਕਿਉਂਕਿ ਇਹਦੇ ਵਿੱਚ ਨਾ ਮੈਥਸ ਵਿੱਚ ਅਸੀਂ ਅਰਿਥਮੈਟਿਕ ਪ੍ਰੋਗਰੈਸ਼ਨ ਪੜ੍ਹਦੇ ਆ। ਇੱਕ ਜੀਪੀ ਹੁੰਦੀ ਹੈ, ਇੱਕ ਏਪੀ ਹੁੰਦੀ ਹੈ, ਹਾਇਰ ਕਲਾਸਿਸ ਵਿੱਚ ਜਾ ਕੇ ਪੜਾਂਗੇ ਤਾਂ ਉਹਦੇ ਵਿੱਚ ਜਿੱਦਾਂ ਸੀਕੁਐਂਸ ਬਣ ਰਿਹਾ ਹੁੰਦਾ ਹੈ ਉਹਦੇ ਅਕੋਰਡਿੰਗ ਅਸੀਂ ਚੈੱਕ ਕਰਦੇ ਆ। ਸੋ ਇਹਦਾ ਜੋ ਮੈਥਸ ਦੇ ਅਕੋਰਡਿੰਗ ਸੀਕੁਐਂਸ ਬਣ ਰਿਹਾ ਹੈ ਉਹ 7 3s ਆ और +1, इस तरह सीक्वेंस बन रहा है तीनों। अगर देखा जाए तो सिर्फ ऐसा नंबर 8 है, 8 और 33 जेड़ा ओदे च नहीं फिट बैठ पा रहा, ता करके इसनु अलग कर रहे हैं। ठीक है जी, सो नेक्स्ट कर दियो जी। ओके, फिफ्थ इज कि if the day before yesterday was Thursday, when will be Sunday? कल तो पहला अगर थर्सडे सीगा तो संडे कद होएगा जी? ए पार्ट। ठीक है जी, होर नेक्स्ट। ठीक है जी, आंसर इज ए पार्ट, क्योंकि अगर मैं कहवा कल तो पहला थर्सडे सी तो कल की हो गया फ्राइडे, आज सैटरडे हो गया, तो अगर मैं कल की गल करा टुमारो दी तो संडे होएगा। ठीक है जी, नेक्स्ट कर दियो जी।
ਹੁਣ ਇਹ ਵੈਲਿਊ ਬੇਸਡ ਕੁਐਸਚਨ ਨੇ ਦੋ ਲਾਸਟ ਵਿੱਚ ਅਸੀਂ ਇਹ ਡਿਸਕਸ ਕਰਾਂਗੇ ਸੋ ਮੇਬੀ ਆਪਾਂ ਸਾਰਿਆਂ ਨੂੰ ਪਤਾ ਹੀ ਇਹਦਾ ਆਨਸਰ ਕੀ ਹੈ ਪਰ ਫਿਰ ਵੀ ਅਸੀਂ ਡਿਸਕਸ ਕਰ ਲੈਂਦੇ ਆ ਸੋ ਕਹਿੰਦੇ ਇਫ ਇਨ ਦ ਐਗਜ਼ਾਮੀਨੇਸ਼ਨ ਹਾਲ ਯੂ ਫਾਈਂਡ that the question paper is too tough to be answered satisfactorily by you, the best thing to do for you is to option A है कि tell the examiner that the questions are out of course. B part provoke the candidates to walk out of the examination hall. C part try to know something from your neighbor. D part try to solve the question as much as you know with the cool head. हाँ जी ਜੀ ਸੋ ਸਾਰਿਆਂ ਦੇ ਵੈਲਿਊ ਬੇਸ ਬਿਲਕੁਲ ਸਹੀ ਹੈ ਕਿ ਡੀ ਪਾਰਟ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹਦਾ ਸਾਡੇ ਤੋਂ ਹੋ ਸਕਦਾ ਹੋਏਗਾ ਕੁਐਸਚਨ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਾਮ ਮਾਈਂਡ ਨਾਲ ਠੀਕ ਹੈ ਜੀ ਨੈਕਸਟ ਕਰ ਦਿਓ ਜੀ ਇਹਦਾ ਆਨਸਰ ਡੀ ਸੀ ਸੋ ਨੈਕਸਟ ਇਜ਼ ਲਾਸਟ 7th ਇਹ ਵੀ ਇੱਕ ਵੈਲਿਊ ਬੇਸਡ ਹੈ कि you are in the bus reaches your stop but still you have not purchased the ticket because of heavy rush what will you do to jump out quickly to avoid embarrassment. Second part, call the conductor, give him the money and get the ticket. C part, hand the money to someone sitting nearby to give it to the conductor. D part, give the money to the driver. जी B parts क्योंकि सानू क्या गया है कि ਅਸੀਂ ਇਮਾਨਦਾਰੀ ਰੱਖਣੀ ਹੈ ਤਾਂ ਅਸੀਂ ਕੀ ਕਰਾਂਗੇ ਕੰਡਕਟਰ ਨੂੰ ਆਵਾਜ਼ ਲਗਾਵਾਂਗੇ ਪੈਸੇ ਫੜਾਵਾਂਗੇ ਤੇ ਆਪਣੀ ਟਿਕਟ ਲਵਾਂਗੇ ਭਾਵੇਂ ਸਾਡਾ ਸਟੇਸ਼ਨ ਆ ਗਿਆ ਹੋਵੇ ਠੀਕ ਹੈ ਜੀ ਸੋ ਹੇਅਰ ਦ ਐਂਡ ਆਫ ਮਾਈ ਸੈਸ਼ਨ ਹੋਪ ਤੁਹਾਨੂੰ ਸਭ ਨੂੰ ਅੱਛਾ ਲੱਗਿਆ ਹੋਏ ਤਾਂ ਅਸੀਂ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਏਕਤਾ ਦੀਦੀ ਅੱਜ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਮੈਂਟਲ ਐਬਿਲਿਟੀ ਵਿੱਚ ਜ਼ਰੂਰੀ ਨਹੀਂ ਕਿ ਠੀਕ ਦਿਸਣ ਵਾਲਾ ਆਨਸਰ ਠੀਕ ਹੋਵੇ ਜਿਵੇਂ 722 ਦੇ ਨਾਲ 8:33 ਬੜਾ ਸੋਹਣਾ ਦਿਖ ਰਿਹਾ ਸੀਗਾ ਪਰ ਉਹ ਦੇਖਣ ਨੂੰ ਠੀਕ ਸੀਗਾ ਪਰ ਅਸਲ ਦੇ ਵਿੱਚ ਠੀਕ ਨਹੀਂ ਸੀਗਾ ਸੋ ਇਹ ਟ੍ਰਿਕ ਕਦੀ ਕਦੀ ਕੰਮ ਆਉਂਦੀ ਹੈ ਵੀ ਆਨਸਰ ਠੀਕ ਦਿਖ ਰਿਹਾ ਹੈ ਤੇ ਚੱਲ ਜਾਏਗਾ ਸੋ ਥੈਂਕ ਯੂ ਸੋ ਮਚ ਜੀ ਅਸੀਂ ਅਗਲੇ ਸੈਸ਼ਨ ਤੇ ਚੱਲਦੇ ਹਾਂ ਜੋ ਕਿ ਲੈਣਗੇ ਜਸਕੀਰਤ ਸਿੰਘ ਜੀ ਤੇ ਉਹਨਾਂ ਦਾ ਟੌਪਿਕ ਹੈ ਵਿਜ਼ਨ ਐਂਡ ਗੋਲਸ ਜਸਕੀਰਤ ਸਿੰਘ ਜੀ 9th ਕਲਾਸ ਦੇ ਸਟੂਡੈਂਟ ਨੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਕਰੀਨ ਵੀਰ ਜੀ ਸ਼ੇਅਰ ਕਰ ਦਿਓ ਜੀ 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 ਸੋ ਹੁਣ ਸਭ ਤੋਂ ਪਹਿਲਾ ਮੀਨਿੰਗ ਹੈ ਕਿ ਵਿਜ਼ਨ ਤੇ ਗੋਲ ਹੁੰਦਾ ਹੈ ਸੋ ਪਹਿਲਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਪਹਿਲਾਂ ਇੱਕ ਵਾਰੀ ਚੈਟ ਦੇ ਵਿੱਚ ਸ਼ੇਅਰ ਕਰ ਦਿਓ ਜੀ ਕਿ ਵਿਜ਼ਨ ਤੇ ਗੋਲਸ ਤੁਹਾਡੇ ਮੁਤਾਬਿਕ ਕੀ ਹੈ ਜੀ जी नेक्स्ट स्लाइड कर दो जी तब तक ਅਸੀਂ ਦੇਖ ਲੈਣੇ ਸੋ ਵਿਜ਼ਨ ਹੈਗਾ ਹੈ ਜੀ ਐਕਟ ਆਫ ਪਾਵਰ ਆਫ ਸੀਇੰਗ ਵਿਦ ਦੀ ਆਈਜ਼ ਸੋ ਇੱਕ ਦੇ ਵਿਜ਼ਨ ਦਾ ਇੱਕ ਮਤਲਬ ਹੈ ਕਿ ਅਸੀਂ ਅੱਖਾਂ ਨਾਲ ਜਿਹੜਾ ਦੇਖਦੇ ਹਾਂ ਇੱਕ ਹੋਰ ਮੀਨਿੰਗ ਹੁੰਦਾ ਹੈ ਜਿਹੜਾ ਕਿ ਅਸੀਂ ਡ੍ਰੀਮ ਕਰਦੇ ਆ ਤੇ ਜਾਂ ਫਿਰ ਅਸੀਂ ਕੁਛ ਆਪਣੇ ਮਨ ਜਿਹੜਾ ਮਨ ਹੁੰਦਾ ਹੈ ਉਹ ਇੱਕ ਹਿਸਾਬ ਦਾ ਸਾਨੂੰ ਵਿਜ਼ਨ ਦਿਖਾਉਂਦਾ ਹੈ ਤੇ ਜਾਂ ਫਿਰ ਆਪਾਂ ਆਪਣੀਆਂ ਜਿਹੜੀਆਂ ਸੋਚਾਂ ਵਿੱਚ ਡੁੱਬੇ ਹੁੰਦੇ ਆ ਉਹਨੂੰ ਵੀ ਵਿਜ਼ਨ ਕਹਿ ਸਕਦੇ ਜੀ ਜਿੱਦਾਂ ਕਿ ਚੈਟ ਦੇ ਵਿੱਚ ਵੀ ਆ ਗਿਆ ਜੀ ਵਿਜ਼ਨ ਇਜ਼ ਐਬਿਲਿਟੀ ਆਫ ਜੀ ਬਿਲਕੁਲ ਠੀਕ ਜੀ ਕਿ ਜਿਹੜਾ ਵਿਜ਼ਨ ਹੈ ਸਾਡੇ ਐਬਿਲਿਟੀ ਹੈਗੀ ਹੈ ਆਪਣੇ ਡ੍ਰੀਮ ਨੂੰ ਅਚੀਵ ਜੀ ਕਿ ਗੋਲ ਸਾਡੇ ਜਿਹੜੇ ਹੈਗੇ ਆ ਮੋਟੀਵੇਸ਼ਨਲ ਜਿੱਦਾਂ ਕਿ ਜੇ ਅਸੀਂ ਗੋਲ ਪ੍ਰਾਪਤ ਕਰਨੇ ਤੇ ਸਾਨੂੰ ਮੋਟੀਵੇਸ਼ਨ ਤੇ ਚਾਹੀਦੀ ਨੈਕਸਟ ਸਲਾਈਡ ਕਰ ਦਿਓ ਜੀ ਸੋ ਹੁਣ ਆਪਾਂ ਵੇਖ ਲਿਆ ਕਿ ਵਿਜ਼ਨ ਕੀ ਸੀ ਹੁਣ ਅਸੀਂ ਨੈਕਸਟ ਸਲਾਈਡ ਤੇ ਵੇਖਾਂਗੇ ਜੀ ਗੋਲਸ ਕੀ ਸੋ ਗੋਲਸ ਜਿਹੜੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੀ ਲਾਈਫ ਦੇ ਵਿੱਚ ਅਚੀਵ ਕਰਨੀਆਂ ਹੁੰਦੀਆਂ ਜਿਹੜਾ ਸਾਡਾ ਏਮ ਹੁੰਦਾ ਡਿਜ਼ਾਇਰ ਵਿਸ਼ ਕਿ ਅਸੀਂ ਆ ਚੀਜ਼ ਪ੍ਰਾਪਤ ਕਰਨੀ ਆਪਣੀ ਲਾਈਫ ਦੇ ਵਿੱਚ ਤੇ ਇਹਨੂੰ ਕਹਿੰਦੇ ਆ ਗੋਲਸ ਸੋ ਗੋਲਸ
ਕਈ ਤਰ੍ਹਾਂ ਦੇ ਹੋ ਸਕਦੇ ਆ, ਇੱਕ ਲੌਂਗ ਟਰਮ ਗੋਲਸ ਤੇ ਸ਼ਾਰਟ ਟਰਮ ਗੋਲ, ਦੋ ਤਰ੍ਹਾਂ ਦੇ ਹੁੰਦੇ ਜਿੱਦਾਂ ਕਿ। ਸੋ ਇੱਕ ਇਹਦੀ ਬੜੀ ਸੋਹਣੀ ਫੁੱਲ ਫਾਰਮ ਹੈਗੀ ਸੀ, ਗੈਟ ਓਪਰਚੁਨਿਟੀ ਅਟੈਂਡ ਲੀਡਰਸ਼ਿਪ, ਕਿ ਸਾਨੂੰ ਆਪਣੀ ਆਪਾਂ ਜੇ ਆਪਾਂ ਓਪਰਚੁਨਿਟੀ ਨੂੰ ਆਪਾਂ ਜੇ ਲੱਭ ਲਈਏ ਤੇ ਉਹਨੂੰ ਆਪਾਂ ਹਾਸਿਲ ਕਰ ਲਈਏ ਤੇ ਫਿਰ ਅਸੀਂ ਇੱਕ ਹਿਸਾਬ ਦੀ ਲੀਡਰਸ਼ਿਪ ਕਰ ਸਕਦੇ। ਸੋ ਹੁਣ ਅਸੀਂ ਇੱਥੇ ਦੇਖ ਲਿਆ। ਸੋ ਹੁਣ ਆਪਾਂ ਵੇਖਦੇ ਹਾਂ ਉਹ 'ਚ ਰਿਲੇਸ਼ਨ ਕੀ ਹੈ। ਸੋ ਜੇ ਆਪਾਂ ਆਪਣੀ ਜ਼ਿੰਦਗੀ 'ਚ ਸਫਲਤਾ ਪਾਉਣਾ ਚਾਹੁੰਦੇ ਹਾਂ ਤੇ ਸਾਨੂੰ ਇੱਕ ਹਿਸਾਬ ਦਾ ਪਹਿਲਾਂ ਸਭ ਤੋਂ ਵੱਡਾ ਹੈਗੀ ਗੱਲ ਕਿ ਵਿਜ਼ਨ ਸਾਨੂੰ ਆਪਣਾ ਰੱਖਣਾ ਚਾਹੀਦਾ, ਵੱਡਾ ਰੱਖਣਾ ਚਾਹੀਦਾ ਹੈ। ਜੇ ਅਸੀਂ ਵੱਡਾ ਵਿਜ਼ਨ ਰੱਖਾਂਗੇ ਤਾਂ ਹੀ ਆਪਾਂ ਸਫਲਤਾ ਤੱਕ ਪਹੁੰਚ ਸਕਦੇ ਹਾਂ। ਸੋ ਸਭ ਤੋਂ ਪਹਿਲਾ ਸਟੈਪ ਅਸੀਂ ਵਿਜ਼ਨ ਚੁਣਨਾ ਹੈ, ਫਿਰ ਗੋਲਸ, ਕਿ ਆਪਾਂ ਕਿਹੜਾ ਗੋਲਸ ਸੈਟਿੰਗ ਕਿੱਦਾਂ ਕਿਸ ਤਰੀਕੇ ਨਾਲ ਕਰਦੇ ਹਾਂ। ਜਿੱਦਾਂ ਕਿ ਕਿੰਨੇ ਇਹੋ ਜਿਹੇ ਲੀਡਰਸ ਵੀ ਆਏ ਨੇ ਤੇ ਬਿਜ਼ਨਸਮੈਨ ਵੀ ਆਏ ਨੇ ਜਿਹੜੇ ਕਿ ਉਹਨਾਂ ਨੇ ਆਪਣਾ ਵਿਜ਼ਨ ਜਿਹੜਾ ਵੱਡਾ ਰੱਖਿਆ। ਸੋ ਇੱਕ ਹਿਸਾਬ ਦਾ ਜੇ ਆਪਾਂ ਵੱਡਾ ਵਿਜ਼ਨ ਰੱਖਾਂਗੇ ਤੇ ਅਸੀਂ ਆਪਣੀ ਲਾਈਫ 'ਚ ਉਨੀ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਸੋ ਇੱਕ ਵਿਜ਼ਨ ਹੋ ਗਿਆ, ਗੋਲ। ਹੁਣ ਇੱਕ ਵਿਜ਼ਨ ਤੇ ਗੋਲ ਤੇ ਹੋ ਸਕਦਾ ਤੇ ਹੁਣ ਆਪਾਂ ਉਹਦੀ ਸਟ੍ਰੈਟਜੀ ਬਣਾਉਣੀ ਹੈ ਕਿ ਅਸੀਂ ਕਿੱਦਾਂ ਵਿਜ਼ਨ ਤੇ ਗੋਲ ਨੂੰ ਆਪਾਂ ਪੂਰਾ ਕਰ ਸਕਦੇ ਹਾਂ। ਤੇ ਉਹਦੇ ਵਾਸਤੇ ਜੇ ਸਟ੍ਰੈਟਜੀ ਬਣਾਈ ਤੇ ਸਾਨੂੰ ਐਕਸ਼ਨ ਲੈਣੇ ਪੈਣੇ। ਸੋ ਇਹ 4 ਸਟੈਪਸ ਜਦੋਂ ਅਸੀਂ ਚੜ੍ਹ ਗਏ ਫਿਰ ਅਸੀਂ ਸਫਲਤਾ ਦੇ ਰਾਹ ਤੇ ਚੜ੍ਹ ਗਏ। ਜੀ ਨੈਕਸਟ ਸਲਾਈਡ। ਸੋ ਹੁਣ ਵਿਜ਼ਨ, ਮਿਸ਼ਨ ਤੇ ਗੋਲਸ। ਹੁਣ ਇਹ ਰਿਲੇਟਡ ਕਿੱਦਾਂ ਹੈ ਕਿ ਜਿਹੜਾ ਵਿਜ਼ਨ ਹੈ ਉਹ ਇੱਕ ਆਰਗੇਨਾਈਜੇਸ਼ਨ, ਇੱਕ ਪੀਪਲ ਨੂੰ ਕਰਦਾ ਹੈ ਕਿ ਹਾਂ ਕਿ ਅਸੀਂ ਆਪਣੇ ਫਿਊਚਰ ਦੇ ਵਿੱਚ ਕੀ ਵੇਖਣਾ ਚਾਹੁੰਦੇ ਹਾਂ ਆਪਣੇ ਆਪ ਨੂੰ, ਉਹ ਹੁੰਦਾ ਵਿਜ਼ਨ। ਜਿੰਨਾ ਸਾਡਾ ਵੱਡਾ ਵਿਜ਼ਨ ਹੋਏਗਾ ਉਨੇ ਆਪਾਂ ਜ਼ਿਆਦਾ ਅੱਗੇ ਖਲੋਵਾਂਗੇ, ਜਿੰਨਾ ਸਾਡਾ ਛੋਟਾ ਹੋਏਗਾ ਉਨੇ ਆਪਾਂ ਪਿੱਛੇ ਰਹਿ ਜਾਵਾਂਗੇ। ਸੋ ਸਾਨੂੰ ਇੱਕ ਹਿਸਾਬ ਦਾ ਵੱਡਾ ਵਿਜ਼ਨ ਦੇਖਣਾ ਚਾਹੀਦਾ। ਸੋ ਮਿਸ਼ਨ, ਜਿਹੜਾ ਕਿ ਮਿਸ਼ਨ ਹੈਗਾ ਹੈ ਉਹ ਹੈਗਾ ਹੈ ਕਿ ਪੀਪਲ ਜਾਂ ਆਰਗੇਨਾਈਜੇਸ਼ਨ ਹੁਣ ਪਾਸਟ ਦੇ ਵਿੱਚ ਕੀ ਉਹਦੀ ਹਿਸਟਰੀ ਕੀ ਸੀ ਤੇ ਹੁਣ ਕੀ ਕਰ ਕੀ ਰਹੀ ਹੈ। ਸੋ ਉਹਦਾ ਰੋਲ ਦੱਸਣਾ ਹੈ, ਰੋਲ ਜਿਹੜਾ ਪਲੇ ਕਿਹੜਾ ਕਰ ਰਹੀ ਹੈ ਸੋਸਾਇਟੀ 'ਚ, ਉਹਨੂੰ ਕਹਿੰਦੇ ਆ ਮਿਸ਼ਨ। ਸੋ ਮਿਸ਼ਨ ਵਿਜ਼ਨ ਇੱਕ ਰਿਲੇਟਡ ਟਰਮ ਹੈਗੀਆਂ ਹੈ ਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਆ ਜਾਂਦਾ ਹੈ ਗੋਲਸ। ਸੋ ਹੁਣ ਗੋਲਸ ਜਿਹੜੇ ਆ ਉਹ ਮੋਰ ਸਪੈਸੀਫਿਕ ਏਮ ਹੈ, ਹੋਰ ਚੰਗੀ ਤਰ੍ਹਾਂ ਮਤਲਬ ਕਿ ਚੰਗੀ ਤਰ੍ਹਾਂ ਦੇ ਡਿਜ਼ਾਇਰ ਹੈ ਕਿ ਹਾਂ ਉਹ ਕੀ ਕਰਨਾ, ਕੀ ਚਾਹੁੰਦੇ ਆ ਕਿ ਵਿਜ਼ਨ ਤੇ ਮਿਸ਼ਨ ਤੱਕ ਪਹੁੰਚ ਸਕੇ। ਸੋ ਉਹਨਾਂ ਦੇ ਗੋਲਸ ਹੈ ਕਿ ਆਪਾਂ ਵਿਜ਼ਨ ਤੇ ਪਹੁੰਚਣਾ ਹੈ ਤੇ ਸਾਡਾ ਕੀ ਗੋਲ ਹੋਏਗਾ, ਜਿੱਦਾਂ ਕਿ ਡੇਲੀ ਛੋਟੇ ਗੋਲਸ ਬਣਾ ਕੇ ਅਸੀਂ ਵੱਡੇ ਵਿਜ਼ਨ ਤੇ ਜਾਂ ਮਿਸ਼ਨ ਸਾਡਾ ਇਹ ਹੈ ਸੋ ਆਪਾਂ ਉੱਥੇ ਪਹੁੰਚਣਾ ਤੇ ਛੋਟੇ ਗੋਲਸ ਦੇ ਵਿੱਚ ਆਏਗਾ। ਸੋ ਇੱਕ ਬੜਾ ਵਧੀਆ ਕੋਟ ਮੈਨੂੰ ਲੱਗਿਆ ਸੀ, ਵਿਜ਼ਨ ਵਿਦਾਊਟ ਐਕਸ਼ਨ ਇਜ਼ ਅ ਡੇ ਡ੍ਰੀਮ, ਐਕਸ਼ਨ ਵਿਦਾਊਟ ਵਿਜ਼ਨ ਇਜ਼ ਅ ਨਾਈਟਮੇਅਰ। ਸੋ ਵਿਜ਼ਨ ਤੇ ਆਪਾਂ ਲੈ ਲਿਆ ਕਿ ਹਾਂ ਜੀ ਕਿ ਅਸੀਂ ਵਿਜ਼ਨ ਵੇਖਿਆ ਕਿ ਅਸੀਂ IAS ਬਣਨਾ ਹੈ ਨਾ। ਸੋ ਆਪਾਂ ਜੇ ਉਹਦਾ ਐਕਸ਼ਨ ਹੀ ਕਰਾਂਗੇ, ਪੜ੍ਹਾਂਗੇ ਨਹੀਂ, ਉਹਦੇ ਵੇਖਾਂਗੇ ਨਹੀਂ ਕਿ ਸਾਨੂੰ ਕਿਹੜਾ ਪੇਪਰ UPSC ਦਾ ਪੇਪਰ ਦੇਣਾ ਪੈਣਾ, ਸਾਨੂੰ ਇਹ ਨਹੀਂ ਪਤਾ ਕਿ ਆਪਾਂ ਕਿੱਦਾਂ ਦੇਵਾਂਗੇ, ਕਿ ਸਾਨੂੰ ਕੋਈ ਨੌਲੇਜ ਨਹੀਂ ਉਹਦੇ ਬਾਰੇ। ਸੋ ਉਹ ਇੱਕ ਹਿਸਾਬ ਦਾ ਡੇ ਡ੍ਰੀਮ ਹੈ ਕਿ ਹਾਂ ਆਪਾਂ ਸਵੇਰੇ ਸੁਪਨਾ ਲੈ ਰਹੇ ਤੇ ਜੇ ਐਕਸ਼ਨ ਵਿਦਾਊਟ ਵਿਜ਼ਨ ਕਿ ਜਿਹੜਾ ਐਕਸ਼ਨ ਹੈ ਜੇ ਅਸੀਂ ਉਹ ਬਿਨਾਂ ਕੋਈ ਵਿਜ਼ਨ ਤੇ ਆਪਾਂ ਜੇ ਕੋਈ ਵੀ ਕੰਮ ਕਰੀ ਜਾਈਏ ਤੇ ਫਿਰ ਉਹ ਵੀ ਜਾਂਦਾ ਹੈ, ਉਹ ਵੀ ਇੱਕ ਲੱਗਦਾ ਹੈ ਕਿ ਹਾਂ ਆਪਾਂ ਐਕਸ਼ਨ ਹੀ ਕਰ ਰਹੇ ਹਾਂ, ਕੋਈ ਸਾਡਾ ਵਿਜ਼ਨ ਤੇ ਹੈ ਨਹੀਂ, ਗੋਲਸ ਤੇ ਹੈ ਨਹੀਂ ਜੀ। ਸੋ ਨੈਕਸਟ ਸਲਾਈਡ ਕਰ ਜੀ। ਸੋ ਗੁਰੂ ਨਾਨਕ ਦੇਵ ਜੀ ਦੇ ਵਿੱਚ ਵੀ ਹੈਗਾ ਸੀ ਜੀ, ਉਹਨਾਂ ਦੇ ਵੀ ਇੱਕ ਵਿਜ਼ਨ ਹੈਗਾ ਸੀ ਕਿ ਨੇਚਰ ਆਫ ਅ ਗੋਡ, ਕਿ ਉਹ ਮਤਲਬ ਕਿ ਉਹ ਜਦੋਂ ਵੇਈ ਨਦੀ ਵਿੱਚ ਆਏ ਸੀ ਹੈਨਾ ਤੇ ਉਹਨਾਂ ਦਾ ਇੱਕ ਹਿਸਾਬ ਦਾ ਵਿਜ਼ਨ ਹੈਗਾ ਸੀ ਕਿ ਹਾਂ ਮੈਂ ਮਾਨਵ ਜਾਤੀ ਦਾ ਕਲਿਆਣ। ਸੋ ਉਹਨਾਂ ਨੇ ਉਹੀ ਕੀਤਾ। ਸੋ ਉਹਨਾਂ ਦਾ ਇੱਕ ਹਿਸਾਬ ਦਾ ਇੱਕ ਉਪਰਾਲਾ ਹੀ ਸੀ ਕਿ ਇੱਕ ਮੈਡੀਟੇਸ਼ਨ ਦੇ ਰਾਹ ਤੇ ਇੱਕ ਸਿੱਖਿਆ ਦੇ ਤਰੀਕੇ ਨਾਲ ਕਿ ਹਿਊਮਨ ਬੀਇੰਗਸ ਨੂੰ ਕਿੱਦਾਂ ਪਹੁੰਚਾਇਆ। ਸੋ ਇੱਕ ਗੁਰਬਾਣੀ ਫਰਮਾਨੀ ਹੈ, ਨੈਕਸਟ ਸਲਾਈਡ ਜੀ। मैं गरीब सच टेक तू मेरे सतगुर पूरे, देख तुम्हारे दर्शियो मेरा मन तूरे। ਸੋ ਇਹਦਾ ਲਿਟਰਲੀ ਮੀਨਿੰਗ ਹੈਗਾ ਹੈ ਕਿ ਜਿਹੜੇ ਗੁਰੂ ਨਾਨਕ, ਮੈਂ ਆਪਣਾ ਬੜਾ ਹੀ ਛੋਟਾ ਮੋਟਰਲ ਜਿਹਾ ਜੀਵ ਹਾਂ ਤੇ ਮੈਨੂੰ ਆਪਣੀ
ਆਪਣੇ ਵਿਜ਼ਨ ਨਾਲ ਗੁਰੂ ਜੀ ਮੈਨੂੰ ਆਪਣੇ ਵਿਜ਼ਨ ਨਾਲ ਬਲੈਸਡ ਕਰੋ, ਆਪਣੇ ਵਿਜ਼ਨ ਨਾਲ, ਜਿਹਦੇ ਨਾਲ ਕਿ ਮੈਂ ਸਫਲਤਾ ਦੇ ਰਾਹ ਤੇ ਜਾ ਸਕਾਂ। ਸੋ ਲਾਸਟ ਦੇ ਵਿੱਚ ਇਨ ਕੰਕਲੂਜਨ ਮੈਂ ਇਹੀ ਕਹਿਣਾ ਚਾਹਾਂਗਾ, ਵਿਜ਼ਨ ਸਾਨੂੰ ਫਿਊਚਰ ਵਾਸਤੇ ਆਊਟਲਾਈਨ ਦਿੰਦਾ ਹੈ। ਉਸ ਟਰੈਕ ਤੇ ਚੱਲਦੇ ਹੋਏ ਮਿਸ਼ਨ ਦੁਆਰਾ ਅਸੀਂ ਐਕਸ਼ਨ ਲੈ ਸਕਦੇ ਹਾਂ। ਸੋ ਇੱਕ ਹਿਸਾਬ ਦਾ ਜੇ ਅਸੀਂ ਜਿਹੜਾ ਵਿਜ਼ਨ ਹੈਗਾ ਉਹ ਸਾਨੂੰ ਫਿਊਚਰ ਦੀ ਆਊਟਲਾਈਨਿੰਗ ਦਿੰਦਾ ਹੈ ਕਿ ਹਾਂ ਕਿ ਆਪਾਂ ਫਿਊਚਰ ਦੇ ਵਿੱਚ ਕੀ ਹੋਣਾ ਹੈ, ਤੇ ਉਹ ਇੱਕ ਹਿਸਾਬ ਦਾ ਸਾਡਾ ਵਿਜ਼ਨ ਹੁੰਦਾ ਹੈ। ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਲੀਡਰਸ਼ਿਪ, ਟਾਈਮ ਮੈਨੇਜਮੈਂਟ ਅਤੇ ਹਾਰਡ ਵਰਕ ਕਰਕੇ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅਸੀਂ ਆਪਣੇ ਗੋਲਸ ਅਚੀਵ ਕਰ ਸਕਦੇ। ਸੋ ਇੱਕ ਹਿਸਾਬ ਦੇ ਸਾਨੂੰ ਆਪਣੀ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ, ਸਾਨੂੰ ਹਾਰਡ ਵਰਕ ਕਰਨਾ ਚਾਹੀਦਾ, ਟਾਈਮ ਮੈਨੇਜਮੈਂਟ, ਇੱਕ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ, ਇੱਕ ਪ੍ਰੋਪਰ ਗੋਲਸ ਸੈੱਟ ਕਰਨੇ ਚਾਹੀਦੇ ਅਤੇ ਸਾਨੂੰ ਇੱਕ ਹਿਸਾਬ ਦੀ ਲੀਡਰਸ਼ਿਪ ਆਉਣੀ ਚਾਹੀਦੀ ਹੈ ਵਿੱਚ। ਸੋ ਇਹਦੇ ਨਾਲ ਅਸੀਂ ਆਪਣੇ ਕਿੰਨੇ ਵਿਜ਼ਨ ਤੇ ਗੋਲਸ ਆਪਣੇ ਕੰਪਲੀਟ ਕਰ ਸਕਦੇ ਹਾਂ। ਸੋ ਇੰਡੀਆ ਕੋ ਬੇਨਤੀ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ, ਮਿਸ਼ਨ ਤੇ ਗੋਲ ਬੜੀਆਂ ਕੀ ਟਰਮਸ ਜਸਕੀਰਤ ਸਿੰਘ ਜੀ ਨੇ ਸਾਡੇ ਅੱਗੇ ਪੇਸ਼ ਕੀਤੀਆਂ ਨੇ। ਇੱਕ ਮਿਸ਼ਨ ਹੁੰਦਾ ਹੈ, ਇੱਕ ਵਿਜ਼ਨ ਹੁੰਦਾ ਹੈ, ਇੱਕ ਗੋਲ ਹੁੰਦਾ ਹੈ। ਤੇ ਮੈਂ ਸੋਚ ਰਿਹਾ ਸੀ ਵੀ ਮੇਰਾ ਮਿਸ਼ਨ ਕੀ ਹੈ, ਮੇਰਾ ਵਿਜ਼ਨ ਕੀ ਹੈ ਤੇ ਮੇਰਾ ਗੋਲ ਕੀ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ। ਇੱਕ ਐਗਜ਼ਾਮਪਲ ਕਿ ਮੇਰਾ ਮਿਸ਼ਨ ਹੋ ਸਕਦਾ ਹੈ ਕਿ ਜਿਹੜੀ ਮੈਂ ਕਲਾਸ ਵਿੱਚ ਹਾਂ ਉਹ ਕਲਾਸ ਵਿੱਚ ਟੋਪਰ ਬਣਨਾ ਜਾਂ ਉਹ ਕਲਾਸ ਇੰਨੇ ਨੰਬਰ ਲੈਣੇ, ਇਹ ਮਿਸ਼ਨ ਹੋ ਸਕਦਾ ਹੈ। ਉਹਦੇ ਲਈ ਗੋਲ ਹੋ ਸਕਦਾ ਹੈ ਵੀ ਕੱਲ ਇੰਨੇ ਘੰਟੇ ਪੜ੍ਹਾਈ ਕਰਨੀ ਹੈ ਨਾ। ਗੋਲ ਇੱਕ ਥੋੜੀ ਸਪੈਸੀਫਿਕ ਚੀਜ਼ ਹੁੰਦੀ ਹੈ, ਮਿਸ਼ਨ ਇੱਕ ਸਪੈਸੀਫਿਕ ਚੀਜ਼ ਹੁੰਦੀ ਹੈ ਪਰ ਇੱਕ ਵੱਡੇ ਲੈਵਲ ਤੇ। ਪਰ ਵਿਜ਼ਨ ਮੇਰਾ ਕੀ ਹੋਏਗਾ ਕਿ ਉਹ ਸਾਰਾ ਕੁਝ ਕਰਨ ਤੋਂ ਬਾਅਦ ਮੈਂ ਕੀ ਕਰਨਾ ਚਾਹੁੰਦਾ, ਉਹ ਸਾਰੇ ਦਾ ਕਿਸੇ ਨੂੰ ਕੀ ਫਾਇਦਾ ਹੋਏਗਾ ਜਾਂ ਮੈਨੂੰ ਕੀ ਫਾਇਦਾ ਹੋਏਗਾ, ਉਹ ਮੇਰਾ ਇੱਕ ਲੌਂਗ ਟਰਮ ਵਿਜ਼ਨ ਹੋਏਗਾ। ਸੋ ਮੈਂ ਇਹਨੂੰ ਇਸ ਤਰ੍ਹਾਂ ਇਮੇਜਿਨ ਕਰ ਰਿਹਾ ਸੀਗਾ। ਹੋ ਸਕਦਾ ਤੁਸੀਂ ਤੁਹਾਡਾ ਕੋਈ ਹੋਰ ਪਰਸਪੈਕਟਿਵ ਹੋਵੇ। ਇੱਕ ਅਸੀਂ ਲਾਸਟ ਤੇ ਕੋਸ਼ਿਸ਼ ਕਰਾਂਗੇ ਓਪਨ ਸੈਸ਼ਨ ਵੀ ਰੱਖਾਂਗੇ। ਫਿਲਹਾਲ ਲਈ ਅਸੀਂ ਨੈਕਸਟ ਸੈਸ਼ਨ ਤੇ ਚੱਲਦੇ ਹਾਂ ਜੋ ਕਿ ਰਹਿਣਗੇ ਮਨਮੀਨ ਦੀਦੀ, ਤੇ ਉਹਨਾਂ ਦਾ ਟੌਪਿਕ ਹੈ ਨਿਊ ਈਅਰ ਦੇ ਉੱਤੇ। ਉਹ ਨਿਊ ਈਅਰ ਦੇ ਉੱਤੇ ਗੱਲ ਕਰਨਗੇ ਵੀ ਸਿੱਖ ਦਾ ਨਿਊ ਈਅਰ ਦੇ ਬਾਰੇ ਕੀ ਪਰਸਪੈਕਟਿਵ ਹੋਣਾ ਚਾਹੀਦਾ ਹੈ, ਕਿਵੇਂ ਉਹਨੂੰ ਦੇਖਣਾ ਚਾਹੀਦਾ ਹੈ, ਤੇ ਸਿੱਖ ਫੇਥ ਬੁੱਕ ਦੇ ਵਿੱਚੋਂ ਬੜੇ ਸਾਰੇ ਪੁਆਇੰਟਸ ਸ਼ੇਅਰ ਕਰਨਗੇ। ਓਵਰ ਟੂ ਮਨਮੀਨ ਦੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦੀ ਕਲਾਸ ਦੇ ਵਿੱਚ ਜਿਵੇਂ ਅੱਜ ਦੀ ਸਾਡੀ ਡਿਸਕਸ਼ਨਸ ਹੋ ਰਹੀਆਂ ਨੇ, ਵਿਜ਼ਨ, ਮਿਸ਼ਨ, ਗੋਲ, ਨਿਊ ਬਿਗਨਿੰਗਸ। ਸੋ ਅੱਜ ਅਸੀਂ ਕੁਝ ਇਹੀ ਟੌਪਿਕ ਦੇ ਉੱਪਰ ਹੋਰ ਵਿਚਾਰਾਂ ਕਰਾਂਗੇ। ਤਾਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਸਭ ਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੇ ਚੋਂ ਕਿਸੇ ਨੇ ਸਿੱਖ ਫੇਥ ਬੁੱਕ ਨੂੰ ਪੜ੍ਹਿਆ ਹੋਇਆ ਜੀ? ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਹ ਬੁੱਕ ਹੈ ਜੀ, ਤੇ ਇਸ ਬੁੱਕ ਦੇ ਰਾਈਟਰ ਨੇ ਜੀ ਡਾਕਟਰ ਗੁਰਬਖਸ਼ ਸਿੰਘ। ਜੇ ਕਿਸੇ ਨੇ ਪੜ੍ਹੀ ਹੋਈ ਹੈ ਉਹ ਪਲੀਜ਼ ਚੈਟ ਬਾਕਸ 'ਚ ਡ੍ਰੌਪ ਕਰ ਦਿਓ। ਇਹ ਬੁੱਕ ਹੈ ਜੀ। ਹਾਂਜੀ, ਸਾਡੇ ਚੋਂ ਕਿਸੇ ਨੇ ਪੜ੍ਹੀ ਹੋਈ ਹੈ ਜੀ? ਚਲੋ ਕੋਈ ਗੱਲ ਨਹੀਂ ਜੀ। ਸੋ ਅੱਜ ਅਸੀਂ ਇਸ ਬੁੱਕ ਦਾ ਇੱਕ ਛੋਟਾ ਜਿਹਾ ਸੈਗਮੈਂਟ ਪੜ੍ਹਨ ਜਾ ਰਹੇ ਹਾਂ। ਇਸ ਬੁੱਕ ਦੇ ਵਿੱਚ ਵੱਖਰੇ ਵੱਖਰੇ ਕੁਐਸਚਨਸ ਨੇ ਜੋ ਕਿ ਸਾਡੇ ਮਨਾਂ ਦੇ ਵਿੱਚ ਅਕਸਰ ਉੱਠਦੇ ਰਹਿੰਦੇ ਨੇ, ਤੇ ਉਹਨਾਂ ਦੇ ਬੜੀ ਪਿਆਰੀ ਤਰ੍ਹਾਂ ਜਵਾਬ ਵੀ ਦਿੱਤੇ ਗਏ ਨੇ। ਸੋ ਅਸੀਂ ਹੁਣ ਦੇਖਿਆ ਹੈ ਕਿ 2022 ਵੀ ਚੜ੍ਹ ਗਿਆ ਜੀ, ਤੇ ਸਾਡੇ ਆਸ-ਪਾਸ ਅਸੀਂ ਵੀ ਬਹੁਤ ਸਾਰੇ ਲੋਕਾਂ ਨੇ ਵੀ ਨਵਾਂ ਸਾਲ ਮਨਾਇਆ ਹੈ, ਨਿਊ ਈਅਰ ਈਵ ਮਨਾਇਆ ਹੈ, ਨਿਊ ਈਅਰ ਮਨਾਇਆ ਹੈ ਜੀ। ਸੋ ਮੈਂ ਤੁਹਾਨੂੰ ਸਭ ਨੂੰ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਸਵਾਲ ਰੱਖਣਾ ਚਾਹਾਂਗੀ ਜੀ, ਕੁਐਸਚਨ ਰੱਖਣਾ ਚਾਹਾਂਗੀ ਕਿ ਨਿਊ ਈਅਰ ਕੀ ਹੈ? ਕੋਈ ਮੈਨੂੰ ਦੱਸ ਸਕਦਾ ਹੈ ਜੀ?
ਇਸ ਕਲਾਸ ਦੇ ਵਿੱਚ ਅਸੀਂ 25 ਪਾਰਟਿਸਿਪੈਂਟਸ ਜੁੜ ਬੈਠੇ ਹਾਂ ਜੀ। ਸੋ ਤੁਹਾਡੇ ਚੋਂ ਕੋਈ ਇਸ ਕੁਐਸਚਨ ਨੂੰ ਆਨਸਰ ਕਰਨਾ ਚਾਹੇ ਜੀ ਤਾਂ ਪਲੀਜ਼ ਤੁਸੀਂ ਆਪਣਾ ਹੈਂਡ ਰੇਜ਼ ਕਰ ਸਕਦੇ ਹੋ। ਵਾਟ ਇਜ਼ ਨਿਊ ਈਅਰ? ਹਾਂਜੀ, ਹਰਜਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ, ਪਲੀਜ਼ ਅਨਮਿਊਟ ਕਰ ਦਿਓ। ਹਾਂਜੀ ਹਰਜਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਇਹ ਮੈਨੂੰ ਲੱਗਦਾ ਹੈ ਨਿਊ ਈਅਰ ਉਹ ਹੈ ਜੋ ਜਦੋਂ ਇੱਕ ਜਿਹੜੀ ਅਰਥ ਹੈ ਉਹ ਆਪਣਾ ਇੱਕ ਚੱਕਰ ਕੱਟ ਲੈਂਦੀ ਹੈ ਤਾਂ ਨਿਊ ਈਅਰ ਹੋ ਜਾਂਦਾ ਹੈ। ਹਾਂਜੀ, ਬਹੁਤ ਵਧੀਆ ਜੀ। ਹਾਂਜੀ ਹਾਂਜੀ, ਵੈਰੀ ਗੁੱਡ। ਹਰਜੀਤ ਸਿੰਘ ਜੀ ਦਾ ਵੀ ਇੱਕ ਪੁਆਇੰਟ ਹੈ ਜੀ ਕਿ ਜਦੋਂ ਅਰਥ ਆਪਣਾ ਇੱਕ ਰੈਵੋਲੂਸ਼ਨ ਕੰਪਲੀਟ ਕਰ ਲੈਂਦੀ ਹੈ ਸਨ ਦੇ ਆਲੇ ਦੁਆਲੇ ਤਾਂ ਉਦੋਂ ਅਸੀਂ ਨਿਊ ਈਅਰ ਕਹਿੰਦੇ ਹਾਂ। ਹਾਂਜੀ, ਹੋਰ ਕੋਈ ਜੀ ਕੋਈ ਆਪਣਾ ਪੁਆਇੰਟ ਦੇਣਾ ਚਾਹੇ? ਹਾਂਜੀ ਜੈਸਿਕਾ ਜੀ। ਹਾਂਜੀ ਜੈਸਿਕਾ। ਨਿਊ ਈਅਰ ਇੱਕ ਨਿਊ ਬਿਗਨਿੰਗ ਹੈ ਜੋ ਸਾਨੂੰ ਇੱਕ ਓਪਰਚੁਨਿਟੀ ਦਿੰਦੀ ਹੈ ਕਿ ਅਸੀਂ ਆਪਣਾ ਪਿਛਲਾ ਪ੍ਰੋਗਰੈਸ ਚੈੱਕ ਕਰ ਸਕੀਏ ਤੇ ਅੱਗੇ ਵਾਸਤੇ ਜੋ ਗੋਲ ਸੈਟਿੰਗ ਹੈ ਉਹ ਕਰੀਏ। ਓਕੇ, ਠੀਕ ਹੈ ਜੀ, ਵੈਰੀ ਨਾਈਸ। ਹਾਂਜੀ, ਹੋਰ ਕੋਈ ਜੀ? ਹਾਂਜੀ, ਜਸਵਿੰਦਰ ਜੀ ਲਿਖ ਰਹੇ ਨੇ ਈਸਾ ਦਾ ਜਨਮ ਦਿਨ। ਹਾਂਜੀ, ਹੋਰ ਕੋਈ ਪੁਆਇੰਟ ਜੀ ਕੋਈ ਸ਼ੇਅਰ ਕਰਨਾ ਚਾਹੇ? ਹਾਂਜੀ, ਸੋ ਬੇਸਿਕਲੀ ਜੋ ਅਸੀਂ ਨਿਊ ਈਅਰ ਨੂੰ ਸਮਝਦੇ ਹਾਂ, ਹੁਣੇ ਜਿਵੇਂ ਹਰਜਤ ਸਿੰਘ ਜੀ ਨੇ ਨਿਊ ਈਅਰ ਨੂੰ ਡਿਫਾਈਨ ਕੀਤਾ ਕਿ ਵੈਨ ਅਰਥ ਕੰਪਲੀਟਸ ਵਨ ਰੈਵੋਲੂਸ਼ਨ ਅਰਾਊਂਡ ਦ ਸਨ। ਸੋ ਜੇ ਅਸੀਂ ਇਹਨੂੰ ਸਾਇੰਟੀਫਿਕਲੀ ਦੇਖੀਏ ਤਾਂ ਦੇयर ਇਜ਼ ਨੋ ਬਿਗਨਿੰਗ ਐਂਡ ਨੋ ਐਂਡ ਆਫ ਦੀ ਆਰਬਿਟ। ਸੋ ਇਸ ਪਿੱਛੇ ਜੇ ਅਸੀਂ ਸਾਇੰਸ ਨੂੰ ਦੇਖੀਏ ਤੇ ਜੇ ਅਸੀਂ ਇਸ ਲੌਜਿਕ ਨਾਲ ਜੇ ਅਸੀਂ ਕਹੀਏ ਕਿ ਨਵਾਂ ਸਾਲ ਉਦੋਂ ਹੁੰਦਾ ਹੈ, ਇਹ ਚੀਜ਼ ਵੀ ਸਾਇੰਟੀਫਿਕਲੀ ਸਹੀ ਨਹੀਂ ਹੈ। ਸੋ ਸਾਡੇ ਲਈ ਨਿਊ ਈਅਰ ਕੀ ਹੈ ਕਿ ਜਦੋਂ 1 ਜਨਵਰੀ ਆਏਗੀ ਤਾਂ ਉਦੋਂ ਨਵਾਂ ਸਾਲ ਚੜ੍ਹੇਗਾ। ਅੱਜ ਤੋਂ 2 ਸਾਲ ਪਹਿਲੇ ਮੈਂ ਵੀ ਨਿਊ ਈਅਰ ਨੂੰ ਇਸੇ ਤਰ੍ਹਾਂ ਹੀ ਪਰਸੀਵ ਕਰਦੀ ਸੀ। ਮੈਨੂੰ ਯਾਦ ਹੈ ਅੱਜ ਤੋਂ 2 ਸਾਲ ਪਹਿਲੇ ਸਾਡੀ ਇੱਕ ਜੀ 65 ਦੀ ਕਲਾਸ ਲੱਗ ਰਹੀ ਸੀ ਆਫਿਸ 'ਚ, ਤੇ ਉੱਥੇ ਉਰਵਿੰਦਰ ਅੰਕਲ ਵੀ ਸੀ, ਜਸਲੀਨ ਦੀਦੀ, ਸਾਰੇ ਅਸੀਂ ਬੈਠੇ ਹੋਏ ਸੀ ਤੇ ਉਸ ਦਿਨ ਵੀ ਸਾਡਾ ਟੌਡ ਮੈਜਿਕ ਇਹੀ ਸੀ ਕਿ ਨਿਊ ਬਿਗਨਿੰਗਸ ਹੋਣੀਆਂ ਚਾਹੀਦੀਆਂ, ਕਿ ਅੱਛੀਆਂ ਐਂਡਿੰਗਸ ਹੋਣ। ਤੇ ਉਦੋਂ ਮੈਨੂੰ ਵੀ ਇਹੀ ਹੁੰਦਾ ਸੀ ਕਿ ਨਵਾਂ ਸਾਲ ਹੈ ਉਹ 1 ਜਨਵਰੀ ਨੂੰ ਹੀ ਚੜ੍ਹਦਾ ਹੈ। ਤੇ ਉਦੋਂ ਜਦੋਂ ਸਾਡੀ ਵਿਚਾਰ ਹੋ ਰਹੀ ਸੀ ਨਾ, ਤੇ ਉਦੋਂ ਅਸੀਂ ਮਤਲਬ ਜਿਹੜੀ ਚੀਜ਼ ਨੇ ਮੈਨੂੰ ਬੜਾ ਇੰਸਪਾਇਰ ਕੀਤਾ, ਜਿਹਨੇ ਮੇਰਾ ਪਰਸਪੈਕਟਿਵ ਬੜਾ ਚੇਂਜ ਕਰਤਾ, ਉਸ ਦਿਨ ਨਾ ਜਸਲੀਨ ਦੀਦੀ ਨੇ ਕਿਹਾ ਸੀਗਾ ਕਿ ਨਵਾਂ ਸਾਲ ਜ਼ਰੂਰੀ ਨਹੀਂ ਹੈ ਕਿ 1 ਤਰੀਕ ਨੂੰ ਹੀ ਚੜ੍ਹੇ। ਜੇ ਮੈਂ ਅੱਜ ਕੁਝ ਸਿੱਖ ਰਹੀ ਹਾਂ ਤਾਂ ਮੇਰੀ ਅੱਜ ਤੋਂ ਇੱਕ ਨਵੀਂ ਸ਼ੁਰੂਆਤ ਹੈ। ਜੇ ਮੈਂ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲ ਰਹੀ ਹਾਂ ਤਾਂ ਅੱਜ ਮੇਰੀ ਇੱਕ ਨਵੀਂ ਸ਼ੁਰੂਆਤ ਹੈ। ਜੇ ਅੱਜ ਮੈਂ ਆਪਣੇ ਡਰ ਤੇ ਕਾਬੂ ਪਾ ਰਹੀ ਹਾਂ ਤਾਂ ਅੱਜ ਮੇਰੀ ਇੱਕ ਨਵੀਂ ਸ਼ੁਰੂਆਤ ਹੈ। ਜੇ ਅੱਜ ਮੈਂ ਕੋਈ ਕੰਮ ਕਰ ਰਹੀ ਹਾਂ ਤਾਂ ਅੱਜ ਤੋਂ ਮੇਰੀ ਇੱਕ ਨਵੀਂ ਸ਼ੁਰੂਆਤ ਹੈ। ਤਾਂ ਵਾਈ ਟੂ ਵੇਟ ਫॉर 1 ਜਨਵਰੀ। ਸੋ ਜੇ ਅਸੀਂ ਸਿੱਖ ਧਰਮ ਦੇ ਅਨੁਸਾਰ ਦੇਖੀਏ ਤਾਂ ਨਵਾਂ ਸਾਲ ਸਾਡੇ ਲਈ ਕੋਈ ਤਿਉਹਾਰ ਨਹੀਂ ਹੈ, ਸਗੋਂ ਸਿੱਖ ਲਈ ਤਾਂ ਹਰ ਇੱਕ ਦਿਨ ਉਹਦੇ ਲਈ ਇੱਕ ਨਵੇਂ ਸਾਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਐਵਰੀ ਡੇ ਸ਼ੁਡ ਬੀ ਅ ਨਿਊ ਈਅਰ। ਸੋ ਮੈਂ ਕੱਲ ਇੱਕ ਆਰਟੀਕਲ ਵੀ ਪੜ੍ਹ ਰਹੀ ਸੀਗੀ, ਉਹਦੇ ਵਿੱਚ ਜਿਹੜੇ ਆਰਟੀਕਲ ਦੇ ਰਾਈਟਰ ਸੀ ਉਹ ਜਿਵੇਂ ਕਹਿ ਰਹੇ ਸੀਗੇ ਕਿ ਜਦੋਂ ਨਵਾਂ ਸਾਲ ਚੜ੍ਹਦਾ ਹੈ ਤਾਂ ਆਰ ਲੈਟਰ ਦੀ ਬੜੀ ਇੰਪੋਰਟੈਂਸ ਹੋ ਜਾਂਦੀ ਹੈ। ਹਾਂਜੀ, ਆਰ ਦਾ ਕੀ ਮਤਲਬ ਹੁੰਦਾ ਹੈ ਜੀ? ਅਸੀਂ ਵੀ ਬੜੀ ਵਾਰੀ ਸੁਣਿਆ ਹੋਏਗਾ ਇੱਕ ਵਰਡ ਜਿਹੜਾ ਆਰ ਤੋਂ ਸ਼ੁਰੂ ਹੁੰਦਾ ਹੈ, ਜੋ ਨਵੇਂ ਸਾਲ ਚੜ੍ਹਦੇ ਲੋਕ ਬਹੁਤ ਯੂਜ਼ ਕਰਦੇ ਹੈ। ਵੈਰੀ ਗੁੱਡ ਜੀ, ਹਾਂਜੀ, ਆਰ ਫॉर ਰੈਜ਼ੋਲੂਸ਼ਨ। ਸੋ ਜੇ ਹੁਣ ਅਸੀਂ ਵੀ ਦੇਖੀਏ ਤਾਂ ਅਸੀਂ ਵੀ ਕੁਝ ਨਾ ਕੁਝ ਸੋਚਦੇ ਹਾਂ ਕਿ ਅਸੀਂ ਇਹ ਵਾਲੇ ਸਾਲ ਦੇ ਵਿੱਚ ਇਹ ਰੈਜ਼ੋਲੂਸ਼ਨਸ ਲਵਾਂਗੇ, ਅਸੀਂ ਇਹ ਸਾਰੀਆਂ ਚੀਜ਼ਾਂ ਕਰਾਂਗੇ। ਤਾਂ ਉਸ ਆਰਟੀਕਲ ਦੇ ਵਿੱਚ ਜੋ ਲਿਖਿਆ ਸੀਗਾ ਉਹ ਇਹ ਸੀ ਕਿ ਬਹੁਤ ਸਾਰੀ ਸਟੱਡੀਜ਼ ਤੋਂ ਬਾਅਦ ਇਹ ਲੱਭਿਆ ਗਿਆ ਹੈ ਕਿ 19 ਡੇਜ਼ ਤੱਕ ਹੀ ਸਾਡੇ ਰੈਜ਼ੋਲੂਸ਼ਨਸ ਸਾਡੇ ਵਿੱਚ ਐਕਟੀਵੇਟਿਡ ਰਹਿੰਦੇ ਨੇ। 19th ਜਨਵਰੀ ਨੂੰ ਕੁਇਟਰਸ ਡੇ ਕਿਹਾ ਜਾਂਦਾ ਹੈ। ਸਾਰੇ ਲਿਖ ਲਓ ਜੀ, 19th ਜਨਵਰੀ ਨੂੰ ਕੁਇਟਰਸ ਡੇ ਕਹਿੰਦੇ ਆ, ਕਿਉਂਕਿ ਸਾਡੇ ਵਿੱਚ ਜੋ ਅਸੀਂ ਸੋਚਦੇ ਆ ਨਾ ਕਿ ਸਪੋਜ਼ ਜੇ ਮੈਂ ਕਿਹਾ ਕਿ ਇਹ ਵਾਲੇ ਸਾਲ 'ਚ ਮੈਂ ਇਹ ਵਾਲੀ ਲੈਂਗੁਏਜ ਸਿੱਖਣੀ ਹੈ, ਕਿਉਂਕਿ ਅਸੀਂ ਹੀਟ ਆਫ ਦ ਮੋਮੈਂਟ ਬੜੇ ਸਾਰੇ ਰੈਜ਼ੋਲੂਸ਼ਨਸ ਲੈ ਲੈਂਦੇ ਆ ਕਿ ਨਵਾਂ ਸਾਲ ਹੈ, ਸਾਡੀ ਇੱਕ ਨਵੀਂ ਸ਼ੁਰੂਆਤ ਹੈ, ਵੀ ਆਰ ਗੋਇੰਗ ਟੂ ਬਿਗਿਨ ਫਰੈਸ਼। ਸੋ ਇਹ ਰੈਜ਼ੋਲੂਸ਼ਨ ਸਿਰਫ 19 ਡੇਜ਼ ਤੱਕ ਹੀ ਰਹਿ ਸਕਦੇ ਨੇ। ਸੋ ਏਦਾਂ ਦੇ ਰੈਜ਼ੋਲੂਸ਼ਨਸ ਦੀ ਵੀ ਆਈ ਥਿੰਕ ਕਿ ਕੋਈ ਨੀਡ ਵੀ ਨਹੀਂ ਹੈ ਜਿਹੜੇ ਸਿਰਫ 19 ਦਿਨ ਹੀ ਰਹਿਣ। So these are according to some studies. ਸੋ ਮੈਨੂੰ ਲੱਗਦਾ ਹੈ
ਕਿ ਜੇ ਸਾਡੇ ਕੋਲ ਗੁਰਬਾਣੀ ਹੈ ਨਾ, ਜੇ ਅਸੀਂ ਸਪਿਰਿਚੁਅਲੀ ਕਨੈਕਟਡ ਆ, ਜੇ ਅਸੀਂ ਸਪਿਰਿਚੁਅਲੀ ਸਟਰੋਂਗ ਆ, ਤਾਂ ਹਰ ਦਿਨ ਹੀ ਸਾਡੇ ਲਈ ਇੱਕ ਬੜਾ ਨਵੇਕਲਾ ਦਿਨ ਹੈ, ਹਰ ਦਿਨ ਹੀ ਸਾਡੇ ਲਈ ਨਵੇਂ ਸਾਲ ਵਰਗਾ ਹੈ, ਹਰ ਦਿਨ ਹੀ ਸਾਡੇ ਲਈ 1 ਜਨਵਰੀ ਹੈ। ਸੋ ਅਸੀਂ ਸੋ ਜਿਵੇਂ ਕਿ ਮਤਲਬ ਅਸੀਂ ਹਰ ਸਾਲ ਬੜਾ ਕੁਝ ਸੋਚਦੇ ਹਾਂ, ਅਸੀਂ ਕਰਾਂਗੇ। ਸੋ ਮੈਨੂੰ ਲੱਗਦਾ ਹੈ ਕਿ ਜੇ ਸਾਡੇ ਕੋਲ ਗੁਰਬਾਣੀ ਦੀ ਲਾਈਟ ਹੈ ਨਾ, ਜੇ ਸਾਡੇ ਕੋਲ ਗੁਰਬਾਣੀ ਦਾ ਓਟ ਆਸਰਾ ਹੈ, ਜੇ ਅਸੀਂ ਵਾਹਿਗੁਰੂ ਜੀ ਨਾਲ ਜੇ ਅਸੀਂ ਆਪਣੀ ਬਾਹ ਉਹਨਾਂ ਨੂੰ ਫੜਾਤੀ ਹੈ, ਤੇ ਸਾਡੇ ਰੈਜ਼ੋਲਿਊਸ਼ਨਸ ਵੀ ਆਪਣੇ ਆਪ ਹੀ ਹੋ ਜਾਣਗੇ। ਸੋ ਕਮਿੰਗ ਬੈਕ ਟੂ ਦ ਪੁਆਇੰਟ ਕਿ what is New Year? So New Year is basically ki when we learn something new, when we experience something new, when we explore something new. So that is a New Year for a Sikh. ਅਸੀਂ ਸਿੱਖ ਹਾਂ, ਅਸੀਂ ਹਮੇਸ਼ਾ ਸਿੱਖਦੇ ਰਹਿਣਾ ਹੈ। ਸਿੱਖ ਦਾ ਮਤਲਬ ਹੀ ਹੈ a lifelong learner, ਜਿਹਨੇ ਹਰ ਪਲ ਸਿੱਖਣਾ ਹੈ, ਹਰ ਵਾਰੀ ਸਿੱਖਣਾ ਹੈ। ਸੋ ਮੈਂ ਤੁਹਾਡੇ ਸਭ ਤੋਂ ਵੀ ਪੁੱਛਣਾ ਚਾਹਾਂਗੀ ਜੀ ਕਿ ਤੁਸੀਂ ਇਸ ਸਾਲ ਕੀ ਰੈਜ਼ੋਲਿਊਸ਼ਨਸ ਲਏ ਨੇ? ਤੁਹਾਡੇ ਚੋਂ ਕੋਈ ਸ਼ੇਅਰ ਕਰਨਾ ਚਾਹੇ ਜੀ ਕਿ ਇਸ ਵਾਰੀ ਤੁਸੀਂ ਕੀ ਰੈਜ਼ੋਲਿਊਸ਼ਨਸ ਲਏ ਨੇ, ਕਿ ਤੁਸੀਂ ਇਸ ਸਾਲ ਕਿੱਦਾਂ ਦੇਖਦੇ ਹੋ, ਕਿ ਤੁਹਾਡਾ ਕੀ ਵਿਜ਼ਨ ਹੈ, ਹਾਊ ਯੂ ਵਿਜ਼ੂਅਲਾਈਜ਼ ਯੋਰਸੈਲਫ ਇਨ 2022? ਹਾਂਜੀ, ਕੋਈ ਦੱਸਣਾ ਚਾਹੇਗਾ ਜੀ? एक्टिव पार्टिसिपेशन होनी चाहिए जी। आज तो बड़े सारे बच्चे बैठे ने जो बहुत एक्टिवली पार्टिसिपेट करते हैं जी। ओके, सो असी सारे ट्राई करिए कि असी रेजोल्यूशन लईए ते असी उन्हां नूं फुलफिल भी करिए, ते असी मतलब जिस तरह असी अपने आप नूं देखदे हां। हाँ जी, एक आया जी सवाल, रेजोल्यूशनस की हुंदे ने? सो बेसिकली रेजोल्यूशन हुंदा है कि इस साल मैं की प्रण ले रही हां, कि मैं अपने आप की मैं इस वारी की करांगी। रेजोल्यूशन इज बेसिकली कि मैं की चीज़ां इस साल करनियां ने, उन्हां नूं असीं रेजोल्यूशनस कहंदे हां। सो मैनूं लगदा है कि असीं 24 पार्टिसिपेंट्स आ, असीं एक वारी करके सारे अपना एक रेजोल्यूशन दस दो कि तुसीं इस साल लई की रेजोल्यूशन कीता है, की प्रण लिया तुसीं। हाँ जी, असीं अमरिंदर सिंह जी तो स्टार्ट करते हैं। हाँ जी अमरिंदर सिंह जी, तुसीं की प्रण लिया जी इस बारी, की रेजोल्यूशन लिया है? हाँ जी, मेरी आवाज आ रही है जी सबनों? हाँ जी, आ रही है जी। ठीक है जी। सो जे तुहाडे विचों कोई वॉलंटरीली कोई अपना हैंड रेस करना चाहे तां तुसीं कर सकदे हो जी। आई थिंक अमरिंदर सिंह जी दी थोड़ी कनेक्टिविटी प्रॉब्लम है जी। ओके, सो जे तुहाडे कोई भी विचार होण तां तुसीं अगे चैट बॉक्स दे विच भी लिख सकदे हो जी। सो असीं सारे कोशिश करिए कि असीं नवां साल जो चढ़िया है वो साडा हर दिन ही एक नवां साल होवे, सिर्फ एक डेट तक ही सीमित ना होवे। ते असीं जिवें हुण असीं गल कीती मिशन, विजन, गोल दी, ये सारियां चीज़ां ही बड़ियां इंपॉर्टेंट ने। नो डाउट ये एक नवी साडी स्टार्टिंग है। हुण दोबारा तो हुण साडे कोल पूरे 365 डेज ने। सो असीं पहले ही उन्हां नूं चंगी तरह मैनेज करके चलीए, चंगी तरह विजुअलाइज करके चलिए असीं की करना है, की नवां सीखना है, की नवां एक्सप्लोर करना है। हाँ जी, टू ट्राई टू वेक अप एट अमृत वेला एवरी डे। हाँ जी, ये भी एक रेजोल्यूशन है जी, बड़ा स्ट्रॉन्ग रेजोल्यूशन है। सो असीं सारे ट्राई करिए, असीं जो रेजोल्यूशनस लै रहे हां असीं उन्हां नूं पूरा करन दी भी कोशिश करिए। ते न्यू ईयर साडे लई कोई त्योहार नहीं है, साडे लई हर दिन ही एक न्यू ईयर है। एवरी डे इज अ लेसन, ते असीं हर रोज अपने आप नूं रीइनवेंट करना है। एवरी डे ट्राई टू रीइनवेंट योरसेल्फ। असीं होर ज़्यादा पैशनेट हो जाइए तां जो असीं हर दिन नूं अपना नवां साल बना सकीए। सो आई होप कि असीं सारे कोशिश करांगे, ते मैं आप भी कोशिश करांगी कि मैं हर रोज कुछ नवां सिखां, कि मेरी हर रोज एक नवी शुरुआत होवे। सो थैंक यू सो मच फॉर लिसनिंग मी। ते मैं एक रिक्वेस्ट होर करांगी कि तुसीं सारे होर ज़्यादा एक्टिवली पार्टिसिपेट करो। असीं बड़े सारे जने इत्थे जुड़ बैठे हां, तां
ਇਹ ਇੱਕ ਏਦਾਂ ਦਾ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਮੌਕਾ ਮਿਲਦਾ ਹੈ, ਜਿੱਥੇ ਸਿਰਫ ਤੁਹਾਨੂੰ ਆਪਣੇ ਆਪ ਨੂੰ ਅਨਮਿਊਟ ਕਰਨਾ ਹੈ ਤੇ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਉਹ ਬੋਲ ਸਕਦੇ ਹੋ। ਸੋ ਤੁਸੀਂ ਸਾਰੇ ਐਕਟਿਵਲੀ ਪਾਰਟਿਸਿਪੇਟ ਕਰੋ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਦੀਦੀ ਨੇ ਦੱਸਿਆ ਕਿ ਸਿੱਖ ਕਦੇ ਵੀ ਕਿਸੇ ਵੀ ਦਿਨ ਦੇ ਨਾਲ ਜੁੜਿਆ ਨਹੀਂ ਹੁੰਦਾ, ਬਈ ਇਹੀ ਦਿਨ ਏਦਾਂ ਹੈ ਨਾ। ਇਹ ਤੇ ਮੈਂ ਹਮੇਸ਼ਾ ਇਸ ਕਨਸੈਪਟ ਨੂੰ ਏਦਾਂ ਸਮਝਿਆ ਹੋਇਆ ਵੀ ਜਿਹੜਾ ਸਰਕਲ ਹੁੰਦਾ ਹੈ ਨਾ, ਉਹਦਾ ਨਾ ਤੇ ਕੋਈ ਸਟਾਰਟ ਹੁੰਦਾ ਹੈ ਤੇ ਨਾ ਤੇ ਕੋਈ ਐਂਡ ਹੁੰਦਾ ਹੈ ਨਾ, ਉਹ ਤੇ ਚੱਲੀ ਜਾ ਰਿਹਾ ਤੇ ਇੱਕ ਸਾਈਕਲ ਹੈ। ਹਾਂ, ਉਹਦੇ ਵਿੱਚ ਅਸੀਂ ਕੋਈ ਪੁਆਇੰਟ ਲਗਾਤਾ ਵੀ ਇਹ ਵਾਲਾ ਸਟਾਰਟ ਹੈ, ਕਿ ਜਿਹੜੇ ਕ੍ਰਿਸਚਨ ਸੀਗੇ ਉਹਨਾਂ ਨੇ 1 ਜਨਵਰੀ ਨੂੰ ਲਗਾਤਾ, ਤੇ ਕਿਸੇ ਨੇ 1 ਚੇਤ ਨੂੰ ਲਗਾਤਾ, ਤੇ ਚਾਈਨਾ ਦੇ ਵਿੱਚ ਹੋਰ ਹਿਸਾਬ ਹੈ, ਤਾਂ ਹਰੇਕ ਦਾ ਆਪਣਾ ਆਪਣਾ ਹੈ। ਪਰ ਹਾਂ, ਜੇ ਬਾਕੀ ਸਾਰੇ ਉਹਨੂੰ ਮਨਾ ਰਹੇ ਨੇ ਤੇ ਅਸੀਂ ਉਹਨੂੰ ਇੱਕ ਮੌਕਾ ਬਣਾ ਲੈਂਦੇ ਹਾਂ ਸੈਲਫ ਇੰਪਰੂਵਮੈਂਟ ਦਾ, ਸੈਲਫ ਇੰਟਰੋਸਪੈਕਸ਼ਨ ਦਾ, ਫਿਰ ਉਹਦੇ ਵਿੱਚ ਕੁਝ ਮਾੜਾ ਵੀ ਨਹੀਂ ਹੈ ਨਾ। ਜੇ ਉਹ ਤੁਹਾਡੇ ਵਾਸਤੇ ਇੱਕ ਬਹਾਨਾ ਹੈ ਆਪਣੇ ਆਪ ਨੂੰ ਵਿਚਾਰਨ ਦਾ, ਆਪਣੇ ਗੋਲਸ ਨੂੰ ਸੈੱਟ ਕਰਨ ਦਾ, ਤੇ ਫਿਰ ਉਹ ਹੋਰ ਵਧੀਆ ਗੱਲ ਹੈ। ਜੇ ਤੁਸੀਂ ਉਹ ਮੌਕੇ ਨੂੰ ਮਿਸ ਕਰ ਦਿੰਦੇ ਹੋ, ਫਿਰ ਉਹ ਤੁਹਾਡੇ ਵਾਸਤੇ ਸਗੋਂ ਡਿਸਐਡਵਾਂਟੇਜ ਹੈ। ਤੇ ਇਹਦੇ ਬਾਰੇ ਵੀ ਹੁਣ ਅੱਜ ਅਸੀਂ ਕੀ ਕਰੀਏ, 3 ਕੰਮ ਜਿਹੜੇ ਦੀਦੀ ਨੇ ਵੀ ਫੋਕਸ ਕੀਤੇ ਨੇ, ਉਹ ਮੈਂ 3 ਪੁਆਇੰਟਸ ਲਿਖੇ ਸੀਗੇ ਕਿ ਮੇਕਿੰਗ ਨਿਊ ਈਅਰ ਰੀਅਲੀ ਅ ਨਿਊ ਈਅਰ, ਜਾਂ ਕਹਿ ਲਓ ਮੇਕਿੰਗ ਨਿਊ ਈਅਰ ਰੀਅਲੀ ਅ ਨਿਊ ਬਿਗਨਿੰਗ। ਉਹਦੇ ਵਾਸਤੇ ਮੈਂ ਫਸਟ ਲਿਖਿਆ ਸੀਗਾ ਕਿ ਰੈਜ਼ੋਲੂਸ਼ਨਸ, ਇਹ ਬਹੁਤ ਵਾਰੀ ਗੱਲ ਰਿਪੀਟ ਹੋ ਗਈ ਹੋਈ ਹੈ, ਰੈਜ਼ੋਲੂਸ਼ਨ ਸੈੱਟ ਕਰੀਏ। ਮੈਨੂੰ ਯਾਦ ਹੈ 2020 ਜਦੋਂ ਸ਼ੁਰੂ ਹੋਇਆ ਸੀਗਾ, ਉਦੋਂ ਅਸੀਂ G65 ਦੀ ਇੱਕ ਆਫਲਾਈਨ ਮੀਟਿੰਗ ਕੀਤੀ ਸੀਗੀ, ਉਹਦੇ ਵਿੱਚ ਵੀ ਇਹੀ ਟੌਪਿਕ ਰੱਖਿਆ ਸੀਗਾ ਰੈਜ਼ੋਲੂਸ਼ਨਸ ਦੇ ਉੱਤੇ, ਜਾਂ ਨਿਊ ਈਅਰ ਦੇ ਉੱਤੇ ਜਿਹੜਾ ਦੀਦੀ ਨੇ ਲਿਆ ਹੈ। ਤੇ ਉਦੋਂ ਮੈਂ ਰੈਜ਼ੋਲੂਸ਼ਨ ਸੈੱਟ ਕੀਤੇ ਸੀ। ਉਦੋਂ ਨਾ ਮੈਂ ਫੋਨ ਬਹੁਤ ਜ਼ਿਆਦਾ ਯੂਜ਼ ਕਰਦਾ ਹੁੰਦਾ ਸੀਗਾ, ਤੇ ਮੈਂ ਰੈਜ਼ੋਲੂਸ਼ਨ ਸੈੱਟ ਕੀਤਾ ਸੀ ਵੀ ਇਸ ਵਾਰੀ ਸਕਰੀਨ ਟਾਈਮ ਆਪਣਾ ਘੱਟ ਕਰਨਾ ਹੈ। ਤੇ ਉਸ ਤੋਂ ਬਾਅਦ ਹੋਰ ਮੈਂ ਆਪਣੀ ਸਟੱਡੀ ਦੇ ਰਿਲੇਟਡ ਜਾਂ ਇਸ ਤਰ੍ਹਾਂ ਦੇ ਹੋਰ ਰੈਜ਼ੋਲੂਸ਼ਨ ਸੈੱਟ ਕੀਤੇ ਸੀਗੇ। ਹੁਣ ਉਹ ਜ਼ਰੂਰੀ ਨਹੀਂ ਕਿ ਹਰ ਵਾਰੀ ਪੂਰੇ ਫੁੱਲਫਿਲ ਹੋਣ, ਪਰ ਤੁਹਾਡੇ ਦਿਮਾਗ ਦੇ ਵਿੱਚ ਗੱਲ ਰਹਿੰਦੀ ਹੈ ਵੀ ਇਹ ਮੈਂ ਸੈੱਟ ਕੀਤਾ ਹੋਇਆ ਤੇ ਮੈਂ ਕਰਨਾ ਹੈ। ਸੋ ਇਹ ਫਸਟ ਪੁਆਇੰਟ ਹੈ, ਅਸੀਂ ਰੈਜ਼ੋਲੂਸ਼ਨ ਸੈੱਟ ਕਰੀਏ। ਦੂਸਰਾ ਬੜਾ ਇੰਪੋਰਟੈਂਟ ਪੁਆਇੰਟ ਉਹ ਹੈ ਬਕਟ ਲਿਸਟ ਬਣਾਈਏ। ਬਕਟ ਲਿਸਟ ਇੱਕ ਤੇ ਹੁੰਦੀ ਹੈ ਕਿ ਬਕਟ ਲਿਸਟ ਬੇਸਿਕਲੀ ਹੁੰਦੀ ਹੈ ਵੀ ਮੈਂ ਮਰਨ ਤੋਂ ਪਹਿਲੇ ਕੀ ਕਰਨਾ ਚਾਹੁੰਦਾ, ਪਰ ਇਹ ਸਾਡੀ ਬਕਟ ਲਿਸਟ ਹੁੰਦੀ ਹੈ ਇਸ ਸਾਲ ਦੀ ਬਕਟ ਲਿਸਟ। ਇਸ ਸਾਲ ਮੈਂ ਕੀ ਕਰਨਾ ਚਾਹੁੰਦਾ। ਜਦੋਂ 2021 ਸ਼ੁਰੂ ਹੋਇਆ ਸੀ, ਉਦੋਂ ਮੈਂ 25 ਚੀਜ਼ਾਂ ਦੀ ਬਕਟ ਲਿਸਟ ਬਣਾਈ ਸੀਗੀ। ਉਹ 25 ਦੀ 25 ਤਾਂ ਨਹੀਂ ਅਚੀਵ ਹੋਈਆਂ, ਸਗੋਂ ਮੇਰੇ ਖਿਆਲ ਅੱਧੀ ਤੋਂ ਵੀ ਥੋੜੀਆਂ ਘੱਟ ਥੋੜੀਆਂ ਵੱਧ ਅਚੀਵ ਹੋਈਆਂ ਨੇ, ਪਰ ਉਹਦੇ ਨਾਲ ਮੈਨੂੰ ਪੂਰਾ ਸਾਲ ਲੱਗਦਾ ਰਿਹਾ ਵੀ ਮੇਰੇ ਕੋਲ ਕੰਮ ਪਏ ਹੋਏ ਨੇ ਕਰਨ ਵਾਲੇ, ਹੈ ਨਾ। ਸੋ ਇਸ ਸਾਲ ਵੀ ਮੈਂ ਇੱਕ ਬਕਟ ਲਿਸਟ ਬਣਾਈ ਹੈ ਵੀ ਇਸ ਸਾਲ ਇਹ ਕਰਨਾ ਹੈ, ਇਹ ਕਰਨਾ ਹੈ, ਇਹ ਕਰਨਾ ਹੈ। ਤੇ ਤੁਸੀਂ ਦੂਸਰਿਆਂ ਤੋਂ ਆਈਡੀਆਜ਼ ਲੈਂਦੇ ਹੋ, ਜਿਵੇਂ ਮੈਨੂੰ ਸਰਬਜੀਤ ਅੰਕਲ ਤੋਂ ਆਈਡੀਆ ਮਿਲਿਆ ਕਿ ਇਸ ਸਾਲ ਲੜੀਵਾਰ ਸਰੂਪ ਤੋਂ ਅਸੀਂ ਪਾਠ ਕਰਨਾ ਸਿੱਖੀਏ। ਸੋ ਮੇਰਾ ਇੱਕ ਰੈਜ਼ੋਲੂਸ਼ਨ ਹੈ ਵੀ ਇਸ ਸਾਲ ਮੈਂ ਗੁਰਬਾਣੀ ਸਰਚਰ ਤੇ ਜਿੰਨਾ ਵੀ ਪੜਾਂਗਾ ਜਾਂ ਵਡਿਆਈ ਵਿਚਾਰ ਵਿੱਚ, ਤੇ ਉਹ ਮੈਂ ਲੜੀਵਾਰ ਤੋਂ ਹੀ ਪੜ੍ਹਨਾ ਸ਼ੁਰੂ ਕਰਾਂਗਾ, ਉਹ ਇੱਕ ਪ੍ਰੈਕਟਿਸ ਹੋ ਜਾਏਗੀ। ਹੁਣ ਜੇ ਮੈਂ ਇਹਦੇ ਵਿੱਚ ਸਕਸੈਸਫੁਲ ਹੁੰਦਾ, ਫਿਰ ਇਹ ਨਿਊ ਈਅਰ ਮੇਰੇ ਵਾਸਤੇ ਸੱਚੀ ਨਿਊ ਈਅਰ ਸੀਗਾ। ਸੋ ਇਸੇ ਤਰ੍ਹਾਂ ਇੱਕ ਬਕਟ ਲਿਸਟ ਬਣਾਈਏ ਕਿ ਇਹ ਕਰਨਾ ਚਾਹੁੰਦੇ ਆ। ਜਿਵੇਂ ਮੇਰੀ ਬਕਟ ਲਿਸਟ ਦਾ ਇਸ ਸਾਲ ਦਾ ਪਾਰਟ ਹੈ ਕਿ ਮੈਂ ਕਦੀ ਵੀ ਕਿਸੇ MUN ਵਿੱਚ ਐਜ਼ ਅ ਡੈਲੀਗੇਟ ਨਹੀਂ ਗਿਆ। ਐਜ਼ ਇੰਟਰਨੈਸ਼ਨਲ ਪ੍ਰੈਸ ਮੈਂ ਇੱਕ ਵਾਰ ਗਿਆ ਸੀਗਾ, ਪਰ ਐਜ਼ ਡੈਲੀਗੇਟ ਨਹੀਂ ਮੈਂ ਕਦੀ ਗਿਆ। ਸੋ ਮੇਰੇ ਬਕਟ ਲਿਸਟ ਦਾ ਇੱਕ ਪਾਰਟ ਇਹ ਹੈ ਕਿ ਇਸ ਸਾਲ ਮੈਂ ਐਜ਼ ਡੈਲੀਗੇਟ ਕਿਤੇ ਜਾਣਾ ਚਾਹੁੰਦਾ। ਤੇ ਇਸ ਤਰ੍ਹਾਂ ਮੈਂ 25-26 ਚੀਜ਼ਾਂ ਦੀ ਲਿਸਟ ਬਣਾਈ ਹੋਈ ਹੈ। ਸੋ ਬਕਟ ਲਿਸਟ ਦੂਸਰਾ ਤਰੀਕਾ ਹੈ ਜੋ ਸਾਨੂੰ ਅੱਜ ਦੇ ਦਿਨ, ਕੱਲ ਦੇ ਦਿਨ ਕਰਦੇ, ਇਸ ਹਫਤਾ ਹੈ ਨਾ, ਨਿਊ ਈਅਰ ਦਾ ਫਸਟ ਵੀਕ ਅਸੀਂ ਕਰ ਸਕਦੇ ਹਾਂ। ਤੀਸਰਾ ਮੈਂ ਇੱਕ YouTube ਵੀਡੀਓ ਦੇਖੀ ਸੀਗੀ, ਇੱਕ CGP ਗ੍ਰੇ ਕਰਕੇ YouTube ਚੈਨਲ ਹੈ, ਤੇ ਉਹਨਾਂ ਨੇ ਕਿਹਾ ਵੀ ਨਿਊ ਈਅਰ ਰੈਜ਼ੋਲੂਸ਼ਨਸ ਤੇ ਹੁਣ ਪੁਰਾਣੀ ਚੀਜ਼ ਹੋ ਗਈ ਹੈ, ਹੁਣ ਅਸੀਂ ਥੀਮ ਸੈੱਟ ਕਰਿਆ ਕਰੀਏ ਆਪਣੇ ਈਅਰ ਦਾ। ਇਸ ਸਾਲ ਮੇਰਾ ਇੱਕ ਥੀਮ ਹੋਏਗਾ। ਇਹ ਥੀਮ ਵਾਲੀ ਗੱਲ ਨੂੰ ਮੈਂ ਆਪਣੇ ਵਿੱਚ ਕਿਵੇਂ ਇੰਪਲੀਮੈਂਟ ਕੀਤਾ, ਮੈਨੂੰ ਲੱਗਿਆ ਵੀ ਸਾਲ ਤੇ ਬਹੁਤ ਵੱਡੀ ਚੀਜ਼ ਹੈ, ਅਸੀਂ ਇੱਕ ਮੰਥਲੀ ਇਹਨੂੰ ਕਰ ਸਕਦੇ ਹਾਂ, ਇੱਕ ਮੰਥ ਦਾ ਥੀਮ। ਜਿਵੇਂ ਜਦੋਂ ਮੇਰੇ ਬੋਰਡ ਐਗਜ਼ਾਮਸ ਕੈਂਸਲ ਹੋਏ ਸੀਗੇ ਤੇ ਮੇਰੇ ਕੋਲ ਬਹੁਤ ਸਾਰਾ ਟਾਈਮ ਸੀਗਾ, ਤੇ ਉਦੋਂ ਮੈਂ ਸੋਚਿਆ ਕਿ ਮੈਂ ਨਾ ਹਰ ਇੱਕ ਮੰਥ ਦਾ ਇੱਕ ਥੀਮ ਰੱਖਿਆ ਕਰਾਂਗਾ। ਸੋ ਉਹ ਵਾਲੇ ਮੰਥ ਦਾ ਮੈਂ ਥੀਮ ਰੱਖਿਆ ਸੀ ਦ ਮੰਥ ਆਫ ਕ੍ਰੀਏਟੀਵਿਟੀ। ਵੀ ਇਹ ਪੂਰਾ ਮਹੀਨਾ ਮੈਂ ਜੋ ਵੀ ਕਰਨਾ ਹੈ ਨਾ, ਉਹ ਕ੍ਰੀਏਟੀਵਿਟੀ ਦੇ ਦੁਆਲੇ ਹੋਣਾ ਚਾਹੀਦਾ ਹੈ। ਜਦੋਂ ਮੇਰੇ ਬੋਰਡ ਐਗਜ਼ਾਮ ਸੀਗੇ ਉਦੋਂ ਮੈਂ ਰੱਖਿਆ ਸੀ ਦ ਮੰਥ ਆਫ ਹਾਰਡ ਵਰਕ, ਵੀ ਇਸ ਮਹੀਨੇ ਮੈਂ ਹਾਰਡ ਵਰਕ ਕਰਨਾ ਹੈ। ਜਾਂ ਦ ਮੰਥ ਆਫ ਸੈਂਪਲ ਪੇਪਰਸ, ਵੀ ਇਸ ਮੰਥ ਮੈਂ ਸੈਂਪਲ ਪੇਪਰ ਹੀ ਸੋਲਵ ਕਰਨੇ ਨੇ। ਸੋ ਇਸ ਤਰ੍ਹਾਂ ਅਸੀਂ ਇੱਕ ਈਅਰ ਦਾ ਵੀ ਥੀਮ ਰੱਖ ਸਕਦੇ ਹਾਂ ਵੀ ਇਸ ਸਾਲ ਮੇਰਾ ਥੀਮ ਕੀ ਹੋਏਗਾ। ਸੋ ਇਹ 3 ਐਕਟੀਵਿਟੀਜ਼, 3 ਐਕਸਰਸਾਈਜ਼ਸ ਨੇ ਜੋ ਤੁਹਾਨੂੰ
ਆਪਣੇ ਈਅਰ ਨੂੰ ਬੜਾ ਵਧੀਆ ਬੜੇ ਪ੍ਰੋਡਕਟਿਵਲੀ ਪਲਾਨ ਕਰਨ ਵਿੱਚ ਹੈਲਪ ਕਰਨਗੀਆਂ। ਤੁਹਾਡੇ ਵਿੱਚੋਂ ਹੁਣ ਓਪਨ ਸੈਸ਼ਨ ਅਸੀਂ ਰੱਖਦੇ ਹਾਂ 5 ਮਿੰਟ ਦਾ। ਅੱਜ ਦੇ ਸਾਰੀ ਡਿਸਕਸ਼ਨ ਦੇ ਵਿੱਚੋਂ ਜੇ ਤੁਸੀਂ ਕੁਝ ਵੀ ਸ਼ੇਅਰ ਕਰਨਾ ਚਾਹੋ, ਕਿਸੇ ਚੀਜ਼ ਨੂੰ ਇੰਪਰੂਵ ਕਰਨਾ ਚਾਹੋ, ਜਾਂ ਆਪਣਾ ਕੋਈ ਕੁਝ ਸ਼ੇਅਰ ਕਰਨਾ ਚਾਹੋ, ਆਪਣੀ ਬਕਟ ਲਿਸਟ ਦਾ ਕੋਈ ਕੰਟੈਂਟ, ਆਪਣਾ ਰੈਜ਼ੋਲੂਸ਼ਨ, ਜਾਂ ਬਾਕੀਆਂ ਨੂੰ ਆਈਡੀਆ ਦੇਣਾ ਚਾਹੋ ਤੇ ਤੁਸੀਂ ਕਰ ਸਕਦੇ ਹੋ ਜੀ। ਹੁਣ ਓਪਨ ਮਾਈਕ ਹੈ। ਤੁਸੀਂ हैंड रेज भी कर सकते हो, चैट ਦੇ ਵਿੱਚ ਵੀ ਲਿਖ ਸਕਦੇ ਹੋ, ਨਹੀਂ ਤੇ ਸਿੰਪਲੀ ਵੀ ਅਨਮਿਊਟ ਕਰਕੇ ਬੋਲ ਸਕਦੇ ਹੋ। ਚਲੋ ਫਿਰ ਅਸੀਂ ਇੱਕ ਕੁਐਸਚਨ ਦੀ ਤਰ੍ਹਾਂ ਲੈ ਸਕਦੇ ਹਾਂ ਕਿ ਹੋਰ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਈਅਰ ਨੂੰ ਹੋਰ ਜ਼ਿਆਦਾ ਪਿਛਲੀ ਵਾਰ ਨਾਲੋਂ ਬੈਟਰ ਬਣਾਉਣ ਦੇ ਲਈ। ਹਾਂਜੀ, ਇੱਕ ਮਾਈਕ ਅਨਮਿਊਟ ਹੋਇਆ ਸੀ ਜੀ, ਕਮਲਜੀਤ ਕੌਰ ਜੀ ਦਾ। एनीवन जी, कोई भी संगत दे विचों? बड़े लगता है सारे ने सीक्रेट रेजोल्यूशन सेट कीते ने। चलो फिर टाइम हो गया। असी सरबजीत अंकल जी साडे नाल जुड़ गए हुए ने ते असी उन्हां नूं बेनती करांगे वो साडे सारिਆਂ ਨੂੰ एड्रैस करनगे ते नाल ही अज दी सारी विचार चर्चा नूं भी समाप्त करनगे। Over to Sarabjit Uncle जी। गुरु प्यारियो, फतेह प्रवान करना जी। वाहिगुरु जी का खालसा, वाहिगुरु जी की फतेह। मैं देख रहा बेटा बहुत घट चैट हुई है ते तुसी बुलाया ते कोई बोलिया ही नहीं। सो मैं बेनती करांगा जिन्हां ने चैट भी नहीं करनी ते बोलना भी नहीं, वो लीव कर जान। ठीक है जी। ते जिन्हां ने गल्लां करनियां ने वो सारे अपनी वीडियोज ऑन करो जी। सो आई विल टॉक ओनली टू देम हु विल टॉक टू मी। सो मेरा पहला रेजोल्यूशन ये है जी। हाँ जी, देखते हैं जी कि किदी वीडियो ऑन होंदी है ते कौन कौन गल करेगा वो अपना हैंड भी रेज कर दो जी, ताकि मैं उन्हां बच्चों नूं फोकस रख के गल्लां करां जी। हाँ जी, नहीं तो आप हुणे इत्थे ही फतेह बुला के समाप्ति कर देंगे जी। हाँ जी, किन्ने कैमरे ऑन हो गए, किन्ने हैंड रेज हो गए? जैसिका दा हैंड रेज होया, इंदरपाल जी दा होया, मनमीन दा होया, गुड। दीक्षा दा वेरी गुड, दीक्षा ने चैट भी की सी। शिवरजीत कौर दा भी हैंड रेज हो गया जी। हरजस सिंह, हरलीन कौर दा भी हो गया, वेरी गुड वेरी गुड। किदा रह गया? मेरा नहीं होया हाली हैंड रेज जी। वेरी गुड वेरी गुड। चलो जी, जिन्हों का नहीं होया हुण मैं उन्होंने बारे सोच नहीं रहा, तो उन्होंने मैं बेनती करांगा वो अपना स्पीकर भी ऑफ कर लैन, वो मेरी आवाज़ ना सुनन, क्योंकि मैं जिन्होंने हैंड रेज किया है, कैमरे ऑन किए ने, मैं सिर्फ उन्होंने वास्ते बोल रहा। ठीक है जी, एदा स्क्रीनशॉट ले लो जी किन्ना ने हाली तक ना हैंड रेज किया है ते ना कैमरा ऑन किया है। ਇਹਦਾ मतलब they were not present in the meeting, है ना, वो ऑन करके छड़ के चले गए ने। चलो जी, कमिंग बैक टू द पॉइंट, बहुत ही प्यारे सैशन, बहुत ही प्यारियां गल्लां तुसी सारियां ने कीतियां ने। प्यारे बच्चों, मेरा एक मन है, एक मिनट इमेजिन करो कि वाहिगुरु जी आए ते वाहिगुरु जी 2022 ਦੇ शुरुआत ਦੇ पहले वीक सारियां कोल जा रहे ने ते सारियां नूं कह रहे ने कि आई वांट टू मेक अ सुपर हीरो, ते तुसी जो कुछ भी पावर लैनी चाहते हो ना वो ले लो। चलो जी, हुण चैट शुरू करो। तुसी केड़ी पावर चाहते हो? वन पावर वाहिगुरु इज रेडी टू गिव टू यू। ते जे तां प्राइवेट चैट करो अच्छा रहेगा, नहीं तो दूसरे पता की हुंदा ना, एक वधिया दी कॉपी वो भी कर लेंदे ने, है ना। केड़ी सुपर पावर, एक सुपर पावर तुसी लेना चाहोगे? मेरा अर्थ समझ आ गया जी? हाँ जी, वेरी गुड, आने शुरू हो गए जी। गुणबीर सिंह जी का आ गया है, जैसिका जी का आ गया है, वेरी गुड। सुपर पावर मैं कह रहा
ਸੁਪਰ ਪਾਵਰ ਮਤਲਬ ਤੁਸੀਂ ਕਹੋਗੇ ਵੀ ਇਹ ਤੇ ਸਭ ਤੋਂ ਵੱਡੀ ਚੀਜ਼ ਹੈ, ਇਹ ਮਿਲ ਜਾਏ ਮੈਨੂੰ, ਹੈ ਨਾ। ਤੇ ਜੇ ਕੋਈ ਰਿਪੀਟ ਕਰਨਾ ਚਾਹੁੰਦਾ ਹੈ, ਇੰਪਰੂਵ ਕਰਨਾ ਚਾਹੁੰਦਾ ਹੈ ਆਪਣੀ, ਉਹ ਵੀ ਇੰਪਰੂਵ ਕਰ ਸਕਦਾ ਹੈ ਜੀ। ਹਾਲੀ ਸਿਰਫ 4 ਜਣਿਆਂ ਦੇ ਆਏ ਨੇ ਜੀ। ਵੈਰੀ ਗੁੱਡ, ਵੈਰੀ ਗੁੱਡ। ਚਲੋ ਜੀ, ਮੈਂ ਪੜ੍ਹ ਦੇਣਾ ਜਿਨ੍ਹਾਂ ਦੇ ਆ ਗਏ ਨੇ, ਬਾਕੀ ਤੇ ਹਾਲੀ ਸੋਚਦੇ ਪਏ ਨੇ ਇਹਦਾ ਮਤਲਬ। ਸੁਪਰ ਪਾਵਰ ਲਿਖਿਆ ਹੈ ਜੀ, ਪਹਿਲੇ ਲਿਖਿਆ ਜੀ ਨੌਲੇਜ, ਅੰਮ੍ਰਿਤ ਵੇਲਾ, ਟੂ ਹੈਲਪ ਪੂਅਰ, ਐਜੂਕੇਸ਼ਨ, ਉਹਨਾਂ ਨਾਲ ਗੱਲਾਂ ਕਰਨ ਦਾ ਟਾਈਮ, ਹਿਊਮੈਨਿਟੀ ਦੀ ਸੇਵਾ, ਬੀ ਪ੍ਰੈਜ਼ੈਂਟ ਇਨ ਮੋਰ ਦੈਨ ਵਨ ਪਲੇਸ ਐਟ ਵਨ ਟਾਈਮ। ਵੈਰੀ ਗੁੱਡ, ਵੈਰੀ ਗੁੱਡ। ਸੁਪਰ ਪਾਵਰ ਇਹੀ ਹੁੰਦੀ ਹੈ ਨਾ, ਇੱਕ ਥਾਂ ਤੇ ਵੀ ਸੂਖਮ ਬਣ ਗਏ, ਕੋਈ ਜਗ੍ਹਾ ਤੇ ਤੁਸੀਂ ਪ੍ਰੈਜ਼ੈਂਟ ਹੋ। ਵੈਰੀ ਗੁੱਡ। ਅੰਡਰਸਟੈਂਡਿੰਗ ਗੁਰਬਾਣੀ, ਆਰਟਿਸਟਿਕ ਸਕਿੱਲਸ, ਗੁਰਬਾਣੀ ਦਾ ਸਾਰਾ ਗਿਆਨ। ਵੈਰੀ ਗੁੱਡ, ਵੈਰੀ ਗੁੱਡ ਜੀ। ਆਈ ਵਾਂਟ ਕਿ ਮੈਨੂੰ ਹਰ ਵਕਤ ਮੁਸ਼ਕਿਲਾਂ ਨਾਲ ਜੂਝਣ ਦੀ ਹਿੰਮਤ ਮਿਲੇ। ਵੈਰੀ ਨਾਈਸ। ਵੀ ਦੀਕਸ਼ਾ ਰਾਣੀ ਨੇ ਤੇ ਬਹੁਤ ਕਮਾਲ ਦਾ ਲਿਖਿਆ ਜੀ। ਵੈਰੀ ਗੁੱਡ। ਟੂ ਲੀਡ ਮਾਈ ਮਾਈਂਡ ਇਨ ਅ ਗੁੱਡ ਵੇ, ਅੰਮ੍ਰਿਤ ਵੇਲਾ, ਕੋਵਿਡ ਠੀਕ ਕਰਨਾ, ਅਰਦਾਸ, ਰਿਮੇਨ ਐਨਰਜਾਈਜ਼ ਆਲ ਦਾ ਟਾਈਮ, ਅੰਮ੍ਰਿਤ ਬਾਣੀ, ਟੂ ਹੈਲਪ ਪੀਪਲ, ਅੰਮ੍ਰਿਤ ਰਸ। ਵਾਹ ਜੀ ਵਾਹ। ਚਲੋ ਜੀ, ਇਹ ਇੱਕ ਸੁਪਰ ਪਾਵਰ ਜੋ ਤੁਸੀਂ ਲਿਖੀਆਂ ਨੇ, ਐਕਚੁਅਲੀ ਪਤਾ ਕੀ ਹੈ, ਜੋ ਸਾਡੇ ਕੋਲ ਨਹੀਂ ਹੁੰਦਾ ਨਾ, ਅਸੀਂ ਉਹ ਮੰਗਦੇ ਹਾਂ, ਹੈ ਨਾ। ਜਾਂ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਅੰਮ੍ਰਿਤ ਵੇਲਾ ਹੈਗਾ ਤੇ ਕਹਿੰਦੇ ਹਾਂ ਵੀ ਅੰਮ੍ਰਿਤ ਵੇਲਾ ਬਣਿਆ ਰਵੇ। ਵੈਰੀ ਗੁੱਡ ਜੀ। ਰਵਿੰਦਰ ਜੀ ਲਿਖਦੇ ਨੇ ਐਪੀਟੋਮ PSB, ਬਹੁਤ ਵਧੀਆ ਜੀ, ਬਹੁਤ ਧੰਨਵਾਦ ਜੀ। ਮੈਂ ਥੋੜੇ ਦਿਨ ਪਹਿਲਾਂ ਕੁਝ ਪੜ੍ਹ ਰਿਹਾ ਸੀ ਤਾਂ ਕਹਿੰਦੇ ਜੀ ਸੁਪਰ ਪਾਵਰ ਵਿੱਚ ਅਸੀਂ ਇਹੀ ਚਾਹੁੰਦੇ ਹਾਂ ਕਿ ਮੈਂ ਇਨਵਿੰਸੀਬਲ ਹੋ ਜਾਵਾਂ, ਮੈਂ ਕਈ ਜਗ੍ਹਾ ਤੇ ਪ੍ਰੈਜ਼ੈਂਟ ਹੋਵਾਂ। ਅਸੀਂ ਚਾਹੁੰਦੇ ਹਾਂ ਵੀ ਇਸ ਤਰੀਕੇ ਦੇ ਨਾਲ ਅਸੀਂ ਲਾਈਫ ਲੀਡ ਕਰੀਏ। What about having a happiness switch? ਤੁਸੀਂ ਵਾਹਿਗੁਰੂ ਜੀ ਨੂੰ ਕਹੋ ਮੈਨੂੰ ਇੱਕ ਹੈਪੀਨੈਸ ਸਵਿਚ ਦੇ ਦਿਓ, ਜਿਵੇਂ ਮੈਂ ਬਟਨ ਔਨ ਕਰਾਂ ਲਾਈਟ ਔਨ ਹੋ ਜਾਂਦੀ ਹੈ, ਆਫ ਕਰਾਂ ਆਫ ਹੋ ਜਾਂਦੀ ਹੈ, ਉਸੇ ਬਟਨ ਨੂੰ ਮੈਂ ਸਵਿਚ ਔਨ ਆਫ ਕਰ ਸਕਦਾ ਹਾਂ, ਹੈ ਨਾ। ਤੇ ਕਈ ਬਟਨ ਟੌਗਲ ਹੁੰਦੇ ਨੇ, 3 ਚੀਜ਼ਾਂ ਇੱਕੋ ਹੀ ਬਟਨ ਨਾਲ ਹੋ ਜਾਂਦੀਆਂ ਨੇ। ਤੇ ਮੇਰਾ ਇਹ ਮਨ ਕਰਦਾ ਹੈ ਵੀ ਸਾਨੂੰ ਜਿਹੜਾ ਪਾਤਸ਼ਾਹ ਨੇ ਸੁਪਰ ਪਾਵਰ ਦਿੱਤੀ ਹੈ ਨਾ, ਜਾਂ ਸਾਡੇ ਕੋਲ ਜਿਹੜੀ ਹੋਣੀ ਚਾਹੀਦੀ ਹੈ, ਉਹ ਹੈ ਸਦਾ ਵਿਕਾਸ, ਸਦਾ ਮਨ ਚਾਓ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਹਾਂ, ਜਿਹੜੇ ਤੁਸੀਂ ਲਿਖੇ ਨੇ ਉਹ ਠੀਕ ਨੇ ਕਿ ਅੰਮ੍ਰਿਤ ਵੇਲਾ ਹੋਏਗਾ ਤਾਂ ਹੀ ਇਹ ਚੀਜ਼ ਆਏਗੀ, ਬਾਣੀ ਹੋਏਗੀ ਤਾਂ ਹੀ ਇਹ ਚੀਜ਼ ਆਏਗੀ, ਹੈ ਨਾ। ਲੇਕਿਨ ਕਈ ਵਾਰੀ ਕੀ ਹੋ ਰਿਹਾ, ਸਾਡੇ ਕੋਲ ਨੇਮ ਆ ਰਿਹਾ, ਪ੍ਰੇਮ ਨਹੀਂ ਆ ਰਿਹਾ। ਅੰਮ੍ਰਿਤ ਵੇਲਾ ਅਸੀਂ ਉੱਠ ਰਹੇ ਹਾਂ ਪਰ ਹੰਕਾਰ ਉਨਾ ਹੀ ਹੈ, ਆਕੜ ਉਨੀ ਹੈ, ਗੁੱਸਾ ਬਦਲਾ ਲੈਣਾ ਉਨਾ ਹੀ ਹੈ। ਸੋ ਇਹਦਾ ਮਤਲਬ ਅੰਮ੍ਰਿਤ ਵੇਲਾ ਰੀਅਲ ਅੰਮ੍ਰਿਤ ਵੇਲਾ ਨਹੀਂ ਹੋ ਰਿਹਾ। ਉਹ ਤੁਸੀਂ ਉੱਠ ਕੇ ਕਰ ਰਹੇ ਹੋ ਲੇਕਿਨ ਉਹ ਕਰਮ ਹੋ ਰਿਹਾ, ਲੇਕਿਨ ਉਹਦਾ ਅਸਰ ਨਹੀਂ ਹੋ ਰਿਹਾ। ਸੋ ਅਸੀਂ ਅਸਰ ਤੱਕ ਪਹੁੰਚਣਾ ਹੈ। ਸੋ ਸੁਪਰ ਪਾਵਰ ਮੇਰਾ ਮੰਨਣਾ ਹੈ ਕਿ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਨਾਲ ਇੱਕਮਿਕ ਹੋ ਜਾ। ਤੇ ਜਿਹੜਾ ਪਰਮਾਤਮਾ ਨਾਲ ਇੱਕਮਿਕ ਹੋ ਜਾਏਗਾ, ਪਰਮਾਤਮਾ ਨੂੰ ਮਿਲ ਲਏਗਾ, ਉਹ ਫਿਰ ਸਦਾ ਖਿੜਾਓ ਵਿੱਚ ਰਹੇਗਾ, ਚੜ੍ਹਦੀ ਕਲਾ ਵਿੱਚ ਰਹੇਗਾ। ਸੋ ਕੁਝ ਗੱਲਾਂ ਹੋਰ ਜਿਹੜੀਆਂ ਨੇ, ਕਿਸ ਤਰੀਕੇ ਦੇ ਨਾਲ ਅਸੀਂ ਕਿਹੜੀ ਸਕਿੱਲਸ ਲੈ ਕੇ ਆ ਸਕਦੇ ਹਾਂ। ਤੇ ਇੱਕ ਮੈਂ ਬੇਨਤੀ ਸਾਰਿਆਂ ਨੂੰ ਕਹਾਂਗਾ, ਜਿਵੇਂ ਮਨਮੀਨ ਨੇ ਕਿਹਾ ਨਾ ਕਿ 19 ਜਨਵਰੀ ਲਿਖ ਲਓ, ਜਦੋਂ ਆਇਆ ਨਾ ਵੀ ਕਦ ਤੱਕ ਅਸੀਂ ਆਪਣੇ ਰੱਖਦੇ ਹਾਂ, ਫਿਰ ਸਾਡਾ ਰਹਿ ਜਾਂਦਾ 19 ਜਨਵਰੀ ਤੱਕ ਸਾਡੇ ਖਤਮ ਹੋ ਜਾਂਦੇ ਨੇ ਸਟੱਡੀਜ਼ ਨੇ। ਤੇ ਮੇਰਾ ਮਨ ਕਰਦਾ ਅਗਰ G65 ਦੀ ਜਾਂ ਗੁਰਸਿੱਖਾਂ ਦੀ ਸਟੱਡੀ ਹੋਵੇ ਨਾ, ਫਿਰ ਇਹ 19 ਜਨਵਰੀ ਨਹੀਂ, ਇਹ 19 ਦਸੰਬਰ ਤੱਕ ਪਹੁੰਚ ਜਾਏਗਾ। ਸਿੰਘ ਛੱਡਦੇ ਨਹੀਂ, ਸਿੰਘ ਕਹਿੰਦੇ ਨੇ ਜੰਗ ਜਿੱਤਣੀ ਜ਼ਰੂਰ ਹੈ ਨਾ। ਮੋਰਚੇ ਦੇ ਉੱਤੇ ਵੀ ਨਾਰੇ ਲਿਖੇ ਹੋਏ ਸੀ, ਜਿੱਤਾਂਗੇ ਜ਼ਰੂਰ, ਔਰ ਜਿੱਤ ਵੀ ਗਏ ਹੋ। ਔਰ ਐਤਕੀ ਵੀ ਇੱਕ ਬੜਾ ਪਿਆਰਾ ਮੈਸੇਜ ਕੱਲ ਰਾਤੀ ਮੈਨੂੰ ਕਿਸੇ ਨੇ ਭੇਜਿਆ। ਪਹਿਲਾਂ ਤੇ ਅਸੀਂ ਭੇਜਦੇ ਸੀ, ਹੁਣ ਕਿਸੇ ਨੇ ਭੇਜਿਆ, ਸਿੱਧਾ ਮੈਨੂੰ ਭੇਜਿਆ ਕਿ ਵੈਲਕਮ ਬਾਈ ਜੀ। ਬਾਈ ਜੀ ਮਤਲਬ 2022। ਹਾਂ, तो वेलकम भाई जी। जीवन जंग है, जंग जितनी है। हा। ਅਸੀਂ ਸਾਰੇ ਜਿਹੜੇ ਗ੍ਰਸਥ ਵਿੱਚ ਰਹਿੰਦੇ ਆ ਨਾ, ਚਾਹੇ ਅਸੀਂ ਬੱਚੇ ਆ, ਚਾਹੇ ਅਸੀਂ ਪਤੀ ਪਤਨੀ ਆ, ਚਾਹੇ ਅਸੀਂ ਮਾਤਾ ਪਿਤਾ ਵਾਂ, ਅਸੀਂ ਸਾਰੇ ਯੋਧੇ ਆ। ਵੀ ਆਰ ਸੋਲਜਰਸ।
ਉੱਥੇ ਉਹ ਫਰੰਟ ਤੇ ਲੜਦੇ ਨੇ, ਬਾਰਡਰ ਤੇ ਜਾ ਕੇ ਲੜਦੇ ਨੇ, ਤੇ ਇੱਥੇ ਸਾਡਾ ਬਾਰਡਰ ਜਿਹੜਾ ਹੈ ਨਾ ਸਾਡਾ ਪਰਿਵਾਰ ਹੀ ਹੈ, ਸਾਡੇ ਆਲਾ ਦੁਆਲੇ ਦਾ ਸਮਾਜ ਹੈ ਜਿਹਦੇ ਨਾਲ ਅਸੀਂ ਰੋਜ਼ ਜੂਝਦੇ ਹਾਂ। ਜੰਗ ਜੀਵਨ ਜੰਗ ਹੈ, ਜੰਗ ਜਿੱਤਣੀ ਹੈ, ਤੇ ਜੰਗ ਜਿੱਤੀ ਕਿਵੇਂ ਜਾਏਗੀ? ਜੂਝ ਕੇ। ਪਹਿਲੀ ਗੱਲ, ਕੁਝ ਤੇ ਜੂਝਣਾ ਹੀ ਪਏਗਾ। ਜਿੰਨਾ ਮਰਜ਼ੀ ਕੋਈ ਵੱਡਾ ਹੋਵੇ, ਜਿੰਨਾ ਮਰਜ਼ੀ ਕੋਈ ਨਾਮ ਬਾਣੀ ਦਾ ਰਸਕ ਹੋਵੇ, ਤਾਂ ਵੀ ਉਹਨੂੰ ਮੁਸ਼ਕਿਲਾਂ ਆਣੀਆਂ ਹੀ ਆਣੀਆਂ। ਗੁਰੂ ਸਾਹਿਬ ਨੂੰ ਆਈਆਂ, ਹੈ ਨਾ। ਗੁਰੂ ਸਾਹਿਬ ਦੇ ਘਰ ਵਿੱਚ ਵੀ ਲੜਾਈਆਂ ਸੀਗੀਆਂ। ਪ੍ਰਿਥੀ ਚੰਦ ਦੀ ਅਸੀਂ ਸਾਰੀਆਂ ਸਾਖੀਆਂ ਪੜ੍ਹਦੇ ਹਾਂ, ਕਿਸ ਤਰੀਕੇ ਨਾਲ ਉਹਨੇ ਵਿਰੋਧ ਕੀਤਾ। ਇਟ ਇਜ਼ ਹਿਊਮਨ, ਇਹ ਹੋਣਾ ਹੀ ਹੋਣਾ ਹੈ। ਲੇਕਿਨ ਗੁਰੂ ਸਾਹਿਬ ਨੇ ਉਸ ਲੜਾਈ ਦੇ ਵਿੱਚ ਉਹਨਾਂ ਨੇ ਆਪਣਾ ਬੈਲੈਂਸ ਕਿਵੇਂ ਰੱਖਿਆ, ਇਹ ਸਿੱਖਣ ਵਾਲੀ ਚੀਜ਼ ਹੈ। ਨਾ ਕਿ ਇਹ ਕਹਿਣਾ ਵੀ ਲੜਾਈ ਹੋਵੇ ਹੀ ਨਾ, ਮੁਸ਼ਕਿਲਾਂ ਆਣ ਹੀ ਨਾ। ਮੁਸ਼ਕਿਲਾਂ ਤੇ ਆਣੀਆਂ ਹੀ ਆਣੀਆਂ ਨੇ। ਹਾਂ, ਇੱਕ ਗੱਲ ਮੈਂ ਬੜੀ ਪਹਿਲਾਂ ਕਹਿੰਦਾ ਹੁੰਦਾ ਸੀ, ਹੁਣ ਬੜੀ ਦੇਰ ਹੋ ਗਈ, ਮੈਨੂੰ ਵੀ ਭੁੱਲੀ ਹੋਈ ਸੀ, ਅੱਜ ਸਵੇਰੇ ਯਾਦ ਆਈ। ਜੇ ਬੇਟਾ ਸਾਡੇ ਛੋਟੇ ਨਿਸ਼ਾਨੇ ਹੋਣਗੇ ਨਾ, ਤੇ ਛੋਟੀ ਜਿਹੀ ਮੁਸ਼ਕਿਲ ਵੀ ਵੱਡੀ ਨਜ਼ਰ ਆਏਗੀ। ਤੇ ਜੇ ਨਿਸ਼ਾਨਾ ਬਹੁਤ ਵੱਡਾ ਹੋਏਗਾ, ਤੇ ਫਿਰ ਵੱਡੀਆਂ ਵੱਡੀਆਂ ਮੁਸ਼ਕਿਲਾਂ ਵੀ ਛੋਟੀਆਂ ਹੋ ਜਾਣਗੀਆਂ। ਸਾਨੂੰ ਲੱਗੇਗਾ ਤੇ ਗੱਲ ਕੋਈ ਨਹੀਂ, ਮੇਰਾ ਨਿਸ਼ਾਨਾ ਤੇ ਇਸ ਤੋਂ ਵੀ ਉੱਤੇ ਹੈ, ਮੈਂ ਤੇ ਉਹ ਕੰਮ ਕਰਨਾ ਹੈ, ਮੈਂ ਇਹਨਾਂ ਗੱਲਾਂ 'ਚ ਉਲਝਣਾ ਹੀ ਨਹੀਂ। ਸੋ ਇਹ ਬਹੁਤ ਜ਼ਰੂਰੀ ਗੱਲ ਹੈ ਬੇਟਾ, ਕਿ ਅਸੀਂ ਆਪਣੇ ਨਿਸ਼ਾਨੇ ਵੱਡੇ ਮਿੱਥੀਏ। ਤੇ ਔਰ ਬਿਲਕੁਲ ਇਹਨਾਂ ਸਟੱਡੀਜ਼, ਇਹ ਸਟੱਡੀ ਸਾਡੇ ਵਾਸਤੇ ਨਹੀਂ ਹੋਈਆਂ ਕਿ ਰੈਜ਼ੋਲੂਸ਼ਨ ਬਣਾ ਕੇ ਛੱਡ ਦਿੰਦੇ ਨੇ। ਹਾਂ, ਸਾਨੂੰ ਰੈਜ਼ੋਲੂਸ਼ਨ ਭੁੱਲੇਗਾ, ਅਸੀਂ ਫਿਰ ਯਾਦ ਕਰਾਵਾਂਗੇ, ਫਿਰ ਯਾਦ ਕਰਾਂਗੇ, ਫਿਰ ਕੋਸ਼ਿਸ਼ ਕਰਾਂਗੇ। ਹੁਣ 1 ਜਨਵਰੀ ਨੂੰ 2022 ਦਾ ਰੈਜ਼ੋਲੂਸ਼ਨ ਕੀਤਾ, ਫਿਰ ਅਸੀਂ ਮਾਘੀ ਤੇ ਫਿਰ ਰੈਜ਼ੋਲੂਸ਼ਨ ਕਰ ਲਾਂਗੇ, ਹਰ ਮਹੀਨੇ ਸੰਗਰਾਂਦ ਤੇ ਰੈਜ਼ੋਲੂਸ਼ਨ ਕਰ ਲਾਂਗੇ, ਹਰ ਗੁਰਪੁਰਬ ਤੇ ਰੈਜ਼ੋਲੂਸ਼ਨ ਕਰ ਲਾਂਗੇ। ਮੈਨੂੰ ਲੱਗਦਾ ਇਹ ਸਾਡੇ ਰਿਮਾਈਂਡਰਸ ਨੇ। ਵੀ ਕੈਨ ਮੇਕ ਰੈਜ਼ੋਲੂਸ਼ਨ। ਕਿਸੇ ਨੇ ਪੁੱਛਿਆ ਸੀ ਰੈਜ਼ੋਲੂਸ਼ਨ ਹੁੰਦਾ ਕੀ ਹੈ? ਰੈਜ਼ੋਲੂਸ਼ਨ ਹੈ ਪ੍ਰਣ, ਕਿ ਮੈਂ ਕੁਝ ਕਰਨਾ ਹੈ, ਮੈਂ ਕੁਝ ਬਣਨਾ ਹੈ, ਮੈਂ ਪਿੱਛੇ ਨਹੀਂ ਹਟਣਾ। ਔਰ ਸਭ ਤੋਂ ਵੱਡਾ ਰੈਜ਼ੋਲੂਸ਼ਨ ਮੈਂ ਇਸ ਮਹਿਸੂਸ ਕਰਦਾ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਕਰਨਾ ਹੈ। ਮੇਰੇ ਅੰਦਰ ਗੁੱਸਾ ਹੈ, ਮੈਂ ਗੁੱਸਾ ਘੱਟ ਕਰਨਾ ਹੈ। ਮੈਂ ਪ੍ਰਣ ਕਰਾਂ ਕਿ ਮੈਂ ਹੁਣ ਇਹ ਜਿਹੜਾ ਸਾਲ 22 ਚੜਿਆ ਹੈ ਨਾ, ਇਹਦੇ 'ਚ ਮੈਂ ਮਹੀਨੇ 'ਚ 1 ਵਾਰੀ ਤੋਂ ਵੱਧ ਗੁੱਸਾ ਨਹੀਂ ਕਰਾਂਗਾ, ਜਾਂ 2 ਮਹੀਨੇ 'ਚ 1 ਵਾਰੀ ਤੋਂ ਵੱਧ ਗੁੱਸਾ ਨਹੀਂ ਕਰਾਂਗਾ, ਹੈ ਨਾ। ਮੈਂ ਦੇਖਾਂ ਮੈਂ ਕਿੱਥੇ ਕਿੱਥੇ ਫਿਸਲਦਾ ਹਾਂ, ਕਿਹੜੀ ਕਿਹੜੀ ਗੱਲ ਤੇ ਮੈਨੂੰ ਗੁੱਸਾ ਚੜਦਾ ਹੈ, ਜਾਂ ਕਿਹੜੀ ਕਿਹੜੀ ਗੱਲ ਤੇ ਮੈਂ ਡੀਮੋਟੀਵੇਟ ਹੋ ਜਾਂਦਾ, ਘਬਰਾ ਜਾਂਦਾ। ਸਭ ਤੋਂ ਜ਼ਰੂਰੀ ਗੱਲ ਹੈ ਸੈਲਫ ਰਿਲਾਇੰਸ। ਹਾਂ, ਲਿਖ ਲਓ ਜੀ ਇਹ ਗੱਲ। ਰਿਲਾਇੰਸ ਦਾ ਵਿਰੋਧ ਕੀਤਾ ਸੀ ਕੰਪਨੀਆਂ, ਸਾਰੇ ਫਾਰਮਰਸ ਨੇ। ਇਹ ਰਿਲਾਇੰਸ ਜਿਹੜੀ ਹੈ ਇਹ ਮਾੜੀ ਹੈ, ਇਹ ਕਿਸਾਨਾਂ ਨੂੰ ਲੁੱਟ ਰਹੀ ਹੈ। ਪਰ ਸੈਲਫ ਰਿਲਾਇੰਸ ਵਧੀਆ ਜੀ। ਅੰਬਾਨੀ ਵਾਲੀ ਰਿਲਾਇੰਸ ਨਹੀਂ, ਸੈਲਫ ਰਿਲਾਇੰਸ, ਆਪਣੇ ਆਪ ਤੇ ਭਰੋਸਾ ਕਰਨਾ। ਇੱਕ ਗੱਲ ਹੋਰ ਲਿਖ ਲਓ ਜੀ, ਬੜੀ ਕਮਾਲ ਦੀ ਕੈਚ ਜੇ, ਯੂ ਆਰ ਸਟਰੋਂਗਰ ਦੈਨ ਯੂ ਥਿੰਕ। ਅਸੀਂ ਸੋਚਦੇ ਹਾਂ ਮੁਸ਼ਕਿਲ ਵੱਡੀ ਹੈ, ਮੈਂ ਕਮਜ਼ੋਰ ਹਾਂ। ਨਹੀਂ, ਕਈ ਵਾਰੀ ਉਹ ਮੁਸ਼ਕਿਲ ਤੁਹਾਡੇ ਅੰਦਰਲੀ ਸਟਰੋਂਗਨੈਸ ਨੂੰ ਬਾਹਰ ਲੈ ਕੇ ਆਉਂਦੀ। ਤੁਸੀਂ ਜਿੰਨਾ ਆਪਣੇ ਆਪ ਨੂੰ ਪਾਵਰਫੁਲ ਸਮਝਦੇ ਹੋ ਨਾ, ਅਸਲ ਵਿੱਚ ਤੁਹਾਡੀ ਪਾਵਰ ਉਸ ਤੋਂ ਵੀ ਵੱਧ ਹੈ ਨਾ। ਸੋ ਇਸ ਗੱਲ ਲਈ ਆਪਾਂ ਸਦਾ ਤਿਆਰ ਰਹੀਏ, ਸੈਲਫ ਰਿਲਾਇੰਸ, ਆਪਣੇ ਆਪ ਨੂੰ ਪਿਆਰ ਕਰੀਏ। ਸਾਰੇ ਕਹਿੰਦੇ ਨੇ ਦੂਜਿਆਂ ਨੂੰ ਪਿਆਰ ਕਰੋ, ਪਰ ਮੈਂ ਕਹਿੰਦਾ ਪਹਿਲੀ ਗੱਲ ਆਪਣੇ ਆਪ ਨੂੰ ਪਿਆਰ ਕਰੋ। ਆਪਣੇ ਆਪ ਨੂੰ ਮਾਫ ਵੀ ਕਰੋ, ਵੀ ਇਹ ਮੇਰੇ ਕੋਲ ਗਲਤੀ ਹੋ ਗਈ, ਹੁਣ ਨਹੀਂ ਕਰਾਂ। ਮਾਫ ਕਰ ਦਿਓ ਆਪਣੇ ਆਪ ਨੂੰ, ਫਿਰ ਮਿਹਨਤ ਨਾਲ ਜੁਟ ਜਾਓ। ਥੋੜੇ ਦਿਨ ਪਹਿਲਾਂ ਸਾਡੇ ਘਰ ਇੱਕ ਛੋਟਾ ਜਿਹਾ ਇੱਕ ਸਮਾਗਮ ਸੀਗਾ, ਤੇ ਇੱਕਦਮ ਹੀ ਪ੍ਰੋਗਰਾਮ ਬਣਿਆ। ਕਹਿੰਦੇ ਜੀ ਸਵੇਰੇ ਬੈਠ ਕੇ ਆਪਾਂ ਕੀਰਤਨ ਕਰਾਂਗੇ। ਤੇ ਮੈਂ ਆਇਆ ਜਿਹੜੇ ਕਮਰੇ ਦੇ ਵਿੱਚ ਜਿੱਥੇ ਪਾਠ ਕੀਰਤਨ ਹੋਣਾ ਸੀ, ਉੱਥੇ ਬੜਾ ਖਿਲਾਰਾ ਪਿਆ ਸੀ। ਮੈਂ ਉਹਦੇ ਉੱਤੇ ਇੱਕ ਚੱਦਰ ਪਾ ਦਿੱਤੀ। ਹੁਣ ਕੀ ਹੋਇਆ ਜੀ, ਚੱਦਰ ਜਦੋਂ ਮੈਂ ਪਾਈ ਨਾ, ਮੈਂ ਕਿਹਾ ਸਭ ਨੂੰ ਪਤਾ ਤੇ ਲੱਗ ਜਾਏਗਾ ਵੀ ਇਹ ਚੀਜ਼ਾਂ ਉੱਤੇ ਚੱਦਰ ਪਾਈ ਹੈ, ਥੱਲੇ ਦਾ ਮਤਲਬ ਖਿਲਾਰਾ ਹੈ, ਗੰਦ ਹੈ, ਕਲਟਰ ਹੈ, ਤੇ ਉੱਤੇ ਚੱਦਰ ਪਾ ਦਿੱਤੀ। ਫਿਰ ਮੈਨੂੰ ਧਿਆਨ ਆਇਆ, ਵਾਹਿਗੁਰੂ ਜੀ ਵੀ ਤੇ ਸਾਡੇ ਤੇ ਚੱਦਰ ਪਾਉਂਦੇ ਨੇ, ਸਾਡੇ ਪਰਦੇ ਕੱਜਦੇ ਨੇ। ਮੇਰੇ 'ਚ ਕਿੰਨੀਆਂ ਹੀ ਗਲਤੀਆਂ ਨੇ, ਕਿੰਨੀਆਂ ਹੀ ਕਮੀਆਂ ਨੇ, ਇੰਨੀਆਂ ਕਮੀਆਂ ਨੇ, ਇੰਨੀਆਂ ਕਮੀਆਂ ਨੇ, ਵਾਹਿਗੁਰੂ ਲਿਖੀਆਂ ਹੀ ਨਹੀਂ ਜਾ ਸਕਦੀਆਂ। ਜਿੰਨੀ ਸਮੁੰਦਰ 'ਚ ਪਾਣੀ ਹੈ ਨਾ, ਉਸ ਤੋਂ ਵੱਧ ਗਲਤੀਆਂ ਨੇ ਮੇਰੇ ਅੰਦਰ। ਲੇਕਿਨ ਵਾਹਿਗੁਰੂ ਜੀ ਨੇ ਪਤਾ ਕੀ ਕੀਤਾ, ਉੱਤੇ ਪਰਦਾ ਪਾਇਆ ਹੋਇਆ, ਸਭ ਨੂੰ ਲੱਗਦਾ ਵੀ ਇੱਥੇ ਬੜੇ ਅੱਛੇ ਨੇ, ਹੈ ਨਾ। ਅੱਛਾ, ਜਿਹੜਾ ਮੈਂ ਪਰਦਾ ਪਾਇਆ ਨਾ,
ਉਹ ਸਭ ਨੂੰ ਨਜ਼ਰ ਆ ਗਿਆ ਵੀ ਉਹ ਮੇਰੇ ਸਾਹਮਣੇ ਹਾਲੀ ਵੀ ਪਿਆ ਹੋਇਆ ਪਰਦਾ ਉੱਤੇ ਤੇ ਹਾਲੀ ਵੀ ਉਹ ਚੱਦਰ ਪਾਈ ਹੋਈ, ਸਭ ਨੂੰ ਪਤਾ ਲੱਗਦਾ ਵੀ ਇਹ ਚੱਦਰ ਪਾਈ ਹੋਈ ਹੈ, ਪਰਦਾ ਕੀਤਾ ਹੋਇਆ। ਲੇਕਿਨ ਵਾਹਿਗੁਰੂ ਜੀ ਇਹੋ ਜਿਹਾ ਪਰਦਾ ਪਾਉਂਦੇ ਨੇ, ਉਹ ਪਤਾ ਹੀ ਨਹੀਂ ਲੱਗਦਾ ਕਿ ਪਰਦਾ ਪਾਇਆ ਹੋਇਆ, ਉਹਨਾਂ ਦਾ ਪਰਦਾ ਵੀ ਨਜ਼ਰ ਨਹੀਂ ਆਉਂਦਾ। ਕਿਆ ਬਾਤ ਭਾਈ, ਸ਼ੁਕਰਾਨਾ ਕਰੀਏ ਵਾਹਿਗੁਰੂ ਸਾਡੇ ਪਰਦੇ ਕੱਜੀ ਰੱਖੇ ਤੇ ਅਸੀਂ ਵੀ ਦੂਜਿਆਂ ਦੇ ਪਰਦੇ ਕੱਜੀਏ। ਸਾਡੇ ਆਲੇ ਦੁਆਲੇ ਕਿਸੇ ਕਮੀ ਹੈ ਨਾ ਤੇ ਉਹਨੂੰ ਬ੍ਰੌਡਕਾਸਟ ਨਾ ਕਰੀਏ, ਉਹਦਾ ਮਜ਼ਾਕ ਨਾ ਉਡਾਈਏ, ਸਗੋਂ ਉਹਨੂੰ ਇੰਪਰੂਵ ਕਰਨ ਦਾ ਮੌਕਾ ਦਈਏ, ਹੈ ਨਾ ਜੀ। ਇੱਕ ਬੇਨਤੀ ਬੇਟਾ ਮੈਂ ਹੋਰ ਜਿਹੜੀ ਦੇਖ ਰਿਹਾ ਹਾਂ ਅੱਜ ਕੱਲ੍ਹ ਨੌਜਵਾਨ ਬੱਚਿਆਂ ਵਿੱਚ, ਖਾਸ ਕਰ ਯੂਨੀਵਰਸਿਟੀ 'ਚ ਜਿਹੜੇ ਮੇਰੇ ਕੋਲ ਬੱਚੇ ਕਾਉਂਸਲਿੰਗ ਲਈ ਆਉਂਦੇ ਨੇ, ਮੈਂ ਦੇਖ ਰਿਹਾ ਇੱਕ ਬੜੀ ਵੱਡੀ ਪ੍ਰੋਬਲਮ ਓਵਰ ਥਿੰਕਿੰਗ ਦੀ ਹੈ। ਥਿੰਕਿੰਗ ਨੈਵਰ ਸੋਲਵਸ ਐਨੀ ਪ੍ਰੋਬਲਮ। ਕੋਈ ਪ੍ਰੋਬਲਮ ਹੈ, ਤੁਸੀਂ ਸੋਚੀ ਚੱਲੋਗੇ ਸੋਚੀ ਚੱਲੋਗੇ ਸੋਚੀ ਚੱਲੋਗੇ, ਏਦਾਂ ਪ੍ਰੋਬਲਮ ਸੋਲਵ ਨਹੀਂ ਹੋਏਗੀ। ਨਾਲੇ ਅਸੀਂ ਪਤਾ ਕਿ ਥਿੰਕਿੰਗ ਕਰਦੇ ਹਾਂ ਪ੍ਰੋਬਲਮ ਦੀ, ਸੋਲੂਸ਼ਨ ਤੇ ਥਿੰਕਿੰਗ ਘੱਟ ਕਰਦੇ ਹਾਂ। ਥੋੜੀ ਬਹੁਤ ਥਿੰਕਿੰਗ ਠੀਕ ਹੈ, ਬਟ ਓਵਰ ਥਿੰਕਿੰਗ is not good thing, and psychology says we suffer more in imagination than in reality. ਲਿਖ ਲਓ ਜੀ, ਕੈਚ ਕਰ ਲਓ ਇਹਨੂੰ। ਅਸੀਂ ਇਮੈਜੀਨੇਸ਼ਨ ਵਿੱਚ ਜ਼ਿਆਦਾ ਸਫਰਿੰਗ ਕਰਦੇ ਹਾਂ, ਜ਼ਿਆਦਾ ਦੁਖੀ ਹੁੰਦੇ ਹਾਂ, ਰਿਐਲਿਟੀ 'ਚ ਘੱਟ ਦੁਖੀ ਹੁੰਦੇ। ਸੌਖੀ ਭਾਸ਼ਾ 'ਚ ਇਹਨੂੰ ਚਿੰਤਾ ਹੀ ਕਹਿੰਦੇ ਨੇ ਨਾ। ਮੈਂ ਹੁਣ ਚਿੰਤਾ ਕਰੀ ਜਾਵਾਂ ਵੀ ਉਹ ਫਲਾਣਾ ਗਿਆ ਹੋਇਆ ਜੀ ਰਾਜ, ਉਹਦਾ ਐਕਸੀਡੈਂਟ ਨਾ ਹੋ ਜਾਏ। ਕੋਈ ਨਹੀਂ ਹੋਇਆ ਐਕਸੀਡੈਂਟ, ਪਰ ਮੈਂ ਸਾਰਾ ਦਿਨ ਚਿੰਤਾ ਕਰਦਾ ਰਿਹਾ। ਯਾਨੀ ਇਮੈਜੀਨੇਸ਼ਨ 'ਚ ਮੈਂ ਸਫਰ ਕਰ ਲਿਆ, ਰੀਅਲ ਦੇ ਵੀ ਤੇ ਸਫਰਿੰਗ ਹੋਈ ਨਹੀਂ, ਐਕਸੀਡੈਂਟ ਤਾਂ ਹੋਇਆ ਹੀ ਨਹੀਂ। ਅਸੀਂ ਇੰਨੀ ਜ਼ਿਆਦਾ ਚਿੰਤਾ ਕਰਦੇ ਹਾਂ, ਇੰਨੀ ਜ਼ਿਆਦਾ ਓਵਰ ਥਿੰਕਿੰਗ ਕਰਦੇ ਹਾਂ, ਔਰ ਉਹਦਾ ਕਾਰਨ ਪਤਾ ਕੀ ਹੈ? ਅਸੀਂ ਫ੍ਰੀ ਹਾਂ। ਐਵੇਂ ਝੂਠ ਬੋਲਦੇ ਹਾਂ ਅਸੀਂ ਬਿਜ਼ੀ ਹਾਂ। ਬਿਜ਼ੀ ਬੰਦੇ ਤੇ ਵੱਧ ਤੋਂ ਵੱਧ ਟਾਈਮ ਕੱਢ ਲੈਂਦੇ ਨੇ, ਫ੍ਰੀ ਬੰਦੇ ਕੋਲ ਟਾਈਮ ਹੀ ਨਹੀਂ ਹੁੰਦਾ। ਉਹ ਕਹਿੰਦਾ ਜੀ ਮੈਂ ਨਹੀਂ ਟਾਈਮ ਕੱਢ ਸਕਦਾ। ਯੈਸ, ਸੱਚੀ ਗੱਲ ਹੈ ਜੀ। ਓਨਲੀ ਬਿਜ਼ੀ ਪਰਸਨਸ ਕੈਨ ਫਾਈਂਡ ਟਾਈਮ। ਮੈਨੂੰ ਕਈ ਜਣੇ ਫੋਨ ਕਰਦੇ ਨੇ, ਕਹਿੰਦੇ ਅੰਕਲ ਤੁਸੀਂ ਫ੍ਰੀ ਹੋ, ਤੁਹਾਡੇ ਨਾਲ ਗੱਲ ਕਰ ਲਈਏ। ਮੈਂ ਕਿਹਾ ਫ੍ਰੀ ਤੇ ਮੈਂ ਕਦੇ ਨਹੀਂ ਹੁੰਦਾ, ਪਰ ਤੁਹਾਡੇ ਨਾਲ ਗੱਲ ਕਰ ਸਕਦਾ। ਹੁਣ ਮੈਂ ਪ੍ਰਾਇੋਰਟੀ ਬਦਲ ਲਈ ਹੈ ਵੀ ਉਹ ਕੰਮ ਕਰਨ ਦੀ ਬਜਾਏ ਤੁਹਾਡੇ ਨਾਲ ਗੱਲ ਕਰਨ ਦੀ ਪ੍ਰਾਇੋਰਟੀ ਹੈ। ਸੋ ਬੇਟਾ ਜੀ, ਬਾਈ ਨੂੰ ਆਪਾਂ ਵੈਲਕਮ ਕਰੀਏ, ਬਾਰ-ਬਾਰ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਲਿਖੋ ਪ੍ਰਣ, ਸੰਗਤ ਵਧੀਆ ਕਰੋ, ਇਹ ਬਹੁਤ ਜ਼ਰੂਰੀ ਜੇ ਬੇਟਾ। ਇਕੱਲੇ ਵੀ ਅਸੀਂ ਅੱਗੇ ਨਹੀਂ ਵੱਧ ਸਕਦੇ ਤੇ ਭੈੜੀ ਸੰਗਤ ਨਾਲ ਵੀ ਅਸੀਂ ਅੱਗੇ ਨਹੀਂ ਵੱਧ ਸਕਦੇ। ਇੱਕ ਜ਼ਰੂਰ ਸੋਚੋ ਵੀ ਇਸ ਸਾਲ ਦੇ ਵਿੱਚ ਮੈਂ ਕਿਹੜੇ-ਕਿਹੜੇ ਪਿਛਲੇ ਫਰੈਂਡਸ ਡ੍ਰੌਪ ਕਰ ਦੇਣੇ ਨੇ ਤੇ ਕਿਹੜੇ-ਕਿਹੜੇ ਅੱਛੇ ਫਰੈਂਡਸ ਲੱਭਣੇ ਨੇ। ਅੱਛੇ ਫਰੈਂਡ ਲੱਭਣਾ ਇੰਨਾ ਇੰਪੋਰਟੈਂਟ ਹੈ ਕਿ ਸਾਡੀ ਸਵੇਰ ਸ਼ਾਮ ਦੀ ਅਰਦਾਸ ਦੇ ਵਿੱਚ ਕਹਿ ਦਿੱਤਾ ਗਿਆ। ਕੀ ਕਹਿੰਦੇ ਜੀ ਅਰਦਾਸ ਦੇ ਵਿੱਚ? ਕੋਈ ਜਣਾ ਦੱਸੇਗਾ ਜੀ? ਕਿੱਥੇ ਅਸੀਂ ਕਹਿੰਦੇ ਆ ਵੀ ਹਾਂਜੀ ਵਾਹਿਗੁਰੂ ਜੀ ਮੈਨੂੰ ਅੱਛੇ ਫਰੈਂਡਸ ਦੱਸੋ ਜੀ। ਹਾਂਜੀ ਦੱਸੋ ਜੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਵੈਰੀ ਗੁੱਡ ਜੀ, ਵੈਰੀ ਗੁੱਡ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਆਹਾ, ਅਸੀਂ ਭੈੜੀ ਸੰਗਤ ਨਹੀਂ ਕਰਨੀ, ਅਸੀਂ ਉਹਨਾਂ ਪਿਆਰਿਆਂ ਨਾਲ ਨਹੀਂ ਮਿਲਣਾ ਜਿਹੜੇ ਸਾਨੂੰ ਪਰਮਾਤਮਾ ਨਾਲੋਂ ਤੋੜਦੇ ਨੇ। ਅਸੀਂ ਵਾਹਿਗੁਰੂ ਜੀ ਨੇ ਕਹਿੰਦੇ ਸਾਨੂੰ ਉਹ ਵਾਲੇ ਪਿਆਰੇ ਮਿਲਾਓ ਜਿਹੜੇ ਤੁਹਾਡੇ ਨਾਲ ਜੋੜਦੇ ਨੇ ਵਾਹਿਗੁਰੂ ਜੀ, ਹੈ ਨਾ। ਇੰਨੀ ਜ਼ਿਆਦਾ ਇੰਪੋਰਟੈਂਟ ਹੈ ਗੱਲ ਕਿ ਅਸੀਂ ਅੱਛੇ ਬੰਦਿਆਂ ਦੀ ਸੰਗਤ ਕਰਨੀ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ। ਔਰ ਇਸ ਸਾਲ ਦੇ ਵਿੱਚ ਆਪਣੇ ਫਰੈਂਡਸ ਇਹੋ ਜਿਹੇ ਬਣਾਓ। ਮੈਂ ਦੇਖਿਆ ਬੇਟਾ ਬਹੁਤ ਸਾਰੇ ਬੱਚੇ ਇਹਨੂੰ ਨਾ ਨੇਬਰਹੁੱਡ ਇਫੈਕਟ ਵੀ ਕਹਿੰਦੇ ਨੇ ਇਕਨੋਮਿਕਸ ਦੇ ਵਿੱਚ। ਮੈਂ ਤੁਹਾਨੂੰ ਸੌਖੀ ਭਾਸ਼ਾ 'ਚ ਦੱਸਦਾ। ਮੈਂ 7ਵੀਂ 8ਵੀਂ ਪੜ੍ਹਦਾ ਸੀ, ਮੇਰੇ ਨਾਲ ਇੱਕ ਦੋਸਤ ਪੜ੍ਹਦਾ ਸੀ ਤੇ ਉਹਨੇ ਸਕੂਲ ਚੇਂਜ ਕਰ ਲਿਆ। ਸਕੂਲ ਚੇਂਜ ਕਰ ਲਿਆ ਤੇ ਉਹ ਕਾਫੀ ਨਲਾਇਕ ਹੋ ਗਿਆ। ਉਹਦੇ ਮੰਮਾ ਮੇਰੇ ਮੰਮਾ ਨੂੰ ਕਹਿੰਦੇ ਨੇ ਵੀ ਮੈਂ ਸਾਡਾ ਬੱਚਾ ਤੇ ਬਹੁਤ ਨਲਾਇਕ ਹੋ ਗਿਆ, ਉਸ ਸਕੂਲ 'ਚ ਠੀਕ ਸੀਗਾ, ਇੱਧਰ ਆ ਕੇ ਬਹੁਤ ਨਲਾਇਕ ਹੋ ਗਿਆ, ਤੁਸੀਂ ਸਾਡੇ ਘਰ ਆਓ। ਪਹਿਲਾਂ ਹੀ ਵਾਕਫ ਸੀਗੇ, ਫੈਮਿਲੀ ਫਰੈਂਡ ਸੀ। ਅਸੀਂ ਉਹਨਾਂ ਦੇ ਘਰ ਗਏ ਤੇ ਮੈਂ ਉਹਨੂੰ ਕਿਹਾ ਵੀ ਕੀ ਗੱਲ ਵੀ ਤੇਰੀ ਪੜ੍ਹਾਈ ਦਾ? ਕਹਿੰਦਾ ਮੈਂ ਆਪਣੀ ਕਲਾਸ 'ਚੋਂ ਟੌਪ ਕਰਦਾ। ਪਰ ਉਹ ਕਲਾਸ ਜਿਹੜੀ ਸੀ ਉਹ ਇੰਨੀ ਨਲਾਇਕ ਸੀਗੀ, ਉਹ ਨਲਾਇਕਾਂ 'ਚੋਂ ਆਪਣੇ ਆਪ ਨੂੰ ਟੌਪ ਸਮਝ ਕੇ ਸੋਚਦਾ ਸੀ ਮੈਂ ਸੱਚੀ ਮੁੱਚੀ ਟੌਪ ਕਰਦਾ।
ਅਗਰ ਤੁਹਾਡੀ ਨੇਬਰਹੁੱਡ ਦੇ ਵਿੱਚ ਤੁਹਾਡੇ ਤੋਂ ਇੰਟੈਲੀਜੈਂਟ ਬੱਚੇ ਨੇ, ਤੁਸੀਂ ਉਹਨਾਂ ਤੋਂ ਇੰਟੈਲੀਜੈਂਟ ਹੋਣ ਦੀ ਕੋਸ਼ਿਸ਼ ਕਰੋ। ਪਰ ਜੇ ਤੁਹਾਡੀ ਨੇਬਰਹੁੱਡ ਵਿੱਚ ਤੁਹਾਡੇ ਤੋਂ ਵੀ ਬੈਕਵਰਡ ਬੱਚੇ ਨੇ ਤੇ ਤੁਸੀਂ ਉਹਨਾਂ ਵਰਗੇ ਹੀ ਹੋ ਜਾਓਗੇ, ਜਾਂ ਉਹਨਾਂ ਵਿੱਚੋਂ ਥੋੜਾ ਜਿਹਾ ਚੰਗੇ ਹੋ ਕੇ ਸੋਚੋਗੇ ਮੈਂ ਬਹੁਤ ਚੰਗਾ ਹੋ ਗਿਆ। ਸੋ ਆਲਵੇਜ਼ ਬੀ ਇਨ ਦਾ ਕੰਪਨੀ ਆਫ ਟੌਪ ਪੀਪਲ। ਤਾਂ ਹੀ ਸਾਨੂੰ ਗੁਰੂ ਸਾਹਿਬ ਨੇ ਸੰਗਤ ਕਰਨ ਨੂੰ ਕਿਹਾ ਹੈ। ਕਹਿੰਦੇ ਜੀ ਸੰਗਤ ਕਰਨਾ ਇੰਨੀ ਇੰਪੋਰਟੈਂਟ ਹੈ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਆਹਾ, ਸਾਰੀ ਤੁਹਾਡੀ ਮੈਲ ਚਲੀ ਜਾਏਗੀ, ਨਿਰਮਲ ਚਿੱਤ ਹੋ ਜਾਏਗਾ ਜੇ ਅਸੀਂ ਚੰਗੇ ਲੋਕਾਂ ਦੀ, ਚੰਗੇ ਫਰੈਂਡਸ ਦੀ ਸੰਗਤ ਕਰਾਂਗੇ। ਜ਼ਰੂਰ ਦੇਖੋ ਮੇਰੀਆਂ ਸਹੇਲੀਆਂ ਕੌਣ ਕੌਣ ਨੇ, ਮੇਰੇ ਫਰੈਂਡ ਕੌਣ ਕੌਣ ਨੇ, ਮੈਂ ਹੋਰ ਕਿਹੜੇ ਅੱਛੇ ਨੇ ਉਹਨਾਂ ਨਾਲ ਮੈਂ ਫਰੈਂਡਸ਼ਿਪ ਕਰਾਂ। ਸੋ ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਬੇਟਾ। ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲਾਈਫ ਦੇ ਵਿੱਚ ਹੈ ਕਿ ਆਪਣੇ ਆਪ ਨੂੰ ਜੇ ਤੁਸੀਂ ਲਿਮਿਟ ਲਗਾ ਦੋਗੇ ਨਾ, ਮੈਂ ਤੇ ਇੰਨਾ ਹੀ ਕਰ ਸਕਦਾ, ਇੰਨਾ ਇਸ ਤੋਂ ਵੱਧ ਨਹੀਂ ਕਰ ਸਕਦਾ, ਤੇ ਉਨਾ ਹੀ ਹੋ ਜਾਏਗਾ। ਤੇ ਜੇ ਆਪਣੇ ਆਪ ਨੂੰ ਲਿਮਿਟਲੈਸ ਕਰ ਦੋਗੇ, ਪਰਮਾਤਮਾ ਲਿਮਿਟਲੈਸ ਹੈ, ਅਸੀਂ ਉਹਦੇ ਨਾਲ ਜੁੜਾਂਗੇ ਤੇ ਅਸੀਂ ਵੀ ਲਿਮਿਟਲੈਸ ਹੋ ਜਾਵਾਂਗੇ। ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ ਬੇਟਾ। ਬਹੁਤ ਸਾਰੀਆਂ ਅੱਛੀਆਂ ਸਾਈਟਾਂ ਦੀ ਗੱਲ ਕੀਤੀ ਹੈ। ਔਰ ਜਿਹੜੀ ਤੁਸੀਂ ਸਾਰੇ ਜਣੇ ABC ਦੇ ਵਿੱਚ ਹੈਗੇ ਹੋ ਕਿ ਨਹੀਂ? ਜਿਹੜੇ ABC 'ਚ ਨਹੀਂ ਹੈਗੇ ਜਰਾ ਇੱਕ ਮਿੰਟ ਹੈਂਡ ਰੇਜ਼ ਕਰਨਾ ਜੀ, ਮੈਨੂੰ ਜਰਾ ਇੱਕ ਮਿੰਟ ਪਤਾ ਲੱਗ ਜੇ। ਸਭ ਨੂੰ ABC ਦਾ ਆਪਣਾ ਚੈਟ ਕਰੋ ਜੀ। ਜਿਹੜੇ ABC 'ਚ ਨਹੀਂ ਹੈਗੇ ਐਨ ਲਿਖ ਦਿਓ ਜਰਾ। ਚਲੋ ਇਸ ਨਾਲ ਵੀ ਅੱਛੀ ਗੱਲ ਹੈ। ਸਾਰੇ ਆਪਣਾ ਆਪਣਾ ਰਾਊਂਡ ਲਿਖੋ ਜੀ, ਕਿਹੜੇ ਰਾਊਂਡ ਵਿੱਚੋਂ, R1 R2 R3 R4 ਕਰਿਓ ਜੀ ਚੈਟ ਜਲਦੀ ਜਲਦੀ, ਮੈਨੂੰ ਪਤਾ ਲੱਗ ਜੇ। R3 ਜੈਸਿਕਾ, ਗੁੱਡ। R4 ਜਸ਼ਨਪ੍ਰੀਤ ਕੌਰ, ਦੀਕਸ਼ਾ R3, ਹਰਜਸ R4, ਇੰਦਰਪਾਲ ਸਿੰਘ R4, ਗੁਰਲੀਨ R3, ਸ਼ਿਵਰਜੀਤ R3, ਜਸਕੀਰਤ R4, ਸਹਿਲੀਨ R3, ਮਨਮੀਨ R2। ਬਾਕੀ ਜੀ ਸਹਿਜਵੀਰ ਜੀ R2। ਚਲੋ ਬੇਟਾ ਮੈਂ ਇੱਕ ਬੇਨਤੀ ਕਰਾਂਗਾ, 22 ਦੇ ਵਿੱਚ ਇਹ ਜਿਹੜੀ ABC ਹੈ ਨਾ, ਇਹਨੇ ਤੁਹਾਨੂੰ ਵੀ ਤੇ ਸਾਡੇ ਪੰਜਾਬ ਨੂੰ ਵੀ XYZ ਤੇ ਲੈ ਜਾਣਾ ਜੀ। ਬਣਾਓ ਜੀ XYZ, ਕੀ ਹੋਏਗਾ? ABC ਤੇ ਹੋ ਗਿਆ ਐਸਪੀਰੇਸ਼ਨ ਬਿਲਡਿੰਗ ਕੈਂਪੇਨ, ਤੇ XYZ ਕੀ ਹੋਏਗਾ ਕਿ ਤੁਸੀਂ ਐਸੀ ਐਕਸੀਲੈਂਸ ਤੇ ਪਹੁੰਚ ਜਾਓਗੇ ਕਿ ਵਾਹਿਗੁਰੂ ਪਰਮਾਤਮਾ ਜੀ ਸਾਡੇ ਤੇ ਬਖਸ਼ਿਸ਼ ਕਰਕੇ ਸਾਰਾ ਸੰਸਾਰ, the world is waiting for us, world is waiting for the Sikhs who live according to Sri Guru Granth Sahib। ਦੁਨੀਆ ਨੂੰ ਇਸ ਵੇਲੇ ਸਭ ਤੋਂ ਵੱਧ ਲੋੜ ਸ਼ਾਂਤੀ ਦੀ, ਦਲੇਰੀ ਦੀ ਹੈ, ਔਰ ਗੁਰੂ ਸਾਹਿਬ ਨੇ ਇਹ ਚੀਜ਼ਾਂ ਸਾਨੂੰ ਬਾਣੀ 'ਚ ਦਿੱਤੀਆਂ ਨੇ। ਐਂਡ ਦੇ ਆਰ ਵੇਟਿੰਗ ਕਿ ਇਹ ਜਿਹੜੀਆਂ ਗੱਲਾਂ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ ਇਹ ਕੌਣ ਫੋਲੋ ਕਰ ਰਹੇ ਨੇ, ਉਹ ਲੋਕ ਆਉਣ ਤੇ ਸਾਨੂੰ ਲੀਡ ਕਰਨ। ਮੈਂ ਇੱਕ ਗੱਲ ਬੜੀ ਵਾਰੀ ਕਹੀ, ਅੱਜ ਫਿਰ ਕਹਿ ਦਿੰਦਾ ਕਿਉਂਕਿ ਨਵੇਂ ਸਾਲ ਦੀ ਗੱਲ ਹੈ, ਕਿ ਅਮਰੀਕਾ ਦੇ ਵਿੱਚ ਮੇਰੇ ਉਹਨਾਂ ਲੋਕਾਂ ਦੇ ਨਾਲ ਕੰਟੈਕਟ ਨੇ ਜਿਹੜੇ ਐਸਪਾਇਰ ਕਰ ਰਹੇ ਨੇ ਕਿ ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ ਅਮਰੀਕਾ ਦਾ ਪ੍ਰੈਜ਼ੀਡੈਂਟ ਇੱਕ ਸਿੱਖ ਹੋਏ। ਦੇ ਆਰ ਵਰਕਿੰਗ ਫॉर दैट। ਉਹ ਆਪਣੇ ਬੱਚਿਆਂ ਦੇ ਅੰਦਰ ਇਹੋ ਜਿਹੀ ਸਪਿਰਿਟ ਭਰ ਰਹੇ ਨੇ ਕਿ ਇਸ ਤਰ੍ਹਾਂ ਦੀ ਸਟੱਡੀ ਕਰੋ, ਇਸ ਤਰ੍ਹਾਂ ਦੀ ਸਰਵਿਸ ਕਰੋ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਆਓ ਔਰ ਅੱਗੇ ਆ ਕੇ ਅਮਰੀਕਾ ਵਰਗੇ ਦੇਸ਼ ਨੂੰ ਲੀਡ ਕਰੋ। ਕੈਨੇਡਾ 'ਚ ਪਹਿਲਾਂ ਹੀ ਅਸੀਂ ਬਹੁਤ ਅੱਗੇ ਪਹੁੰਚ ਗਏ। ਵੈਰੀ ਗੁੱਡ ਜੀ, ਰਵਿੰਦਰ ਜੀ ਨੇ ਬਣਾਤਾ ਐਕਸੀਲੈਂਸ ਵਿਦ ਯੰਗ ਜ਼ੀਲ। ਬਹੁਤ ਵਧੀਆ ਜੀ, ਬਹੁਤ ਵਧੀਆ ਵੀਰ ਜੀ, ਬਹੁਤ ਧੰਨਵਾਦ। ABC to XYZ ਹੈ ਨਾ। ਹੁਣ ਵਿਚਲੇ ਵੀ ਸਾਰੇ ਬਣਾ ਦਿਓ ਜੀ, DEF ਦਾ ਵੀ ਕੁਝ ਬਣਾਓ ਜਾਂ 2-2 ਦੇ ਸੈੱਟ ਬਣਾਓ ਜੀ ਸਾਰੇ, ਔਰ ਉਹਦੇ 'ਚ ਸਾਡੇ ਸਟੈਪ, ਸਾਡੇ ਪੜਾਅ ਨਜ਼ਰ ਆਉਣ ਕਿ ਹਾਊ ਵੀ ਆਰ ਟੂ ਪ੍ਰੋਸੀਡ। ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਨੂੰ ਸੰਗਤ ਬਖਸ਼ਿਸ਼ ਕਰਨ, ਤੇ ਅਸੀਂ ਸਾਰੇ ਜਣੇ ਰਲ ਕੇ ਰੀਡਿੰਗ ਨੂੰ ਆਪਣਾ ਜ਼ਰੂਰ ਬਣਾਓ। ਅੱਛਾ, ਰੀਡਿੰਗ ਲਈ ਮੈਂ ਇੱਕ ਬੇਨਤੀ ਕਰਾਂਗਾ ਬੇਟਾ, ਸਾਰੇ ਨਾ ਇਹ ਸ਼ੁਰੂਆਤ ਵੈਸੇ ਇੱਕ ਆਈਡੀਅਲ ਰੈਜ਼ੋਲੂਸ਼ਨ ਲਿਸਟ ਵੀ ਬਣ ਸਕਦੀ ਹੈ ਨਾ। ਉਹਦੇ ਸਭ ਤੋਂ ਪਹਿਲੀ ਗੱਲ, ਜਿਵੇਂ ਤੁਸੀਂ ਅੰਮ੍ਰਿਤ ਵੇਲਾ, ਨਿਤਨੇਮ ਲਿਖਿਆ,
ਸੈਕਿੰਡ ਪੁਆਇੰਟ ਹੋ ਜਾਏ ਬਾਣੀ ਕੰਠ। ਸਾਡਾ ਇੱਕ ਨਾਰਾ ਸੀ ਬਾਣੀ ਕੰਠ ਬਾਰੇ, ਜਰਾ ਡਾਇਰੈਕਟ ਮੈਸੇਜ ਕਰੋ ਜੀ, ਦੇਖਦੇ ਹਾਂ ਕਿਹਨੂੰ ਕਿਹਨੂੰ ਯਾਦ ਹੈ ਜੀ, ਨਾਲ ਨਾਲ ਟੈਸਟ ਵੀ ਹੋਈ ਜਾਂਦਾ ਜੀ। ਬਾਣੀ ਕੰਠ ਕਰਨ ਬਾਰੇ ਇੱਕ ਨਾਰਾ ਬਣਾਇਆ ਸੀ ਛੋਟਾ ਜਿਹਾ, ਕੌਣ ਕੌਣ ਲਿਖ ਸਕਦਾ ਹੈ, ਕਿਹਨੂੰ ਕਿਹਨੂੰ ਯਾਦ ਹੈ ਜੀ? ਕਰ ਦਿਓ ਜੀ, DM ਕਰੋ। ਵੈਰੀ ਗੁੱਡ, ਫਸਟ ਆ ਗਏ ਜੀ, ਜੈਸਿਕਾ ਸੈਕਿੰਡ, ਸਹਿਲੀਨ ਥਰਡ, ਏਕਤਾ ਏਕਜੋਤ, ਚਲੋ ਜੀ ਏਕਜੋਤ ਜੀ ਨੇ ਹੋਰ ਲਿਖਿਆ ਹੈ, ਚਲੋ ਵੈਰੀ ਗੁੱਡ। ਇੰਦਰਪਾਲ ਸਿੰਘ, ਸਹਿਜਵੀਰ ਸਿੰਘ, ਵੈਰੀ ਗੁੱਡ। ਏਕਜੋਤਕਾਰ ਹਲੀ ਬਾਣੀ ਬਣਾਵਾਂਗੇ। ਚਲੋ ਜੀ, ਬਾਣੀ ਕੰਠ ਸਦਾ ਬੈਕੁੰਠ। ਆਹਾ, बैकुंठ, बै मैंने नहीं, कुंठ मैंने कुंठा, चिंता घबराहट, ताई बैकुंठ स्वर्ग नूं बैकुंठ कहंदे ने। तहां बैकुंठ जह कीर्तन तेरा, जिथे तेरा कीर्तन है ना वो स्वर्ग है। सो पातशाह कहंदे ने, पातशाह ने सानू बाणी एफो जी चीज दित्ती है, जे बाणी कंठ होएगी ना, औखी हालत विच भी तुसी बाणी पढ़नी शुरू कर दो, तुहानू बड़ा ही आनंद मिले। सो एक रेजोल्यूशन बाणी पढ़न दा, दूजा बाणी कंठ करन दा, तीजा बाणी दी विचार करन दा, फिर दुनियावी पढ़ाई दा, फिर होर एज मैनी रेजोल्यूशंस, एज मैनी, जिवें परमात्मा गुणी गहीर है ना, असी भी गुणा दे खजाने बनना है, गुण निध बनना है, ट्रेजर ऑफ वर्च्यूज। सो सतगुरु जी बख्शिश करन। तुहानू सारिआं नू बहुत बहुत बधाइयां। किसी दे मन विच कोई सवाल है, कुछ कहना चाहते हो तो जरूर तुसी कर सकते हो। एक चीज मैं बार बार सारिआं नू बेनती करदा कि सारे जने BA जरूर करो जी। एक MD दसी सी, MD याद है सारिआं नू की सी जी? MD करो, वो भी लिख दिओ जी, चेक कर लैंदे आ जी। पहला मैं कहंदा सी MD करो, हुण मैं कहना नाल नाल BA भी करो जी। हाँ जी, MD का मतलब की है? वेरी गुड, मनमीन जी फर्स्ट आ गए, इंदरपाल जी सेकंड, बाकी जी वो कहते ने अंकल लिखाई जा रहे ने कि हाँ जी MD। चलो जी हुण डायरैक्ट ना करो, सीधा कर दो जी, देखते हैं जिन्ना नैक्सट आना है जी। हाँ जी वेरी गुड, सहजवीर जी ने ओपन किया जी, मिनिमम डिस्टरबेंस। ਇਹ ਪ੍ਰਣ ਕਰੋ ਕਿ ਮੇਰੇ ਜੀਵਨ ਦੀ ਮੂਵਮੈਂਟ ਦੇ ਨਾਲ, ਜੇ ਮੈਂ ਕਾਰ ਚਲਾ ਰਿਹਾ ਤੇ ਠੀਕ ਜਗ੍ਹਾ ਪਾਰਕਿੰਗ ਕਰਾਂ, ਕਿਸੇ ਨੂੰ ਮਿਨੀਮਮ ਡਿਸਟਰਬੈਂਸ ਹੋਵੇ, ਜੇ ਮੈਂ ਤੁਰ ਰਿਹਾ ਵਾਂ ਤੇ ਕਿਸੇ ਨੂੰ ਝਟਕਾ ਨਾ ਮਾਰਾਂ, ਜੇ ਮੈਂ ਕੋਈ ਬੋਲ ਰਿਹਾ ਵਾਂ ਤੇ ਕਿਸੇ ਦੀ ਨੀਂਦ ਨਾ ਖਰਾਬ ਕਰਦਾ ਆਵਾਂ, ਮੈਂ ਬੰਬ ਪਟਾਕੇ ਨਾ ਚਲਾਵਾਂ, ਮਤਲਬ ਕਿਸੇ ਵੀ ਪੱਖ ਤੋਂ, ਨਾ ਮੇਰੇ ਤੁਰਨ ਨਾਲ, ਨਾ ਮੇਰੇ ਬੋਲਣ ਨਾਲ, ਨਾ ਮੇਰੇ ਪਹਿਰਾਵੇ ਨਾਲ, ना मेरी थॉट्स नाल, ना मेरी ड्राइविंग नाल किसी नूं डिस्टरबेंस ना होवे, मिनिमम डिस्टरबेंस। सो MD करदे सी, हुण मैं कहना MD तां बड़ी डॉक्टरां वाली हुंदी है जी, ते BA भी नाल करो जी। हुण गैस करदे हां जी, हुण देखो जी कौन लिखदा है जी। सिख मस्ट डू BA। वट इज BA? नहीं तो जो मेरे मन च उस तो भी वधिया क्वाइन करो जी। इंदरपाल जी ने DM करता, पर तुसी बोलना नहीं जी, हाली इन्हां नूं पता है जी, इन्होंने पुराना कैच किया है जी। और देखते हैं जी, इंदरपाल जी तो फर्स्ट आ ही गए जी, नवा भी बनाओ जी, इस तो बिना भी बनाओ। बेस्ट अचीवर जसकीरत सिंह, वेरी गुड। बलजीत सिंह B आनंदमई, वेरी गुड। जैसिका B एक्टिव, वेरी गुड। ब्लिस अचीवर, वेरी गुड। become ABC reader, very good इंद्रपाल जी। BA का मतलब हो गया become ABC reader। be attentive, बहुत अच्छा जी। चलो B ठीक है जी, ए तो अगला बनाओ जी, जड़ा बहुत जरूरी है। होर हिंट दे देना भी, साडा जड़ा गुरमंत्र है ना, उहदे विच भी उहदा इशारा है, असीं गुरमंत्र विच भी वो करते हैं। सोचो जी। BE ते ठीक है जी, वेरी गुड। गुरलीन कौर जी ने भी बड़ा वधिया लिखा जी, B अमृतधारी। वेरी गुड जी।
be amritdhari, be attentive, be achiever, be active, be anandmayi. Very good. ਇਹ ਤੋਂ ਹੋਰ ਕੀ ਹੋ ਸਕਦਾ ਜੀ? ਚਲੋ ਮੈਂ ਹਿੰਟ ਦੇ ਦੇਣਾ, ਇਹ ਤੋਂ ਬਾਅਦ ਪੀ ਹੈ ਜੀ। ਹੁਣ ਦੇਖਦੇ ਹਾਂ ਕੌਣ ਬਣਾਉਂਦਾ ਜੀ। 2 ਮਿੰਟ ਰਹਿ ਗਏ। ਬਹੁਤ ਜ਼ਰੂਰੀ ਹੈ। ਗੁਰਮੰਤਰ ਦੇ ਵਿੱਚ ਵੀ ਉਹਦਾ ਆਈਡੀਆ ਆਉਂਦਾ ਜੀ। ਗੁਰਮੰਤਰ ਕੀ ਹੈ ਜੀ? ਵਾਹਿਗੁਰੂ। ਵਾਹ ਕੀ ਹੈ? ਵਟ ਇਜ਼ ਵਾਹ? ਇਹ ਤੋਂ ਕੀ ਬਣਾਓਗੇ ਇਹਦਾ? ਵੈਰੀ ਗੁੱਡ, ਗੁਰਲੀਨ ਕੌਰ ਜੀ ਵੀ ਬਣਾ ਦਿੱਤਾ ਜੀ। ਬੀ ਐਡਮਾਇਰਰ ਜਾਂ ਬੀ ਐਪਰੀਸ਼ੀਏਟਿਵ। ਸਾਰੇ ਜਣੇ ਲਿਖ ਲਓ ਜੀ ਕਿ ਇਹ 22 ਦੇ ਵਿੱਚ ਅਸੀਂ ਬੀ ਐਪਰੀਸ਼ੀਏਟਿਵ, ਯਾਨੀ ਆਲੇ ਦੁਆਲੇ ਜੋ ਚੰਗੀ ਚੀਜ਼ ਮਿਲਦੀ ਹੈ ਨਾ ਉਹਦੀ ਤਾਰੀਫ ਕਰਨੀ ਹੈ। ਵਾਹ ਜੀ ਵਾਹ ਕਹਿਣਾ, ਕਹਿਣਾ ਹੀ ਨਹੀਂ, ਫੀਲ ਵੀ ਕਰਨਾ, ਕਨਵੇ ਵੀ ਕਰਨਾ ਹੈ ਨਾ। ਵਾਹ ਵਾਹ, ਜਿੱਥੇ ਜਾਏ ਬਹੀਏ ਭਲਾ ਕਹੀਏ, तिसको वाह वाह जे शब्द सुनावे, तिसको वाह वाह जे वाट दिखावे, तिसको वाह वाह जे मेल मिलावे, है ना जी। सो सारे जने जरूर कोशिश करो कि इस नवे साल दे विच साडियां ਇਹ डिग्रियां भी हो जान, BA ਦੀ डिग्री भी हो जाए ਤੇ MD ਦੀ भी डिग्री हो जाए, है ना। एंड these are बेटा करैक्टर स्ट्रेंथ्स। हाली तक डिग्रियां नाल नौकरियां मिलदियां सी, जीवन बीतदा सी, फिर आ गया स्किल्स दे नाल, ਤੇ ਹੁਣ ਅਗਲਾ ਸਟੈਪ ਹੈ ਕਰੈਕਟਰ ਸਟਰੈਂਥ। ਮਿਨੀਮਮ ਡਿਸਟਰਬੈਂਸ ਇਜ਼ ਯੂਅਰ ਕਰੈਕਟਰ ਸਟਰੈਂਥ। ਬੀ ਐਪਰੀਸ਼ੀਏਟਿਵ ਇਜ਼ ਯੂਅਰ ਕਰੈਕਟਰ ਸਟਰੈਂਥ। ਜਦੋਂ ਤੁਸੀਂ ਕਿਸੇ ਦੀ ਤਾਰੀਫ ਕਰਦੇ ਹੋ ਨਾ, ਉਹਨੂੰ ਕਿੰਨੀ ਖੁਸ਼ੀ ਮਿਲਦੀ ਹੈ, ਤੇ ਜਦੋਂ ਤੁਸੀਂ ਤਾਰੀਫ ਕਰਦੇ ਹੋ ਤੁਹਾਡੇ ਅੰਦਰ ਵੀ ਉਤਸ਼ਾਹ ਆਉਂਦਾ, ਤੁਹਾਡੀ ਬਿਰਤੀ ਵੀ ਚੰਗਾ ਦੇਖਣ ਦੀ ਬਣਦੀ ਹੈ। ਸੋ ਅੱਜ ਦੇ ਦਿਨ ਲਈ ਇੰਨੀਆਂ ਹੀ ਗੱਲਾਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਮਿਹਰ ਕਰਨ, ਤੁਹਾਡੇ ਸਾਰਿਆਂ ਤੇ ਬਹੁਤ ਬਖਸ਼ਿਸ਼ ਹੈ। ਆਪਣਾ ਇਹ ਕਾਰਵਾਂ, ਆਪਣੀ ਇਹ ਜਿਹੜੀ ਟੀਮ ਲਿਸਟ ਹੈਗੀ ਹੈ, ਇਹਨੂੰ ਆਪਾਂ ਹੋਰ ਬਹੁਤ ਵੱਡਾ ਕਰੀਏ, ਹੈ ਨਾ। ਇਹ ਜਿੰਨਾ ਜ਼ਿਆਦਾ ਆਪਾਂ ਆਪਣੇ ਅੱਛੇ ਫਰੈਂਡਸ ਨੂੰ ਨਾਲ ਜੋੜ ਕੇ ਲੈ ਕੇ ਆਈਏ ਇੱਥੇ ਪਲੇਟਫਾਰਮ ਤੇ, ਸੁਧਾਰ ਕਰੀਏ। ਔਰ ਸੱਚਮੁੱਚ ਪਿਛਲੇ ਕੀਤੇ ਕੰਮਾਂ ਦਾ ਅਸਰ ਸਾਨੂੰ ਨਜ਼ਰ ਆ ਰਿਹਾ ਹੈ, ਤੇ ਜੋ ਅੱਜ ਅਸੀਂ ਕਰਾਂਗੇ ਉਹ ਅੱਗੇ ਵੀ ਨਜ਼ਰ ਆਏਗਾ। ਸਾਡਾ ਸਮਾਜ ਬਦਲੇਗਾ, ਜ਼ਰੂਰ ਬਦਲੇਗਾ। ਸੋ ਇੰਨੇ ਅੱਖਰਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ ਜੀ। ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਸਾਰੀਆਂ ਟਿਪਸ ਦਿੱਤੀਆਂ ਨੇ ਕਿ ਕਿਵੇਂ ਸਾਡਾ ਨਿਊ ਈਅਰ ਇੱਕ ਨਿਊ ਬਿਗਨਿੰਗ ਹੋ ਸਕਦਾ ਹੈ, ਤੇ ਇੱਕ ਸਾਲ 'ਚ ਅਸੀਂ ਕਿੰਨੀਆਂ ਨਿਊ ਬਿਗਨਿੰਗਸ ਬਣਾ ਸਕਦੇ ਹਾਂ ਸਗੋਂ। ਤੇ ਮੈਨੂੰ ਲੱਗ ਰਿਹਾ ਸੀਗਾ ਵੀ ਸਾਡੇ ਜਿਹੜਾ ਵੀ ਰੈਜ਼ੋਲੂਸ਼ਨ ਹੁੰਦੇ ਨੇ, ਜੋ ਵੀ ਅਸੀਂ ਸੋਚਦੇ ਹਾਂ ਮੈਂ ਇਸ ਸਾਲ ਇਹ ਕਰਨਾ ਹੈ, ਉਹਦੇ ਵਿੱਚ ਗੁਣ ਰਿਫਲੈਕਟ ਹੋਣੇ ਚਾਹੀਦੇ ਨੇ, ਉਹਦੇ ਵਿੱਚ ਸੈਲਫ ਇੰਪਰੂਵਮੈਂਟ ਦੀ ਗੱਲ ਹੋਣੀ ਚਾਹੀਦੀ ਹੈ। ਜਿਵੇਂ ਅੰਮ੍ਰਿਤ ਵੇਲੇ ਉੱਠਣਾ ਇੱਕ ਗੁਣ ਹੈ, ਬਾਣੀ ਕੰਠ ਇੱਕ ਗੁਣ ਹੈ, ਮਿੱਠਾ ਬੋਲਣਾ ਇੱਕ ਗੁਣ ਹੈ, ਜਿੱਥੇ ਜਾਏ ਬਈਏ ਭਲਾ ਕਹੀਏ ਗੁਣ ਹੈ। ਸੋ ਉਹਦੇ ਵਿੱਚ ਗੁਣ ਰਿਫਲੈਕਟ ਹੋਣੇ ਚਾਹੀਦੇ ਨੇ। ਏਦਾਂ ਹੋਣਾ ਚਾਹੀਦਾ ਕਿ ਇਸ ਸਾਲ ਮੈਂ ਇਹ ਗੁਣ ਆਪਣੇ ਆਪ ਦੇ ਵਿੱਚ ਗ੍ਰਹਿਣ ਕਰ ਲਾਂਗਾ। ਸੋ ਬਹੁਤ ਬਹੁਤ ਧੰਨਵਾਦ ਅੰਕਲ ਜੀ ਦਾ, ਤੇ ਆਪ ਸਾਰਿਆਂ ਦਾ ਵੀ ਧੰਨਵਾਦ, ਤੁਸੀਂ ਏਡੀ ਐਕਟਿਵ ਪਾਰਟਿਸਿਪੇਸ਼ਨ ਦਿੱਤੀ। ਤੇ ਅਸੀਂ ਆਸ ਕਰਦੇ ਹਾਂ ਕਿ ਅੱਜ ਦੇ ਸਾਰੇ ਸੈਸ਼ਨਸ ਆਪ ਸਾਰਿਆਂ ਨੂੰ ਬੜੇ ਵਧੀਆ ਲੱਗੇ ਹੋਣਗੇ, ਤੇ ਸੱਚੀ ਮੁੱਚੀ ਤੁਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰੋਗੇ, ਤੇ ਇਹ 2 ਘੰਟੇ ਦੀ ਕਲਾਸ ਤੁਹਾਡੇ ਲਈ ਯੂਜ਼ਫੁਲ ਹੋ ਨਿਬੜੇਗੀ। ਸੋ ਇਹੀ ਸਾਡੀ ਅਰਦਾਸ ਹੈ, ਇਹ ਸਾਡੀ ਬੇਨਤੀ ਹੈ। ਅਸੀਂ ਅਗਲੇ ਹਫਤੇ ਫਿਰ ਤੋਂ ਮਿਲਾਂਗੇ, ਤੇ ਉਦੋਂ ਤੱਕ ਅਸੀਂ ਇਹ ਟਾਸਕ ਲੈ ਲਈਏ, ਆਪਣੇ ਪਿਛਲੇ ਸਾਲ ਨੂੰ ਰਿਵਿਊ ਕਰੀਏ, ਇਸ ਸਾਲ ਦੀ ਪਲੈਨਿੰਗ ਕਰੀਏ, ਗੋਲ ਸੈੱਟ ਕਰੀਏ, ਵਿਜ਼ਨ ਸੈੱਟ ਕਰੀਏ, ਮਿਸ਼ਨ ਡਿਸਾਈਡ ਕਰੀਏ, ਕੁਝ ਕਰੀਏ, ਕੁਝ ਜ਼ਰੂਰ ਅਸੀਂ ਕਰੀਏ ਤੇ ਅਚੀਵ ਕਰਨ ਦਾ ਸੋਚੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।